Hello, dear friends. I welcome you all in this beautiful platform of Varna Academy. So, as you all, ਆਪਣੇ ਇਸ ਪਲੇਟਫਾਰਮ ਦੇ ਉੱਤੇ ਤੁਹਾਡੇ ਲਈ ਹਰ ਇੱਕ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ ਫ੍ਰੀ ਆਫ ਕਾਸਟ ਮਟੀਰੀਅਲ ਹੈ ਜਿਹੜਾ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਸੋ ਦੈਟ ਤੁਸੀਂ ਆਪਣੀ ਪ੍ਰੈਪਰੇਸ਼ਨ ਹੈ ਜਿਹੜੀ ਉਹ ਚੰਗੇ ਤਰੀਕੇ ਨਾਲ ਕਰ ਸਕੋ। ਹਾਂਜੀ, ਤਾਂ ਜਿਹੜਾ ਤੁਹਾਡੇ ਕੋਲੇ ਕਲਾਸਿਸ ਨੇ ਤੁਹਾਨੂੰ ਰੈਗੂਲਰ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਹਰ ਇੱਕ ਕਲਾਸ ਦੀ ਕੰਟੈਂਟ ਹੈ ਜਿਹੜਾ ਤੁਹਾਨੂੰ ਪ੍ਰੋਵਾਈਡ ਵਧੀਆ ਤਰੀਕੇ ਨਾਲ ਕਰਵਾਇਆ ਜਾ ਰਿਹਾ ਹੈ। ਤਾਂ ਤੁਸੀਂ ਇਹ ਜਿਹੜਾ ਆਪਣੇ ਆਪ ਚੈੱਕ ਕਰ ਹੀ ਸਕਦੇ ਹੋ ਕਿ ਤੁਹਾਡੇ ਕੋਲੇ ਜਿੰਨਾ ਵੀ ਕੰਟੈਂਟ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾਂਦਾ ਹੈ A1 ਲੈਵਲ ਦਾ ਜਿਹੜਾ ਕੰਟੈਂਟ ਹੁੰਦਾ ਹੈ ਪੇਡ ਬੈਚਸ ਦੇ ਵਿੱਚ ਵੀ ਤੁਹਾਨੂੰ ਸੇਮ ਹੀ ਕੰਟੈਂਟ ਆ ਜਿਹੜਾ ਪੜਾਇਆ ਜਾਂਦਾ ਹੈ ਤੇ ਤੁਸੀਂ ਇਹ ਜਿਹੜਾ ਉੱਥੋਂ ਆਪਣਾ ਕੈਰੀਅਰ ਜਿਹੜਾ ਉਹ ਕੰਟੀਨਿਊ ਰੱਖ ਸਕਦੇ ਹੋ। ਹਾਂਜੀ, ਤਾਂ ਜਿਹੜਾ ਆਪਾਂ ਪਿੱਛੇ ਟੌਪਿਕ ਕਰਕੇ ਕਰ ਚੁੱਕੇ ਹਾਂ ਇੰਗਲਿਸ਼ ਦੇ ਗ੍ਰਾਮਰ ਦੇ ਪੋਰਸ਼ਨ ਦੇ ਵਿੱਚ ਆਪਣਾ ਪ੍ਰੈਪੋਜੀਸ਼ਨ ਦਾ ਟੌਪਿਕ ਸੀ। ਅੱਜ ਦੀ ਤੁਹਾਡੀ ਅਗੇਨ ਇੱਕ ਪ੍ਰੈਪੋਜੀਸ਼ਨ ਦੀ ਕਲਾਸ ਹੋਏਗੀ ਜਿਹਦੇ ਵਿੱਚ ਆਪਾਂ ਸਿਰਫ ਪ੍ਰੈਕਟਿਸ ਕਰਨੀ ਹੈ। ਜਿੰਨੇ ਵੀ ਟੌਪਿਕ ਆਪਾਂ ਪਿੱਛੇ 3 ਕਲਾਸਿਸ ਦੇ ਵਿੱਚ ਪ੍ਰੈਪੋਜੀਸ਼ਨ ਦੇ ਵਿੱਚ ਸਟੱਡੀ ਕੀਤੇ ਆ ਪੜ੍ਹੇ ਆ ਉਹਨਾਂ ਨੂੰ ਜਿਹੜਾ ਤੁਸੀਂ ਇੱਥੇ ਅਪਲਾਈ ਕਰਕੇ ਦੇਖਣਾ ਹੈ। ਰੂਲ ਨੇ ਜਿਹੜੇ ਤੁਸੀਂ ਦੇਖਣੇ ਆ ਵੀ ਤੁਹਾਨੂੰ ਕਿੰਨੇ ਕੁ ਯਾਦ ਨੇ ਪਲੱਸ ਤੁਸੀਂ ਹੈਗਾ ਦੁਬਾਰਾ ਉਹਨਾਂ ਦੀ ਰਿਵੀਜ਼ਨ ਲੈਣੀ ਹੈ। ਹਾਂਜੀ, ਤਾਂ ਚੈੱਕ ਕਰੋਗੇ ਅੱਜ ਤੁਹਾਡੇ ਕੋਲ 4 ਨੰਬਰ ਕਲਾਸ ਹੈ ਪ੍ਰੈਪੋਜੀਸ਼ਨ ਦੀ। ਪਿੱਛੇ ਆਪਾਂ 3 ਕਲਾਸਿਸ ਕਰ ਚੁੱਕੇ ਹਾਂ ਜਿਨ੍ਹਾਂ ਸਟੂਡੈਂਟਸ ਨੇ ਕਲਾਸਿਸ ਜੁਆਇਨ ਨਹੀਂ ਕੀਤੀਆਂ ਪ੍ਰੈਪੋਜੀਸ਼ਨ ਦੀਆਂ ਕਲਾਸਿਸ ਅਟੈਂਡ ਨਹੀਂ ਕੀਤੀਆਂ ਆਇਆ ਸੁਜੈਸਟ ਕਿ ਪਹਿਲਾਂ ਤੁਸੀਂ ਉਹਨਾਂ ਕਲਾਸਾਂ ਨੂੰ ਅਟੈਂਡ ਕਰੋ ਫਿਰ ਤੁਸੀਂ ਇਹ ਜਿਹੜੀ ਆਪਣੀ 4 ਨੰਬਰ ਕਲਾਸ ਪ੍ਰੈਪੋਜੀਸ਼ਨ ਦੀ ਅਟੈਂਡ ਕਰਨੀ ਬਿਕਾਜ਼ ਇਹਦੇ ਵਿੱਚ ਤੁਹਾਨੂੰ ਸਿਰਫ ਪ੍ਰੈਕਟਿਸ ਕਰਵਾਈ ਜਾਏਗੀ ਜਿਹੜੀ ਕਿ ਤੁਸੀਂ ਆਪ ਜਿਹੜੇ ਪਹਿਲਾਂ ਕੁਐਸਚਨ ਸੋਲਵ ਕਰੋਗੇ ਦੈਨ ਜਿਹੜਾ ਹੈ ਤੁਹਾਨੂੰ ਆਨਸਰ ਦੱਸਿਆ ਜਾਏਗਾ। ਇੱਕ ਤਰੀਕੇ ਨਾਲ ਤੁਹਾਡਾ ਇੱਕ ਟੈਸਟ ਹੁੰਦਾ ਹੈ ਜੋ ਕਿ ਹਰ ਇੱਕ ਟੌਪਿਕ ਦੇ ਕੰਪਲੀਟ ਹੋਣ ਤੋਂ ਬਾਅਦ ਤੁਹਾਨੂੰ ਦਿੱਤਾ ਜਾਂਦਾ ਹੈ। ਹਾਂਜੀ, ਤਾਂ ਅਗੇਨ ਤੁਹਾਡਾ ਅੱਜ ਕੀ ਹੈ ਪ੍ਰੈਪੋਜੀਸ਼ਨ ਦਾ ਟੈਸਟ ਹੈ ਪਲੱਸ ਪ੍ਰੈਕਟਿਸ ਕਲਾਸ ਨੂੰ ਵੀ ਆਪਾਂ ਕਹਿ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਜੋ ਵੀ ਚੈਨਲ ਦੇ ਉੱਤੇ ਨਿਊ ਸਟੂਡੈਂਟਸ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਸੋ ਦੈਟ ਜਦੋਂ ਵੀ ਤੁਹਾਡੀ ਨਵੀਂ ਕਲਾਸ ਤੁਹਾਡੇ ਚੈਨਲ ਤੇ ਅਪਲੋਡ ਹੁੰਦੀ ਹੈ ਤਾਂ ਤੁਹਾਨੂੰ ਜਿਹੜਾ ਉਹਦਾ ਨੋਟੀਫਿਕੇਸ਼ਨ ਮਿਲ ਜਾਵੇ ਤੁਹਾਡੀ ਕਲਾਸ ਹੈ ਜਿਹੜੀ ਟਾਈਮ ਤੇ ਅਟੈਂਡ ਕਰ ਸਕੋ ਪਲੱਸ ਉਹਦਾ ਸਿਲੇਬਸ ਹੈ ਜਿਹੜਾ ਉਹ ਟਾਈਮ ਨਾਲ ਕਵਰ ਕਰ ਸਕੋ। ਤਾਂ ਹੁਣ ਸੈਕਿੰਡ ਚੀਜ਼ ਜਿਹੜੇ ਤੁਹਾਡੇ ਕੋਲ ਇਹ ਦੱਸੀ ਜਾਂਦੀ ਹੈ ਕਿ ਤੁਹਾਡੇ ਕੋਲ ਜਿੰਨਾ ਵੀ ਕੰਟੈਂਟ ਹੁੰਦਾ ਉਹ ਤੁਹਾਨੂੰ ਇੱਕ ਟੈਲੀਗ੍ਰਾਮ ਗਰੁੱਪ ਦੇ ਉੱਤੇ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਤੇ ਟੈਲੀਗ੍ਰਾਮ ਗਰੁੱਪ ਦਾ ਲਿੰਕ ਤੁਹਾਨੂੰ ਕਲਾਸ ਦੇ ਜਿਹੜਾ ਆਪਾਂ ਕਹ ਲਓ ਵੀਡੀਓ ਦੇ ਸਬਸਕ੍ਰਿਪਸ਼ਨ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਆ ਜਿਹੜਾ ਉਹ ਮਿਲ ਜਾਏਗਾ ਉੱਥੋਂ ਤੁਸੀਂ ਇਹ ਜਿਹੜਾ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲੈਣਾ ਹੈ। ਹਰ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਉੱਤੇ ਮਿਲੇਗੀ। YouTube ਦੇ ਉੱਤੇ ਹੋਣ ਵਾਲੇ ਹਰ ਇੱਕ ਸੈਸ਼ਨ ਫਿਰ ਚਾਹੇ ਉਹ ਇੰਗਲਿਸ਼ ਦਾ ਹੈ ਇੰਗਲਿਸ਼ ਵੋਕੈਬ ਦਾ ਹੈ ਜਾਂ ਫਿਰ ਆਪਣਾ ਬਾਕੀ ਸਬਜੈਕਟਸ ਦਾ ਉੱਥੇ ਤੁਹਾਨੂੰ ਕੀ ਮਿਲ ਜਾਏਗਾ ਪੀਪੀਟੀ ਫਾਰਮ ਦੇ ਵਿੱਚ ਉਹਦਾ ਮਟੀਰੀਅਲ ਮਿਲ ਜਾਏਗਾ। ਸੈਕਿੰਡ ਆਪਣੇ ਕੋਲ ਇੰਪੋਰਟੈਂਟ ਥਿੰਗ ਜਿਹੜੀ ਆ ਜਾਂਦੀ ਹੈ ਕਿ ਤੁਸੀਂ ਪ੍ਰੈਕਟਿਸ ਕਿੱਥੋਂ ਕਰਨੀ ਹੈ ਤਾਂ ਪ੍ਰੈਕਟਿਸ ਵਾਸਤੇ ਤੁਹਾਡੇ ਕੋਲ ਕੁਇਜ਼ ਤੇ ਕੋਰਸ ਹੈ ਜਿਹੜੇ ਤੁਹਾਨੂੰ ਪ੍ਰੋਵਾਈਡ ਕਰਵਾਏ ਜਾਂਦੇ ਜਿਨ੍ਹਾਂ ਨੂੰ ਤੁਸੀਂ ਪਾਰਟਿਸਿਪੇਟ ਕਰਕੇ ਜਿਹੜਾ ਆਪਣਾ ਤਿਆਰੀ ਦਾ ਲੈਵਲ ਚੈੱਕ ਕਰ ਸਕਦੇ ਹੋ। ਹਾਂਜੀ, ਤਾਂ ਸਟਾਰਟ ਕਰਦੇ ਹਾਂ ਹੁਣ ਆਪਣੀ ਅੱਜ ਦੀ ਕਲਾਸ ਜਿਹਦੇ ਵਿੱਚ ਆਪਾਂ ਪ੍ਰੈਪੋਜੀਸ਼ਨ ਨੂੰ ਡਿਸਕਸ ਕਰਾਂਗੇ। ਪ੍ਰੈਪੋਜੀਸ਼ਨ ਦੀ 4th ਕਲਾਸ ਹੈ ਪਲੱਸ ਪ੍ਰੈਕਟਿਸ ਕਲਾਸ ਹੈ ਇਹ। ਤਾਂ ਆਪਾਂ ਰੂਲ ਨੇ ਜਿਹੜੇ ਆਪਾਂ ਪਿਛਲੀਆਂ ਕਲਾਸਾਂ ਦੇ ਵਿੱਚ ਡਿਸਕਸ ਕੀਤੇ ਅੱਜ ਸਿਰਫ ਕੀ ਕਰਨੀ ਹੈ ਪ੍ਰੈਕਟਿਸ ਕਰਨੀ ਉਹਨਾਂ ਰੂਲਸ ਨੂੰ ਇੱਥੇ ਅਪਲਾਈ ਕਰਕੇ ਦੇਖਣਾ। ਹਾਂਜੀ, ਤਾਂ ਫਰਸਟ ਕੁਐਸਚਨ ਐਜ਼ ਯੂ ਕੈਨ ਸੀ ਔਨ ਦਾ ਸਕਰੀਨ ਤਾਂ ਚੈੱਕ ਕਰੋ ਤੁਹਾਡੇ ਕੋਲੇ ਜਿੰਨੇ ਵੀ ਕੁਐਸਚਨ ਤੁਹਾਨੂੰ ਅੱਜ ਪ੍ਰੈਪੋਜੀਸ਼ਨ ਦੇ ਕਰਵਾਏ ਜਾਣਗੇ ਸਾਰੇ ਹੀ ਆਪਾਂ ਕੀ ਕਰਾਂਗੇ ਐਰਰ ਸਪੌਟਿੰਗ ਐਂਡ ਐਰਰ ਆਫ ਕਰੈਕਸ਼ਨ ਦੇ ਕਰਾਂਗੇ। ਤਾਂ ਸਪੌਟ ਦਾ ਐਰਰ ਐਂਡ ਕਰੈਕਟ ਦਾ ਐਰਰ ਹੈ ਜਿਹੜਾ ਤੁਹਾਡੇ ਕੋਲੇ ਕੁਐਸਚਨ ਹੋਏਗਾ। ਸਭ ਤੋਂ ਪਹਿਲਾਂ ਤੁਸੀਂ ਦੇਖੋਗੇ ਕਿ 4 ਪਾਰਟ ਤੁਹਾਨੂੰ ਸੈਂਟੈਂਸਸ ਦੇ ਵਿੱਚ ਦਿੱਤੇ ਜਾਣਗੇ ਜਿਹਦੇ ਵਿੱਚ ਤੁਸੀਂ ਦੇਖਣਾ ਕਿ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਦੈਨ ਜਿਹੜਾ ਹੈਗਾ ਤੁਸੀਂ ਉਹ ਐਰਰ ਨੂੰ ਕਰੈਕਟ ਕਰਨਾ ਹੈ। ਇਟ ਮੀਨਸ ਤੁਹਾਡੇ ਕੋਲ ਦੋ ਕੁਐਸਚਨ ਇੱਕ ਤਰੀਕੇ ਨਾਲ ਤੁਸੀਂ ਇੱਕ ਕੁਐਸਚਨ ਦੇ ਵਿੱਚ ਦੋ ਆਨਸਰ ਹੈ ਜਿਹੜੇ ਉਹ ਕਰਨੇ ਪਹਿਲਾ ਕਿਹੜਾ ਪਾਰਟ ਐਰਰ ਹੈ ਸੈਕੰਡ ਪਾਰਟ ਦੇ ਵਿੱਚ ਐਰਰ ਕੀ ਹੈ ਤੇ ਉਹਨੂੰ ਸਹੀ ਜਿਹੜਾ ਹੈਗਾ ਤੁਸੀਂ ਕਿਵੇਂ ਕਰਨਾ ਹੈ। ਹਾਂਜੀ, ਤਾਂ ਫਰਸਟ ਕੁਐਸਚਨ ਤੁਹਾਨੂੰ ਸਕਰੀਨ ਦੇ ਉੱਤੇ ਮਿਲ ਗਿਆ ਤਾਂ ਦੇਖੋ ਕੁਐਸਚਨ ਪੜੋ ਤੇ ਚੈੱਕ ਕਰੋ ਕਿ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਤੇ ਉਸ ਪਾਰਟ ਨੂੰ ਜਿਹੜਾ ਤੁਸੀਂ ਸਹੀ ਕਰਨਾ। ਹਾਂਜੀ, ਤਾਂ ਕਰੋ ਸਵਾਲ ਦੈਨ ਆਪਾਂ ਜਿਹੜਾ ਤੁਹਾਨੂੰ ਆਨਸਰ ਦੱਸਦੇ ਹਾਂ ਦੇਖੋ। ਹਾਂਜੀ, ਆਈ ਹੋਪ ਤੁਸੀਂ ਕੁਐਸਚਨ ਦਾ ਆਨਸਰ ਕਰ ਲਿਆ ਹੋਣਾ ਤਾਂ ਕੁਐਸਚਨ ਕੀ ਆਪਣੇ ਕੋਲੇ ਹੀ ਜੰਪਡ ਇਨ the well to save his child ਤਾਂ ਆਪਣੇ ਕੋਲੇ ਕੁਐਸਚਨ ਹੈ ਜੀ he jumped in the well to save his child ਇੱਕ ਆਪਣੇ ਕੋਲੇ ਫਰੇਜ਼ ਦਿੱਤੀ ਹੋਈ ਹੈ ਜਿਹਦੇ ਵਿੱਚ ਆਪਾਂ ਕੀ ਦੇਖਣਾ ਸੈਂਟੈਂਸ ਹੁੰਦਾ ਜਿਹਦੇ ਵਿੱਚ ਦੇਖਣਾ ਕਿ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਪਲੱਸ ਉਸ ਐਰਰ ਨੂੰ ਕੀ ਕਰਨਾ ਆਪਾਂ ਸਹੀ ਕਰਕੇ ਦੱਸਣਾ। ਦੇਖੋ ਜੀ ਹੁਣ ਕਿਹੜੇ ਪਾਰਟ ਦੇ ਵਿੱਚ ਤੁਹਾਨੂੰ ਇੱਥੇ ਐਰਰ ਦਿਖ ਰਹੀ ਹੈ ਸਭ ਤੋਂ ਪਹਿਲਾਂ ਪਹਿਲੀ ਚੀਜ਼ ਚੈੱਕ ਕਰਾਂਗੇ ਵੇਟ। ਹਾਂਜੀ, ਦੇਖੋ ਤਾਂ ਹੀ ਜੰਪਡ ਇਨ ਦਾ ਵੈਲ ਟੂ ਸੇਵ ਹਿਜ਼ ਚਾਈਲਡ ਤਾਂ ਤੁਹਾਨੂੰ ਜਦੋਂ ਪ੍ਰੈਪੋਜੀਸ਼ਨ ਕਰਵਾਈ ਗਈ ਸੀ ਤਾਂ ਉੱਥੇ ਤੁਹਾਨੂੰ ਦੱਸਿਆ ਗਿਆ ਸੀ ਡਿਫਰੈਂਸ ਬਿਟਵੀਨ ਇਨ ਐਂਡ ਇਨਟੂ। ਇਨ ਦਾ ਯੂਜ਼ ਕਿੱਥੇ ਹੋਏਗਾ ਤੇ ਇਨਟੂ ਦਾ ਯੂਜ਼ ਕਿੱਥੇ ਹੋਏਗਾ ਤਾਂ ਤੁਹਾਨੂੰ ਉੱਥੇ ਚੰਗੇ ਤਰੀਕੇ ਨਾਲ ਕਰਵਾਇਆ ਗਿਆ ਤਾਂ ਹੁਣ ਇੱਥੇ ਤੁਸੀਂ ਕੀ ਕਰਨਾ ਸੀ ਅਗੇਨ ਕੁਐਸਚਨ ਦੇ ਵਿੱਚ ਇਨ ਤੇ ਇਨਟੂ ਦਾ ਜਿਹੜਾ ਕੁਐਸਚਨ ਤੁਹਾਡੇ ਤੋਂ ਪੁੱਛਿਆ ਗਿਆ ਸੀ ਤਾਂ ਇਹ ਪੋਰਸ਼ਨ ਦੇ ਵਿੱਚ ਤੁਹਾਡੇ ਕੋਲ ਐਰਰ ਸੀ। ਇਨ ਦਾ ਯੂਜ਼ ਨਹੀਂ ਹੋਏਗਾ ਇਨਟੂ ਦਾ ਯੂਜ਼ ਹੋਏਗਾ ਤਾਂ ਕਨਸੈਪਟ ਤੁਹਾਨੂੰ ਇੱਕ ਵਾਰ ਰਿਵਾਈਜ਼ ਕਰਾਈ ਦਿੱਤਾ ਜਾਵੇ ਬਿਕਾਜ਼ ਆਪਾਂ ਪਹਿਲਾਂ ਕਲਾਸਿਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਜਿਨ੍ਹਾਂ ਸਟੂਡੈਂਟਸ ਨੇ ਕਲਾਸਿਸ ਅਟੈਂਡ ਕੀਤੀਆਂ ਉਹਨਾਂ ਨੂੰ ਇਹ ਜਿਹੜਾ ਕਨਸੈਪਟ
बिल्कुल क्लीयर है। तो इनका यूज किया जाता है स्टैटिक पोर्शन के वास्ते, तो इनटू का यूज करते हैं आप जो किसी चीज की मूवमेंट की जा रही है। सो जंप किया जा रहा है, जंपिंग की है एक अपने को ਇਹੋ ਜਿਹੀ वर्ब है जो कि मूवमेंट शो करती है। जंप करना मतलब छलांग लाना ਜਿਹਦੇ ਵਿੱਚ की मूवमेंट अपने को प्रेजेंट होंगी है, मतलब कोई कह लो गति है जी कोई चीज करती है। सो जंप अगेन एक मूवमेंट वाली चीज है, मूवमेंट वास्ते तुम की यूज करना होंगे इनटू यूज करना होंगे। बट जे किसी चीज ਦੇ ਵਿੱਚ ਸਿੰਪਲ ਕੋਈ ਇਹਦੀ ਗੱਲ ਕੀਤੀ ਜਾ ਰਹੀ ਹੈ, ਇਹਦਾ ਮਤਲਬ ਕੋਈ ਚੀਜ਼ ਸਟੈਟਿਕ ਪੋਰਸ਼ਨ ਦੇ ਵਿੱਚ ਪਈ ਹੈ, ਬਿਨਾਂ ਹਿੱਲੇ ਡੁੱਲੇ ਜਿਹੜਾ ਕੋਈ ਚੀਜ਼ ਕਿਸੇ ਚੀਜ਼ ਦੇ ਅੰਦਰ ਪਲੇਸ ਕੀਤੀ ਪਈ ਹੈ, ਤਾਂ ਉੱਥੇ ਤੁਸੀਂ ਇਨ ਦਾ ਯੂਜ਼ ਕਰਨਾ ਹੁੰਦਾ। ਅਦਰਵਾਈਜ਼ ਮੂਵਮੈਂਟ ਵਾਸਤੇ ਤੁਸੀਂ ਇਨਟੂ ਆ ਜਿਹੜਾ ਯੂਜ਼ ਕਰਨਾ ਹੁੰਦਾ। ਆਈ ਹੋਪ ਤੁਹਾਨੂੰ ਕਲੀਅਰ ਹੋਏਗਾ। ਤਾਂ ਇੱਥੇ ਤੁਹਾਡੇ ਕੋਲ ਕਿਹੜੇ ਪਾਰਟ ਦੇ ਵਿੱਚ ਐਰਰ ਸੀ? ਸੋ ਇਹ ਪਾਰਟ ਸੀ ਜਿਹੜਾ ਤੁਸੀਂ ਟਿਕ ਕਰਨਾ ਸੀ, ਇਹ ਪਾਰਟ ਦੇ ਵਿੱਚ ਤੁਹਾਡੇ ਇੱਥੇ ਕੀ ਸੀ ਜੀ? ਐਰਰ ਸੀ। ਆਈ ਹੋਪ ਤੁਸੀਂ ਇਹ ਜਿਹੜਾ ਫਰਸਟ ਕੁਐਸਚਨ ਸੋਲਵ ਕਰ ਲਿਆ ਹੋਵੇਗਾ। ਨੈਕਸਟ ਹੈ ਜੀ ਤੁਹਾਡੇ ਕੋਲ ਸੈਕੰਡ ਨੰਬਰ ਕੁਐਸਚਨ। ਅਗੇਨ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਪਲੱਸ ਉਸ ਐਰਰ ਨੂੰ ਕੀ ਕਰਨਾ ਤੁਸੀਂ ਕਰੈਕਟ ਕਰਨਾ ਹੈ, ਦੇਖਿਓ। क्वेश्चन है द जज डिवाइडेड द प्रॉपर्टी among the two claimants। ਤਾਂ ਡੀ ਪਾਰਟ ਹੈ ਤੁਹਾਡੇ ਕੋਲੇ नो एरर। ਜੇ ਸੈਂਟੈਂਸ ਵਿੱਚ ਕਿਤੇ ਐਰਰ ਨਹੀਂ ਮਿਲਦੀ ਤਾਂ ਤੁਸੀਂ ਡੀ ਪਾਰਟ ਪੋਰਸ਼ਨ ਜਿਹੜਾ ਉਹ ਟਿਕ ਕਰੋਗੇ, नो एरर ਹੈ ਜਿਹੜਾ ਤੁਹਾਡਾ ਆਨਸਰ ਤੁਸੀਂ ਮਾਰਕ ਕਰੋਗੇ। ਦੇਖੋ ਜੀ ਕਿੱਥੇ ਐਰਰ ਹੈ। हाँ जी, तो आई होप तुसी आंसर करता होना है। तो आंसर ਤੁਹਾਡੇ ਕੋਲ ਆਏਗਾ सी क्वेश्चन ਦੇ ਵਿੱਚ ਤੁਹਾਡੀ ਐਰਰ ਹੈ। सेकंड आंसर है जी सी। तो चेक करो कितनी एरर हुई। तो देखो द जज डिवाइडेड द प्रॉपर्टी, डिवाइड करने की गल की जा रही है किसी जो प्रॉपर्टी अमंग द टू क्लेमेंट्स। तो हुन देखो अमंग वर्ड यूज किया गया है, तो गल किन्ने दी हो रही है? टू दी हो रही है। तो तुहानू दस्सिया गया सी कि अमंग एंड बिटवीन, अमंग एंड बिटवीन दो ਇਹੋ ਜਿਹੀਆਂ ਪ੍ਰੈਪੋਜੀਸ਼ਨਸ ਨੇ ਜਿਨ੍ਹਾਂ ਨੂੰ ਆਪਾਂ ਯੂਜ਼ ਕਰਦੇ ਆ, ਤਾਂ ਉਹਨਾਂ ਦੇ ਵਿੱਚ ਥੋੜੀ ਮੋਟੀ ਕਨਫਿਊਜ਼ਨ ਹੋ ਜਾਂਦੀ ਹੈ। ਵੈਸੇ ਕਨਫਿਊਜ਼ਨ ਹੋਣੀ ਨਹੀਂ ਚਾਹੀਦੀ, ਬਿਕਾਜ਼ ਬਿਟਵੀਨ ਦਾ ਯੂਜ਼ ਹਮੇਸ਼ਾ ਹੀ ਦੋ ਦੇ ਵਿੱਚ ਗੱਲ ਕੀਤੀ ਜਾਂਦੀ ਹੈ, ਅਮੰਗ ਦੇ ਵਿੱਚ ਮੋਰ ਦੈਨ ਟੂ ਦੀ ਗੱਲ ਕੀਤੀ ਜਾਂਦੀ ਹੈ। ਤਾਂ ਜਿੱਥੇ ਵੀ ਤੁਹਾਡੇ ਕੋਲ ਮੋਰ ਦੈਨ ਟੂ ਦੇ ਵਿੱਚ ਕੁਝ ਡਿਸਟ੍ਰੀਬਿਊਟ ਕਰਨਾ ਹੈ, ਕਿਸੇ ਨਾਲ ਕੋਈ ਗੱਲ ਕੀਤੀ ਜਾ ਰਹੀ ਹੈ ਮੋਰ ਦੈਨ ਟੂ ਨੇ, ਅਗੇਨ ਤੁਹਾਡੇ ਕੋਲ ਉੱਥੇ ਕੀ ਆਏਗਾ? ਅਮੰਗ ਦਾ ਯੂਜ਼ ਕੀਤਾ ਜਾਏਗਾ। ਬਟ ਜੇ ਤੁਹਾਡੇ ਕੋਲ ਦੋ ਵਰਡ ਮੈਂਸ਼ਨ ਹੈ, ਟੂ ਵਰਡ ਮੈਂਸ਼ਨ ਕਰਤਾ ਜਾਂ ਕਿਸੇ ਇਹੋ ਜਿਹੇ ਪਾਰਟ ਦੀ ਗੱਲ ਕਰਤੀ ਜਿੱਥੇ ਤੁਹਾਨੂੰ ਜਿਹੜਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਵੀ ਉਹ ਗਿਣਤੀ ਦੇ ਵਿੱਚ ਦੋ ਹੀ ਹੋਣਗੇ। ਫॉर एग्जांपल ਆਪਣਾ ਬੋਡੀ ਪਾਰਟ ਦੀ ਗੱਲ ਕਰੀਏ, ਆਈਜ਼ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਤੁਹਾਨੂੰ ਪਤਾ ਹੈ ਆਈਜ਼ ਟੂ ਹੀ ਹੁੰਦੀ ਹੈ। ਤਾਂ ਉੱਥੇ ਤੁਹਾਡੇ ਕੋਲ ਜੇ ਟੂ ਨਹੀਂ ਵੀ ਲਿਖਿਆ ਹੋਇਆ ਫਿਰ ਵੀ ਤੁਸੀਂ ਬਿਟਵੀਨ ਦਾ ਯੂਜ਼ ਕਰ ਲੈਣਾ। ਸੋ ਬਿਟਵੀਨ ਦਾ ਯੂਜ਼ ਕੀਤਾ ਜਾਂਦਾ ਜਿੱਥੇ ਆਪਣੇ ਕੋਲ ਟੂ ਵਰਡ ਮੈਂਸ਼ਨ ਹੋਵੇ ਜਾਂ ਫਿਰ ਟੂ ਥਿੰਗਸ ਦੀ ਗੱਲ ਕੀਤੀ ਜਾ ਰਹੀ ਹੋਵੇ, ਟੂ ਪਰਸਨਸ ਦੀ ਗੱਲ ਕੀਤੀ ਜਾ ਰਹੀ ਹੋਵੇ। ਅਮੰਗ ਦਾ ਯੂਜ਼ ਹੁੰਦਾ ਮੋਰ ਦੈਨ ਟੂ ਦੇ ਕੇਸ ਦੇ ਵਿੱਚ। ਤੇ ਇੱਥੇ ਤੁਹਾਡੇ ਕੋਲ ਸੈਂਟੈਂਸ ਦੇ ਵਿੱਚ ਟੂ ਵਰਡ ਮੈਂਸ਼ਨ ਹੈ, ਸੋ ਤੁਸੀਂ ਅਮੰਗ ਦਾ ਯੂਜ਼ ਨਹੀਂ ਕਰਨਾ ਸੀ, ਇੱਥੇ ਯੂਜ਼ ਹੋਣਾ ਸੀ ਪ੍ਰੈਪੋਜੀਸ਼ਨ ਬਿਟਵੀਨ ਦਾ। ਸੋ ਬਿਟਵੀਨ ਤੁਹਾਡਾ ਇੱਥੇ ਆਂਸਰ ਹੋਏਗਾ। ਤੇ ਬਿਟਵੀਨ ਯੂਜ਼ ਹੋਣਾ ਸੀ, ਆਪਾਂ ਜਿਹੜਾ ਹੈਗਾ ਅਮੰਗ ਨੂੰ ਰਿਪਲੇਸ ਕਰਾਂਗੇ ਬਿਟਵੀਨ ਦੇ ਨਾਲ, ਤੇ ਸੈਂਟੈਂਸ ਤੁਹਾਡਾ ਸਹੀ ਹੋ ਜਾਏਗਾ। ਸੀ ਪਾਰਟ ਵਿੱਚ ਤੁਹਾਡੀ ਇੱਥੇ ਐਰਰ ਸੀ। ਤੇ ਕੁਐਸਚਨ ਕੀ ਹੋਏਗਾ, ਆਨਸਰ ਕੀ ਹੋਏਗਾ ਆਪਣਾ? ਦ ਜੱਜ ਡਿਵਾਈਡਡ ਦ ਪ੍ਰੋਪਰਟੀ ਬਿਟਵੀਨ ਦੀ ਟੂ ਕਲੇਮੈਂਟਸ। ਆਈ ਹੋਪ ਤੁਹਾਨੂੰ ਆਨਸਰ ਹੈ ਜਿਹੜਾ ਸਮਝ ਆ ਗਿਆ ਹੋਵੇਗਾ। ਹਾਂ, ਤੇ ਨੈਕਸਟ ਕੁਐਸਚਨ ਹੈ। ਅਗੇਨ ਚੈੱਕ ਕਰੋ, ਤੁਹਾਨੂੰ ਸਕਰੀਨ ਦੇ ਉੱਤੇ ਕੁਐਸਚਨ ਸ਼ੋ ਹੋ ਗਿਆ। ਏ ਬੀ ਸੀ ਡੀ ਚਾਰ ਪਾਰਟ ਨੇ, ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਤਾਂ ਆਪਾਂ ਜਿਹੜਾ ਹੈਗਾ ਉਹ ਪਾਰਟ ਨੂੰ ਸਹੀ ਕਰਾਂਗੇ। ਦੇਖੋ ਜੀ our school is situated besides the post office। ਤਾਂ ਦੇਖੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਹਾਂਜੀ, ਤਾਂ ਜਿਨ੍ਹਾਂ ਸਟੂਡੈਂਟਸ ਨੇ ਪਿੱਛੇ ਕਲਾਸਿਸ ਅਟੈਂਡ ਕੀਤੀਆਂ ਤਾਂ ਤੁਹਾਨੂੰ ਉੱਥੇ ਦੋ ਪ੍ਰੈਪੋਜੀਸ਼ਨ ਕਰਵਾਈਆਂ ਗਈਆਂ ਸੀ, ਵਨ ਇਜ਼ ਬਿਸਾਈਡ ਐਂਡ ਦ ਸੈਕੰਡ ਪ੍ਰੈਪੋਜੀਸ਼ਨ ਇਜ਼ ਬਿਸਾਈਡਸ। ਤਾਂ ਦੋਵਾਂ ਦੇ ਵਿੱਚ ਡਿਫਰੈਂਸ ਕੀ ਹੈ? ਬਿਸਾਈਡ ਦਾ ਮਤਲਬ ਹੁੰਦਾ ਹੈ ਨੀਅਰ, ਕਿਸੇ ਚੀਜ਼ ਦੇ ਨੇੜੇ ਦੀ ਗੱਲ ਕੀਤੀ ਜਾ ਰਹੀ ਹੈ। ਸਾਈਡ ਦੀ ਗੱਲ ਕੀਤੀ ਜਾ ਰਹੀ ਹੈ, ਸਾਈਡ ਵਾਈਜ਼ ਆਪਾਂ ਯੂਜ਼ ਕਰ ਸਕਦੇ ਹਾਂ, ਬਾਈ ਦ ਸਾਈਡ ਆਫ ਤੁਹਾਨੂੰ ਦੱਸਿਆ ਹੋਇਆ। ਬਟ ਬਿਸਾਈਡਸ ਦਾ ਮੀਨਿੰਗ ਹੁੰਦਾ ਹੈ ਕਿਸੇ ਚੀਜ਼ ਦੇ ਵਿੱਚ ਐਡੀਸ਼ਨ ਦੀ ਗੱਲ ਹੋ ਰਹੀ ਹੈ, ਇਨ ਐਡੀਸ਼ਨ ਟੂ, ਐਂਡ ਐਡੀਸ਼ਨ ਟੂ ਕਿਸੇ ਚੀਜ਼ ਦੇ ਵਿੱਚ ਕੁਝ ਐਕਸਟਰਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਬਿਸਾਈਡਸ ਵੀ ਇਹ ਚੀਜ਼ ਤਾਂ ਹੈ ਹੀ, ਨਾਲ ਹੀ ਆ ਕੰਮ ਹੋ ਰਿਹਾ, ਸੋ ਉੱਥੇ ਤੁਸੀਂ ਬਿਸਾਈਡਸ ਦਾ ਯੂਜ਼ ਕਰ ਲੈਣਾ। ਬਿਸਾਈਡ ਦਾ ਮਤਲਬ ਹੁੰਦਾ ਕੋਈ ਚੀਜ਼ ਨੇੜੇ ਪਈ ਹੈ, ਤਾਂ ਪਲੇਸ ਵਾਸਤੇ ਆਪਾਂ ਯੂਜ਼ ਕਰਦੇ ਹਾਂ। ਤਾਂ ਹੁਣ ਦੇਖੋ ਤੁਹਾਡੇ ਕੋਲ ਕੁਐਸਚਨ ਕੀ ਬਣਿਆ, ਆਵਰ ਸਕੂਲ ਇਜ਼ ਸਿਚੁਏਟਡ ਬਿਸਾਈਡਸ ਦਾ ਪੋਸਟ ਆਫਿਸ। ਹੁਣ ਦੇਖੋ ਇੱਥੇ ਬਿਸਾਈਡ ਆਉਣਾ ਚਾਹੀਦਾ ਜਾਂ ਬਿਸਾਈਡਸ ਆਉਣਾ ਚਾਹੀਦਾ? ਤੇ ਤੁਹਾਡੇ ਕੋਲ ਬੀ ਪੋਰਸ਼ਨ ਦੇ ਵਿੱਚ ਤੁਹਾਡੀ ਸਿੰਪਲ ਤੁਹਾਨੂੰ ਐਰਰ ਪਤਾ ਲੱਗ ਹੀ ਗਈ ਹੋਣੀ ਹੈ। ਤਾਂ ਬਿਸਾਈਡਸ ਦਾ ਯੂਜ਼ ਨਹੀਂ ਹੋਏਗਾ, ਬਿਸਾਈਡ ਦਾ ਯੂਜ਼ ਹੋਏਗਾ, ਬਿਕਾਜ਼ ਨੀਅਰ ਦੀ ਗੱਲ ਕੀਤੀ ਹੈ। ਦ ਸਕੂਲ ਇਜ਼ ਸਿਚੁਏਟਡ near the post office। our school is situated near the post office, beside the post office ਤੁਸੀਂ ਯੂਜ਼ ਕਰਨਾ ਸੀ, ਜਾਂ ਤੁਸੀਂ ਸਿੰਪਲ ਕਹਿ ਸਕਦੇ ਹੋ beside ਦੇ near word ਤੁਸੀਂ ਯੂਜ਼ ਕਰ ਸਕਦੇ ਹੋ। ਸੋ ਬੀ ਪੋਰਸ਼ਨ ਦੇ ਵਿੱਚ ਤੁਹਾਡੀ ਐਰਰ ਸੀ, ਆਨਸਰ ਹੋਏਗਾ ਬੀ। ਐਰਰ ਆਪਾਂ ਜਿਹੜੀ ਹੈਗੀ ਸਹੀ ਕੀਤੀ ਹੈ, beside ਦਾ ਯੂਜ਼ ਹੋਏਗਾ, besides ਦਾ ਯੂਜ਼ ਨਹੀਂ ਹੋਏਗਾ। ਸੋ ਜਿਨ੍ਹਾਂ ਸਟੂਡੈਂਟਸ ਨੂੰ ਕੁਐਸਚਨ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ, ਅੱਜ ਦੇ ਤੁਸੀਂ ਪਹਿਲਾਂ ਕਲਾਸਿਸ ਅਟੈਂਡ ਕਰੋ, ਕਨਸੈਪਟ ਚੰਗੇ ਤਰੀਕੇ ਨਾਲ ਦੇਖੋ, ਉਹਨਾਂ ਦੇ ਨੋਟਸ ਬਣਾਓ, ਰਿਵਾਈਜ਼ ਕਰੋ, ਦੈਨ ਜਿਹੜਾ ਤੁਸੀਂ ਕੁਐਸਚਨ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਬਿਕਾਜ਼ ਬਕਾਇਆ ਪੋਰਸ਼ਨ ਦਾ ਆਪਣਾ ਹੁੰਦਾ ਹੈ ਕਿ ਜਿੰਨੇ ਆਪਾਂ ਪੜਾਂਗੇ ਰਿਵਾਈਜ਼ ਕਰਾਂਗੇ ਆਪਣਾ ਹੋ ਹੀ ਜਾਊਗਾ। ਬਟ ਆਪਣੇ ਕੋਲ ਗ੍ਰਾਮਰ ਪੋਰਸ਼ਨ ਦੇ ਵਿੱਚ ਜਿੰਨੇ ਤੁਸੀਂ ਰੂਲਸ ਜ਼ਿਆਦਾ ਪੜੋਗੇ, ਰਿਵਾਈਜ਼ ਕਰੋਗੇ, ਅਪਲਾਈ ਕਰਨ ਦੀ ਕੋਸ਼ਿਸ਼ ਕਰੋਗੇ, ਤੁਹਾਡੇ ਉਹਨੇ ਹੀ ਚੰਗੇ ਤਰੀਕੇ ਨਾਲ ਜਿਹੜਾ ਇਹਨਾਂ ਦੇ ਉੱਤੇ ਪਕੜ ਬਣ ਜਾਏਗੀ।
हाँ जी, तो देखो 4 ਨੰਬਰ ਕੁਐਸਚਨ ਅਗੇਨ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ। ਪ੍ਰੈਪੋਜੀਸ਼ਨ ਦੇ ਵਿੱਚ ਤੁਹਾਡਾ 4th ਕੁਐਸਚਨ ਹੈ ਹੀ ਹੈਜ਼ ਬੀਨ ਐਕਟਿੰਗ ਵੈਰੀ ਫਨੀ ਇਨ ਸੈਪਟੈਂਬਰ ਐਂਡ ਬੀ ਪੋਰਸ਼ਨ ਹੈ ਤੁਹਾਡੇ ਕੋਲੇ ਨੋ ਐਰਰ। ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਦੈਨ ਜਿਹੜਾ ਹੈਗਾ ਤੁਸੀਂ ਐਰਰ ਨੂੰ ਸਪੌਟ ਕਰਕੇ ਐਰਰ ਦੇ ਵਿੱਚੋਂ ਕਰੈਕਸ਼ਨ ਕਰਨੀ ਹੈ। ਐਰਰ ਡਿਟੈਕਸ਼ਨ ਪਲੱਸ ਐਰਰ ਕਰੈਕਸ਼ਨ ਜਿਹੜੇ ਦੋ ਕੁਐਸਚਨ ਆਪਾਂ ਇੱਥੇ ਡਿਸਕਸ ਕਰਾਂਗੇ। ਦੇਖੋ ਜੀ, he has been acting very funny in September। ਤੇ ਤੁਹਾਨੂੰ ਜਿਹੜਾ ਹੈਗਾ ਸੀ ਪ੍ਰੈਪੋਜੀਸ਼ਨ ਕਰਵਾਈਆਂ ਗਈਆਂ ਸੀ, ਜਿੱਥੇ ਤੁਹਾਨੂੰ ਮੈਂ ਕਰਵਾਇਆ ਸੀ ਸਿੰਸ ਤੇ ਫॉर। ਦੋ ਪ੍ਰੈਪੋਜੀਸ਼ਨ ਕਰਵਾਈਆਂ ਗਈਆਂ ਸੀ, ਇੱਕ ਸਿੰਸ ਦੂਸਰੀ ਫॉर, ਜਿਨ੍ਹਾਂ ਦੇ ਵਿੱਚ ਆਪਣੇ ਕੋਲੇ ਮੈਕਸਿਮਮ ਸਟੂਡੈਂਟਸ ਨੂੰ ਕਨਫਿਊਜ਼ਨ ਹੁੰਦੀ ਹੈ ਕਿ ਜੋ ਸਿੰਸ ਦਾ ਕਰਾਂਗੇ ਤਾਂ ਫॉर ਦਾ ਕਰਾਂਗੇ। ਤੇ ਤੁਹਾਨੂੰ ਉੱਥੇ ਸਿੰਪਲ ਜਿਹਾ ਇੱਕ ਮੈਂ ਟ੍ਰਿਕ ਵੀ ਦੱਸਿਆ ਸੀ ਕਿ ਜੇ ਤਾਂ ਤੁਹਾਡੇ ਕੋਲੇ ਫਿਕਸ ਪੁਆਇੰਟ ਦੀ ਗੱਲ ਕੀਤੀ ਜਾ ਰਹੀ ਹੈ, ਮਤਲਬ ਕੋਈ ਚੀਜ਼ ਜਿਹੜੀ ਕਿ ਫਿਕਸ ਹੈ ਵੀ ਇਸ ਤਰੀਕ ਨੂੰ ਹੋਣੀ ਹੈ, ਇੰਨੀ ਵੀ ਇਹ ਮਹੀਨੇ 'ਚ ਹੋਣੀ ਹੈ, ਤਾਂ ਉੱਥੇ ਤਾਂ ਤੁਸੀਂ ਯੂਜ਼ ਕਰ ਲੈਣਾ ਹੁੰਦਾ ਆਪਣਾ ਸਿੰਸ ਦਾ। ਫਿਕਸ ਪੁਆਇੰਟ ਦੀ ਗੱਲ ਹੋ ਰਹੀ ਹੈ ਤਾਂ ਉੱਥੇ ਤੁਸੀਂ ਕੀ ਯੂਜ਼ ਕਰ ਲੈਣਾ ਹੁੰਦਾ ਆਪਣੇ ਕੋਲੇ ਸਿੰਸ ਦਾ ਯੂਜ਼ ਕਰ ਲੈਣਾ ਹੁੰਦਾ। ਬਟ ਜਿੱਥੇ ਡਿਊਰੇਸ਼ਨ ਆ ਗਈ, ਡਿਊਰੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ, ਜਿਵੇਂ 5 ਈਅਰ 4 ਈਅਰ ਇੱਕ ਇੱਕ ਡਿਊਰੇਸ਼ਨ ਹੈ, ਤਾਂ ਉੱਥੇ ਤੁਸੀਂ ਯੂਜ਼ ਕਰਨਾ ਹੁੰਦਾ ਜੀ ਫॉर ਦਾ। ਹੁਣ ਇੱਥੇ ਦੇਖੋ ਤੁਹਾਡੇ ਕੋਲੇ ਸੈਂਟੈਂਸ ਵਿੱਚ ਕੀ ਯੂਜ਼ ਕੀਤਾ ਹੈ, ਹੀ ਹੈਜ਼ ਬੀਨ ਐਕਟਿੰਗ ਵੈਰੀ ਫਨੀ ਇਨ ਸੈਪਟੈਂਬਰ। ਸੈਪਟੈਂਬਰ ਕੀ ਹੈਗਾ, ਇੱਕ ਫਿਕਸ ਪੁਆਇੰਟ ਹੈ, ਫਿਕਸ ਮੰਥ ਦੀ ਗੱਲ ਕਰਦੀ। ਸੋ ਇੱਥੇ ਤੁਹਾਡੇ ਕੋਲੇ ਸਿੰਸ ਜਾਂ ਫॉर ਦੇ ਵਿੱਚ ਵਰਡ ਯੂਜ਼ ਹੋਣਾ ਸੀ, ਇਨ ਦਾ ਯੂਜ਼ ਨਹੀਂ ਹੋਣਾ ਸੀ, ਤੁਸੀਂ ਇੱਥੇ ਯੂਜ਼ ਕਰੋਗੇ ਸਿੰਸ ਦਾ। ਸਿੰਸ ਸੈਪਟੈਂਬਰ, ਬਿਕੋਜ਼ ਸੈਪਟੈਂਬਰ ਤੁਹਾਡੇ ਕੋਲੇ ਮੰਥ ਹੈ ਜੋ ਕਿ ਫਿਕਸ ਹੈ, ਸੋ ਸਿੰਸ ਦਾ ਯੂਜ਼ ਤੁਸੀਂ ਇੱਥੇ ਯੂਜ਼ ਕੀਤਾ। ਸੀ ਪਾਸਪੋਰਟ ਕੁਐਸਚਨ ਸੀ ਜਿਹੜਾ ਤੁਹਾਡਾ ਰੋਂਗ ਸੀ, ਸੀ ਪਾਰਟ ਦੇ ਤੁਹਾਡੀ ਐਰਰ ਸੀ, ਸੀ ਐਲ ਤੁਸੀਂ ਮਾਰਕ ਕਰਨਾ ਸੀ। ਸਿੰਸ ਯੂਜ਼ ਹੋਏਗਾ, ਇਹਦਾ ਯੂਜ਼ ਹੈ ਜਿਹੜਾ ਤੁਸੀਂ ਨਹੀਂ ਕਰਦੇ, ਇਹਦੇ ਨਾਲ ਰਿਪਲੇਸ ਕਰ ਦੋਗੇ ਵਰਡ ਸਿੰਸ। ਨੈਕਸਟ ਹੈ ਜੀ ਤੁਹਾਡੇ ਕੋਲੇ 5 ਨੰਬਰ ਕੁਐਸਚਨ, ਅਗੇਨ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਤੇ ਐਰਰ ਨੂੰ ਸਪੌਟ ਕਰਕੇ ਐਰਰ ਦੇ ਵਿੱਚ ਕਰੈਕਸ਼ਨ ਕਰਨੀ ਹੈ, ਦੈਨ ਆਪਾਂ ਜਿਹੜਾ ਆਨਸਰ ਦੇਖੋ ਜੀ। Question है, you will get a perfect result time after times if you follow these instructions। D part है जी ਤੁਹਾਡਾ no error। ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ error ਹੈ, then ਆਪਾਂ ਜਿਹੜੇ ਹੈ ਉਸ ਪਾਰਟ ਨੂੰ correct ਕਰਾਂਗੇ, ਪਲੱਸ ਆਨਸਰ ਹੈ ਜਿਹੜਾ ਤੁਹਾਨੂੰ ਦੱਸਿਆ ਜਾਏਗਾ। ਦੇਖੋ ਜੀ, अगेन जो स्टूडेंट्स पीछे क्लासेस अटेंड नहीं करके आए, आई सजेस्ट पहले क्लासेस अटेंड करो, बिकॉज जिन्ने भी रूल्स ਇੱਥੇ ਕਰਵਾਏ ਜਾ ਰਹੇ ਆ ਸਾਰੇ ਦੇ ਸਾਰੇ ਰੂਲਸ ਆਪਾਂ ਜਿਹੜੇ ਹੈਗੇ ਕਲਾसेस ਦੇ ਵਿੱਚ ਡਿਸਕਸ ਕੀਤੇ। ਇਹ ਸਿਰਫ ਤੁਹਾਡੀ ਪ੍ਰੈਕਟਿਸ ਕਲਾਸ ਹੈ, ਚੈੱਕ ਕਰਨ ਵਾਸਤੇ ਕਿ ਤੁਸੀਂ ਜਿਹੜੇ ਆਪਣੇ ਜਿੰਨੇ ਵੀ ਰੂਲ ਆਪਾਂ ਕੀਤੇ ਉਹਨਾਂ ਨੂੰ ਕਿੰਨਾ ਕੁ ਗੇਨ ਕੀਤਾ ਹੈ, ਕਿੰਨਾ ਕੁ ਜਿਹੜਾ ਉਹਨਾਂ ਨੂੰ ਅਡਾਪਟ ਕੀਤਾ ਹੈ। ਜੇ ਤੁਹਾਡੇ ਕੋਲੇ ਕਿਸੇ ਵੀ ਰੂਲ ਦੇ ਵਿੱਚ ਤੁਹਾਨੂੰ ਦਿੱਕਤ ਆ ਰਹੀ ਹੈ, ਅਗੇਨ ਤੁਹਾਨੂੰ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਕਿ ਕਮੈਂਟ ਬਾਕਸ ਤੁਹਾਡੇ ਲਈ ਹਮੇਸ਼ਾ ਓਪਨ ਹੈ, ਤੁਸੀਂ ਜਿਹੜਾ ਉੱਥੇ ਆਪਣਾ ਪੋਸਟ ਕਰ ਸਕਦੇ ਹੋ, ਜੋ ਵੀ ਡਾਊਟ ਤੁਹਾਡੇ ਕੋਲ ਹੋਏਗਾ ਤੁਹਾਡਾ ਜਿਹੜਾ ਆਨਸਰ ਹੈ ਤੁਹਾਨੂੰ ਮਿਲ ਜਾਏਗਾ। देखो जी, ਹੁਣ 5 ਨੰਬਰ ਕੁਐਸਚਨ ਹੈ ਤੁਹਾਡੇ ਕੋਲੇ, you will get a perfect result time after times if you follow these instructions। ਕੁਐਸਚਨ ਪੜਿਆ, ਚੈੱਕ ਕਰੋ ਹੁਣ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਤਾਂ ਤੁਹਾਨੂੰ ਇੱਕ ਪੋਰਸ਼ਨ ਕਰਵਾਇਆ ਗਿਆ ਸੀ ਕਿ ਸਟਰਕਚਰ ਕੁਐਸਚਨ, ਜਿੱਥੇ ਮੈਂ ਤੁਹਾਨੂੰ ਦੱਸਿਆ ਸੀ ਕਿ ਜੇ ਕੋਈ ਨਾਉਨ ਦੂਸਰੇ ਨਾउन ਦੇ ਨਾਲ ਅਟੈਚ ਕੀਤਾ ਜਾ ਰਿਹਾ ਹੈ ਬਾय ਯੂਜ਼ਿੰਗ ਪ੍ਰੈਪੋਜੀਸ਼ਨ, ਦੋ ਨਾउन ਜੁਆਇਨ ਕੀਤੇ ਜਾ ਰਹੇ ਹੈ ਵਿਦ ਪ੍ਰੈਪੋਜੀਸ਼ਨ, ਤੇ ਦੋਨੋਂ ਨਾउन ਕੀ ਨੇ ਤੁਹਾਡੇ ਕੋਲੇ ਸੇਮ ਨੇ। ਫॉर एग्जांपल ਜਿਵੇਂ ਇੱਥੇ ਤੁਹਾਡੇ ਕੋਲ ਡੋਰ ਆਇਆ ਤਾਂ ਇੱਥੇ ਵੀ ਡੋਰ ਵਰਡ ਯੂਜ਼ ਕੀਤਾ, ਡੋਰ ਟੂ ਡੋਰ ਸਰਵਿਸਿਜ਼ ਅਵੇਲੇਬਲ, ਤੁਹਾਨੂੰ ਇਹ ਵਾਲੀ ਐਗਜ਼ਾਮਪਲ ਵੀ ਦਿੱਤੀ ਗਈ ਹੈ ਕਲਾਸ ਦੇ ਵਿੱਚ। ਇੱਥੇ ਤੁਹਾਡੇ ਕੋਲੇ ਯੂਜ਼ ਕੀਤੇ ਜਾ ਰਹੇ ਦੋ ਨਾउन, ਸੇਮ ਨਾउन ਵਿਦ ਪ੍ਰੈਪੋਜੀਸ਼ਨ, ਤਾਂ ਤੁਸੀਂ ਕੀ ਕਰਨਾ ਹੁੰਦਾ, ਦੋਨੋਂ ਨਾउन्स ਨੂੰ ਸਿੰਗੂਲਰ ਫਾਰਮ ਦੇ ਵਿੱਚ ਲਿਖਣਾ ਹੁੰਦਾ। ਨਾउन ਹਮੇਸ਼ਾ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕੀਤੇ ਜਾਂਦੇ ਆ ਜੇ ਉਹ ਜੁਆਇਨ ਕੀਤੇ ਜਾ ਰਹੇ ਆ ਪ੍ਰੈਪੋਜੀਸ਼ਨ ਦੇ ਨਾਲ, ਸੈਕੰਡ ਚੀਜ਼ ਨਾउन ਕੀ ਹੋਣਾ ਸੇਮ ਹੈ। ਤਾਂ ਦੇਖੋ ਹੁਣ ਇੱਥੇ ਕੁਐਸਚਨ ਦੇ ਵਿੱਚ ਚੈੱਕ ਕਰੋ, ਟਾਈਮ ਆਫਟਰ ਟਾਈਮਸ, टाइम आफ्टर टाइम्स, टाइम अपने को नाउन है, अगेन टाइम नाउन है, ज्वाइन किदे नाल कीता प्रैपोजिशन दे नाल, आफ्टर प्रैपोजिशन है। सो बी पोर्शन दे विच तुहाडी एरर सी, आंसर क्या आएगा टाइम आफ्टर टाइम तुसी यूज करोगे, टाइम आफ्टर टाइम्स नहीं होएगा, दोनों की होंगे नाउन सिंगुलर फॉर्म दे यूज होंगे, टाइम टाइम ही यूज होएगा, प्रैपोजिशन तुहाडे कोले आफ्टर ਦਿੱਤੀ ਹੋਈ ਹੈ। ਸੋ ਬੀ ਕੁਐਸਚਨ ਦੇ ਵਿੱਚ ਇੱਥੇ ਐਰਰ ਸੀ, ਬੀ ਨੂੰ ਤੁਸੀਂ ਮਾਰਕ ਕਰਨਾ ਸੀ। ਯੂ ਵਿਲ ਗੈਟ ਆਫਟਰ ਗੈਟ ਅ ਪਰਫੈਕਟ ਰਿਜ਼ਲਟ ਟਾਈਮ ਆਫਟਰ ਟਾਈਮ ਇਫ ਯੂ ਫੋਲੋ ਥੀਸ instructions। ਇਹ ਸੀ ਜੀ ਤੁਹਾਡਾ 5 ਨੰਬਰ ਕੁਐਸਚਨ, ਆਈ ਹੋਪ ਸਮਝ ਆ ਗਿਆ ਹੋਵੇਗਾ। ਹਾਂਜੀ, ਤਾਂ ਅੱਗੇ ਤੁਹਾਡੇ ਕੋਲ 6 ਨੰਬਰ ਕੁਐਸਚਨ, ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਪਲੱਸ ਉਸ ਐਰਰ ਨੂੰ ਜਿਹੜਾ ਤੁਸੀਂ ਸਹੀ ਕਰਨਾ, ਦੈਨ ਆਪਾਂ ਆਨਸਰ ਮਾਰਕ ਕਰਾਂਗੇ। ਦੇਖੋ ਜੀ, most bags are made from leather। ਡੀ ਪਾਰਟ ਹੈ ਤੁਹਾਡਾ no error, no error। ਦੇਖੋ ਜੀ ਕਿਹੜੇ ਕੁਐਸਚਨ ਦੇ ਵਿੱਚ ਐਰਰ ਹੈ, ਦੈਨ ਆਪਾਂ ਜਿਹੜਾ ਦਾ ਆਨਸਰ ਦੇਖਦੇ ਹਾਂ। ਹਾਂਜੀ, ਤਾਂ ਤੁਸੀਂ ਆਨਸਰ ਮਾਰਕ ਕਰ ਲਿਆ ਹੋਣਾ, ਆਨਸਰ ਕੀ ਆਏਗਾ ਸੀ ਪੋਰਸ਼ਨ ਦੇ ਵਿੱਚ ਤੁਹਾਡੀ ਐਰਰ ਹੈ। ਤਾਂ ਹੁਣ ਐਰਰ ਕੀ ਹੈ ਦੇਖੋ, ਤਾਂ ਤੁਹਾਨੂੰ ਜਦੋਂ ਵੀ ਕਲਾਸ ਲਗਾਈ ਸੀ ਆਪਾਂ ਆਪਣੀ ਪ੍ਰੈਪੋਜੀਸ਼ਨ ਦੀ, ਉੱਥੇ ਤੁਹਾਨੂੰ ਦੋ ਫਰੇਜ਼ਸ ਕਰਵਾਈਆਂ ਗਈਆਂ ਸੀ, ਇੱਕ ਸੀ ਮੇਡ ਆਫ, ਦੂਸਰੀ ਸੀ ਮੇਡ ਫਰੋਮ। ਤਾਂ ਜਿੱਥੇ ਤੁਹਾਨੂੰ ਦੱਸਿਆ ਗਿਆ ਸੀ ਇੱਕ ਦੇ ਵਿੱਚ ਤੁਹਾਡੀ ਫਾਰਮ ਚੇਂਜ ਹੋਊਗੀ, ਇੱਕ ਦੇ ਵਿੱਚ ਨਹੀਂ ਹੁੰਦੀ। ਤਾਂ ਜਿੱਥੇ ਤੁਹਾਡੇ ਕੋਲੇ ਫਾਰਮ ਚੇਂਜ ਹੋ ਰਹੀ ਹੈ, ਜਿਵੇਂ ਆਪਣੇ ਕੋਲੇ ਇੱਥੇ ਸਿੰਪਲ ਦੇਖੋ, ਮੋਸਟ ਬੈਗਸ ਆਰ ਮੇਡ ਫਰੋਮ ਲੈਦਰ,
ਬੈਗ ਬਣੇ ਕਾਹਦੇ ਲੈਦਰ ਦੇ, ਫਾਰਮ ਤਾਂ ਨਹੀਂ ਚੇਂਜ ਹੋਈ, ਫਾਰਮ ਤਾਂ ਤੁਹਾਡੀ ਸੇਮ ਹੀ ਰਹੀ, ਤਾਂ ਉੱਥੇ ਤੁਸੀਂ ਮੇਡ ਆਫ ਦਾ ਯੂਜ਼ ਕਰਨਾ ਹੁੰਦਾ ਹੈ। ਫਾਰਮ ਦੇ ਵਿੱਚ no change in the form, then you have to use made of। ਬਟ ਜੇ ਤੁਹਾਡੇ ਕੋਲ ਫਾਰਮ ਚੇਂਜ ਹੋ ਰਹੀ ਹੈ, raw material ਜਿਹੜਾ ਤੁਸੀਂ ਯੂਜ਼ ਕੀਤਾ ਸੀ ਉਹ ਬਾਅਦ ਦੇ ਵਿੱਚ ਜਦੋਂ ਕੋਈ ਪ੍ਰੋਡਕਟ ਬਣ ਗਿਆ ਉਹ ਚੇਂਜ ਹੋ ਗਿਆ, ਤਾਂ ਉੱਥੇ ਤੁਹਾਡੇ ਕੋਲ ਮੇਡ ਫਰੋਮ ਹੁੰਦਾ ਹੈ। ਤਾਂ ਫਾਰਮ ਦੇ ਵਿੱਚ ਚੇਂਜ ਹੋ ਜਾਂਦਾ ਹੈ, ਤਾਂ ਉੱਥੇ ਤੁਸੀਂ ਮੇਡ ਫਰੋਮ ਯੂਜ਼ ਕਰਦੇ ਹੋ। ਮੇਡ ਆਫ ਜਿੱਥੇ ਫਾਰਮ ਚੇਂਜ ਨਹੀਂ ਹੋਈ, ਮੇਡ ਫਰੋਮ ਜਿੱਥੇ ਫਾਰਮ ਚੇਂਜ ਹੋ ਗਈ। ਸੋ ਇੱਥੇ ਸੈਂਟੈਂਸ ਚੈੱਕ ਕਰੋ, ਮੋਸਟ ਬੈਗਸ ਆਰ ਮੇਡ ਫਰੋਮ ਲੈਦਰ। ਬੈਗਸ ਦੀ ਗੱਲ ਕੀਤੀ ਜਾ ਰਹੀ ਹੈ ਤੇ ਬੈਗ ਵੀ ਦੇ ਲੈਦਰ ਬੈਗ ਨਹੀਂ, ਤਾਂ ਲੈਦਰ ਬੈਗ ਫੇਰ ਹੀ ਰਿਹਾ ਨਾ, ਉਹ ਜੇ ਲੈਦਰ ਦਾ ਸੀ। ਸੋ ਤੁਸੀਂ ਦੇਖਿਆ ਕਿ ਤੁਹਾਡਾ ਰॉ ਮਟੀਰੀਅਲ ਹੈ ਉਹਦੇ ਤੋਂ ਹੀ ਜਿਹੜਾ ਪ੍ਰੋਡਕਟ ਬਣ ਰਿਹਾ, ਮਤਲਬ ਫਾਰਮ ਵਿੱਚ ਚੇਂਜ ਨਹੀਂ ਹੋਇਆ। ਇਹ ਤਾਂ ਨਹੀਂ ਵੀ ਲੈਦਰ ਦਾ ਬਣਾਇਆ, ਲੈਦਰ ਦਾ ਬੈਗ ਸੀ, ਬਾਅਦ ਚ ਪਤਾ ਲੱਗਿਆ ਕਿ ਉਹ ਆਪਣੇ ਕੋਲ ਪੇਪਰ ਬੈਗ ਬਣ ਗਿਆ। ਉਹ ਤਾਂ ਲੈਦਰ ਦਾ ਬੈਗ ਤਾਂ ਲੈਦਰ ਦਾ ਹੀ ਹੋਏਗਾ, ਉਹਨੂੰ ਲੈਦਰ ਬੈਗ ਹੀ ਕਿਹਾ ਜਾਏਗਾ। ਜੇ ਸਟੀਲ ਬੈਗ ਤਾਂ ਤੁਸੀਂ ਕਹਿ ਨਹੀਂ ਸਕਦੇ, ਗੋਲਡ ਬੈਗ ਤੁਸੀਂ ਕਹਿ ਨਹੀਂ ਸਕਦੇ। ਸੋ ਲੈਦਰ ਬੈਗ ਹੈ, ਇਟ ਮੀਨਸ ਲੈਦਰ ਦਾ ਹੀ ਹੋਏਗਾ। ਮਟੀਰੀਅਲ ਦੇ ਵਿੱਚ ਕੋਈ ਚੇਂਜ ਨਹੀਂ ਆਇਆ, ਤਾਂ ਕੀ ਆਏਗਾ ਤੁਹਾਡੇ ਕੋਲ ਮੇਡ ਆਫ ਦਾ ਯੂਜ਼ ਹੋਏਗਾ, ਫਰੇਜ਼ ਮੇਡ ਫਰੋਮ ਯੂਜ਼ ਨਹੀਂ ਹੋਊਗੀ। ਸੀ ਕੁਐਸਚਨ ਸੀ ਜਿਹੜਾ ਤੁਹਾਡਾ ਐਰਰ ਸੀ, ਸੀ ਤੁਸੀਂ ਮਾਰਕ ਕਰਨਾ ਸੀ। ਆਈ ਹੋਪ ਤੁਹਾਨੂੰ ਕਲੀਅਰ ਹੋਏਗਾ। ਜੇ ਕਿਸੇ ਸਟੂਡੈਂਟ ਨੂੰ ਇਹਨਾਂ ਦੇ ਵਿੱਚ ਦਿੱਕਤ ਆ ਰਹੀ ਹੈ ਤਾਂ ਅਗੇਨ ਤੁਹਾਨੂੰ ਦੱਸ ਦਿੱਤਾ ਜਾਵੇ, ਕਲਾਸਿਸ ਜੁਆਇਨ ਕਰੋ, ਕਲਾਸਿਸ ਤੋਂ ਕੰਸੈਪਟ ਸਮਝੋ, ਉੱਥੇ ਤੁਹਾਨੂੰ ਹਰ ਇੱਕ ਕੰਸੈਪਟ ਨਾਲ ਰਿਲੇਟਡ ਪੰਜ ਚਾਰ ਜਿਹੜੀਆਂ ਹੈਗੀਆਂ ਆਪਾਂ ਐਗਜ਼ਾਮਪਲਸ ਦਿੱਤੀਆਂ ਨੇ, ਕੁਐਸਚਨ ਦਾ ਜਿਹੜਾ ਵੀ ਕੰਸੈਪਟ ਹੁੰਦਾ ਸੀ ਉਹਨੂੰ ਚੰਗੇ ਤਰੀਕੇ ਨਾਲ ਸਮਝਾਇਆ। ਇਸ ਤੋਂ ਬਾਅਦ ਹੀ ਤੁਹਾਡੀ ਜਿਹੜੀ ਪ੍ਰੈਕਟਿਸ ਕਲਾਸ ਤੁਹਾਨੂੰ ਪ੍ਰੋਵਾਈਡ ਕਰਵਾਈ ਗਈ ਹੈ। ਹਾਂਜੀ, ਤਾਂ ਅਗੇਨ 7 ਨੰਬਰ ਕੁਐਸਚਨ ਜਿਹੜਾ ਤੁਸੀਂ ਦੇਖੋਗੇ, ਕੁਐਸਚਨ ਦੇ ਵਿੱਚ ਦੇਖੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਤੇ ਦੇਨ ਜਿਹੜਾ ਤੁਸੀਂ ਐਰਰ ਨੂੰ ਕਰੈਕਟ ਕਰਨਾ ਹੈ, ਫਿਰ ਆਪਾਂ ਜਿਹੜਾ ਆਨਸਰ ਮਾਰਕ ਕਰਾਂਗੇ। ਦੇਖੋ ਜੀ, wine is made of grapes and the older it gets the better it tastes। Wine is made of grapes and the older it gets the better it tastes। ਤਾਂ ਅਗੇਨ ਚਾਰ ਪਾਰਟ ਨੇ, ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਚੱਲ ਰਿਹਾ। ਮੇਡ ਆਫ, ਮੇਡ ਫਰੋਮ ਦਾ ਕੰਸੈਪਟ ਅਗੇਨ ਤੁਹਾਡਾ ਇੱਥੇ ਅਪਲਾਈ ਹੋਏਗਾ। ਦੇਖੋ ਜੀ ਕਿਹੜਾ ਮੇਰੇ ਕੋਲ ਫਰੇਜ਼ ਆਏਗਾ, ਮੇਡ ਆਫ ਜਾਂ ਫਿਰ ਮੇਡ ਫਰੋਮ। ਹੁਣ ਤਾਂ ਤੁਹਾਨੂੰ ਪਿੱਛੇ ਕੁਐਸਚਨ ਦੇ ਵਿੱਚ ਆਪਾਂ ਕੰਸੈਪਟ ਵੀ ਕਰਵਾ ਦਿੱਤਾ ਹੈ, ਇਹਦਾ ਆਂਸਰ ਤੁਹਾਡਾ ਸਾਰਿਆਂ ਦਾ ਆ ਜਾਣਾ ਚਾਹੀਦਾ ਹੈ। ਹਾਂਜੀ, ਤਾਂ ਆਂਸਰ ਕੀ ਆਏਗਾ, ਬੀ ਪੋਰਸ਼ਨ ਦੇ ਵਿੱਚ ਤੁਹਾਡੀ ਐਰਰ ਸੀ, ਬੀ ਨੂੰ ਤੁਸੀਂ ਮਾਰਕ ਕਰੋਗੇ। ਦੇਖੋ ਬਾਈਨ ਦੀ ਗੱਲ ਕੀਤੀ ਜਾ ਰਹੀ ਹੈ, ਅਗੇਨ ਤੁਹਾਨੂੰ ਜਿਵੇਂ ਦੱਸਿਆ ਹੀ ਗਿਆ ਸੀ, ਇੱਕ ਬਾਈਨ ਇੱਕ ਆਪਾਂ ਬੀਅਰ ਕੀਤਾ ਸੀ, ਜਦੋਂ ਆਪਾਂ ਕਲਾਸ ਅਟੈਂਡ ਕੀਤੀ ਸੀ ਉਦੋਂ ਤੁਹਾਨੂੰ ਬੀਅਰ ਦੀ ਗੱਲ ਕੀਤੀ ਗਈ ਸੀ। ਬੀਅਰ ਵੀ ਕੀ ਹੈ, ਇੱਕ ਸ਼ਰਾਬ ਦਾ ਨੇਮ ਹੈ। ਵਾਈਨ ਵੀ ਇੱਕ ਕੀ ਹੈ, ਸ਼ਰਾਬ ਹੈ। ਸੋ ਜਦੋਂ ਇਹਨਾਂ ਦਾ ਨੂੰ ਬਣਾਇਆ ਜਾਂਦਾ ਤਾਂ ਇਹਨਾਂ ਦਾ ਜਿਹੜਾ ਰॉ ਮਟੀਰੀਅਲ ਹੁੰਦਾ, ਫॉर एग्जांपल ਜਿਵੇਂ ਆਪਾਂ ਸ਼ਰਾਬ ਵਗੈਰਾ ਬਣਾਉਣ ਵਾਸਤੇ ਕੋਈ ਮਟੀਰੀਅਲ ਹੈ, ਗ੍ਰੇਪਸ ਤੋਂ ਬਣਾਈ ਗਈ ਕੋਈ ਸ਼ਰਾਬ ਹੈ। ਜਿਵੇਂ ਇੱਥੇ ਵਾਈਨ ਦੀ ਗੱਲ ਕੀਤੀ ਜਾ ਰਹੀ ਹੈ, ਵਾਈਨ ਕਿਤੋਂ ਬਣਦੀ ਹੈ, ਗ੍ਰੇਪਸ ਤੋਂ ਬਣਦੀ ਹੈ। ਹੁਣ ਇਹ ਤਾਂ ਨਹੀਂ ਹੈਗਾ ਅੰਗੂਰਾਂ ਦਾ ਰਸ ਕੱਢਿਆ ਤੇ ਬਸ ਉਹ ਵਾਈਨ ਬਣ ਗਈ, ਨੋ। ਗ੍ਰੇਪਸ ਦਾ ਫਿਰ ਹੁਣ ਉਹ ਤਾਂ ਜੂਸ ਬਣ ਜੂਗਾ ਨਾ, ਤਾਂ ਉਹ ਵਾਈਨ ਤਾਂ ਨਹੀਂ ਬਣੀ। ਤਾਂ ਹੁਣ ਜੂਸ ਦੇ ਵਿੱਚ ਤੇ ਵਾਈਨ ਦੇ ਵਿੱਚ ਤਾਂ ਡਿਫਰੈਂਸ ਹੁੰਦਾ ਹੈ। ਤੇ ਆਪਣੇ ਕੋਲ ਕਹਿ ਲਓ ਨਸ਼ੀਲੀ ਹੁੰਦੀ ਹੈ, ਤੇ ਜਿਹੜਾ ਗ੍ਰੇਪਸ ਦਾ ਜੂਸ ਹੁੰਦਾ ਉਹ ਆਪਣੇ ਕੋਲ ਬੈਨੀਫਿਸ਼ੀਅਲ ਹੁੰਦਾ, ਅਗੇਨ ਆਪਣੀ ਸਿਹਤ ਦੇ ਲਈ ਚੰਗਾ ਹੁੰਦਾ। ਹੁਣ ਇੱਥੇ ਦੇਖੋ ਵਾਈਨ ਦੀ ਗੱਲ ਕੀਤੀ ਜਾ ਰਹੀ ਹੈ, ਤੇ ਵਾਈਨ ਕਿਤੋਂ ਬਣੀ ਹੋਈ ਹੈ, ਗ੍ਰੇਪਸ ਤੋਂ ਬਣੀ ਹੋਈ ਹੈ। ਗ੍ਰੇਪਸ ਕਦੋਂ, ਗ੍ਰੇਪਸ ਤੋਂ ਆਪਣੇ ਕੋਲ ਵਾਈਨ ਕਦੋਂ ਬਣੂਗੀ, ਜਦੋਂ ਗ੍ਰੇਪਸ ਪੂਰੀ ਤਰ੍ਹਾਂ ਗਲ ਸੜ ਜਾਣਗੇ, ਤਾਂ ਦੁਬਾਰਾ ਵਾਈਨ ਤੋਂ ਗ੍ਰੇਪਸ ਦਾ ਜਿਹੜਾ ਨਹੀਂ ਬਣ ਸਕਦੇ। ਤਾਂ ਤੁਸੀਂ ਇੱਥੇ ਮੇਡ ਆਫ ਦਾ ਯੂਜ਼ ਨਹੀਂ ਕਰੋਗੇ, ਫਰੋਮ ਦਾ ਯੂਜ਼ ਕਰੋਗੇ, ਬਿਕੋਜ਼ ਇੱਥੇ ਕੀ ਹੋ ਰਿਹਾ, ਤੁਹਾਡੇ ਕੋਲੇ ਰॉ ਮਟੀਰੀਅਲ ਦੇ ਵਿੱਚ ਚੇਂਜ ਹੋ ਰਿਹਾ। ਸੋ ਬੀ ਕੁਐਸਚਨ ਦੇ ਵਿੱਚ ਤੁਹਾਡੀ ਐਰਰ ਸੀ, ਜਿਹੜਾ ਤੁਸੀਂ ਮਾਰਕ ਕਰਨਾ ਸੀ, ਬੀ ਤੁਹਾਡਾ ਆਨਸਰ ਇੱਥੇ ਤੁਸੀਂ ਕਰਨਾ ਸੀ। ਆਈ ਹੋਪ ਤੁਹਾਨੂੰ ਕਨਸੈਪਟ ਸਮਝ ਆ ਗਿਆ। ਮੇਡ ਆਫ ਤੇ ਮੇਡ ਫਰੋਮ ਦੇ ਵਿੱਚ ਜਿਹੜਾ ਡਿਫਰੈਂਸ ਪਤਾ ਲੱਗ ਗਿਆ ਹੋਵੇਗਾ। ਹਾਂਜੀ, ਤਾਂ ਨੈਕਸਟ ਕੁਐਸਚਨ ਹੈ ਜੀ ਤੁਹਾਡਾ 8 ਨੰਬਰ ਕੁਐਸਚਨ, ਆਈ ਐਮ ਸ਼ੋਰ that he is at least 2 years senior than you। ਹੁਣ ਇਸ ਕੁਐਸਚਨ ਦਾ ਕਨਸੈਪਟ ਆਪਾਂ ਡਿਸਕਸ ਕੀਤਾ ਹੈ ਜਦੋਂ ਤੁਹਾਨੂੰ ਐਡਜੈਕਟਿਵ ਕਰਵਾਇਆ ਗਿਆ ਸੀ। ਐਡਜੈਕਟਿਵ ਦੇ ਵਿੱਚ ਮੈਂ ਤੁਹਾਨੂੰ ਕਰਵਾਇਆ ਗਿਆ ਸੀ ਕਿ ਜੇ ਸੀਨੀਅਰ ਆ ਗਿਆ, ਜੂਨੀਅਰ, ਸੁਪੀਰੀਅਰ, ਇਨਫੀਰੀਅਰ, ਪ੍ਰੈਫਰੇਬਲ, ਇਹਨਾਂ ਦੇ ਨਾਲ ਤੁਹਾਡੇ ਕੋਲ ਇੱਕ ਪ੍ਰੈਪੋਜੀਸ਼ਨ ਯੂਜ਼ ਕੀਤੀ ਜਾਂਦੀ ਹੈ। ਹੁਣ ਕਿਹੜੀ ਪ੍ਰੈਪੋਜੀਸ਼ਨ ਯੂਜ਼ ਕੀਤੀ ਜਾਂਦੀ ਹੈ, ਇਹ ਚੀਜ਼ਾਂ ਜਿਹੜੀ ਤੁਸੀਂ ਚੈੱਕ ਕਰਨੀਆਂ। ਦੇਖੋ ਜੀ, ਕੁਐਸਚਨ ਦਾ ਹਿੰਟ ਤੁਹਾਨੂੰ ਦੇ ਦਿੱਤਾ ਗਿਆ ਹੈ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਤੇ ਐਰਰ ਨੂੰ ਤੁਸੀਂ ਸਹੀ ਕਰਕੇ ਲਿਖਣਾ ਹੈ। ਦੱਸੋ ਜੀ ਕੀ ਐਰਰ ਹੈ। ਹਾਂਜੀ, ਤਾਂ ਆਂਸਰ ਆ ਗਿਆ ਹੋਏਗਾ ਸੀ ਪਾਰਟ ਦੇ ਵਿੱਚ ਤੁਹਾਡੀ ਇੱਥੇ ਐਰਰ ਹੈ। ਤਾਂ ਆਂਸਰ ਕੀ ਹੈ, 8 ਦਾ ਸੀ ਆਏਗਾ। ਕੀ ਐਰਰ ਹੈ, ਤਾਂ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਵਰਡ ਆਪਣੇ ਕੋਲੇ ਸੀਨੀਅਰ ਆ ਗਿਆ, ਸੀਨੀਅਰ ਹੈ, ਜੂਨੀਅਰ ਹੈ, ਸੁਪੀਰੀਅਰ, ਇਨਫੀਰੀਅਰ, ਪ੍ਰੈਫਰੇਬਲ, ਤਾਂ ਇਹਨਾਂ ਦੇ ਨਾਲ ਤੁਸੀਂ ਦੈਨ ਦਾ ਯੂਜ਼ ਨਹੀਂ ਕਰਦੇ। ਇਹਨਾਂ ਦੇ ਨਾਲ ਕੀ ਯੂਜ਼ ਕੀਤਾ ਜਾਂਦਾ, ਟੂ ਦਾ ਯੂਜ਼ ਹੈ ਜਿਹੜਾ ਕੀਤਾ ਜਾਂਦਾ। ਅਗੇਨ ਤੁਹਾਨੂੰ ਪਤਾ ਹੈ ਟੂ ਇੱਕ ਪ੍ਰੈਪੋਜੀਸ਼ਨ ਹੈ। ਸੋ ਦੇਖੋ ਪ੍ਰੈਪੋਜੀਸ਼ਨ ਦੇ ਵਿੱਚ ਅਗੇਨ ਕੰਸੈਪਟ ਰਿਪੀਟ ਹੋ ਗਿਆ। ਸੀਨੀਅਰ ਟੂ ਯੂ ਆਊਗਾ, ਸੀਨੀਅਰ ਦੈਨ ਜਿਹੜਾ use ਨਹੀਂ ਹੋਗਾ। ਤੇ ਸੈਂਟੈਂਸ ਕੀ ਬਣੇਗਾ, ਆਈ ਐਮ श्योर that he is at least 2 years senior to you। ਆਈ ਹੋਪ ਤੁਹਾਨੂੰ ਕੰਸੈਪਟ ਸਮਝ ਆ ਗਿਆ। ਕੰਸੈਪਟ ਆਪਾਂ ਡਿਸਕਸ ਕੀਤਾ ਹੋਇਆ। ਹਾਂਜੀ, ਤਾਂ ਅਗੇਨ 9 ਨੰਬਰ ਕੁਐਸਚਨ ਚੈੱਕ ਕਰੋ। ਟੋਟਲ 20 ਕੁਐਸਚਨ ਨੇ ਜਿਹੜੇ ਤੁਹਾਨੂੰ ਕਲਾਸ ਦੇ ਵਿੱਚ ਪ੍ਰੋਵਾਈਡ ਕਰਵਾਏ ਜਾਣਗੇ। ਟੂ ਚੈੱਕ ਯੂਅਰ ਪ੍ਰੈਪਰੇਸ਼ਨ ਲੈਵਲ, ਕਿ ਤੁਸੀਂ ਕਿਸ ਹੱਦ ਤੱਕ ਹੈ ਜਿਹੜਾ ਪ੍ਰੈਪੋਜੀਸ਼ਨ ਦਾ ਕੰਸੈਪਟ ਪਕੜਿਆ।
ਕਿਸ ਹੱਦ ਤੱਕ ਤੁਹਾਨੂੰ ਪ੍ਰੈਪੋਜੀਸ਼ਨ ਦੇ ਟੌਪਿਕ ਸਮਝ ਆਏ ਹੈ। ਜੇ ਕਿਸੇ ਵੀ ਸਟੂਡੈਂਟ ਨੂੰ ਕੁਐਸਸ਼ਨ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ, ਪ੍ਰੋਬਲਮ ਫੇਸ ਕਰ ਰਿਹਾ ਹੈ, ਤਾਂ ਤੁਸੀਂ ਇਹ ਜਿਹੜਾ ਪਹਿਲਾ ਕਨਸੈਪਟ ਕਲੀਅਰ ਕਰੋ। ਪ੍ਰੈਪੋਜੀਸ਼ਨ ਦੀਆਂ 3 ਕਲਾਸਿਸ ਤੁਹਾਨੂੰ ਕਰਵਾਈਆਂ ਗਈਆਂ, ਜਿਨ੍ਹਾਂ ਦੇ ਵਿੱਚ ਤੁਹਾਨੂੰ A1 ਲੈਵਲ ਦਾ ਕੰਟੈਂਟ ਪ੍ਰੋਵਾਈਡ ਕਰਵਾਇਆ ਗਿਆ। ਪਹਿਲਾਂ ਉਹਨਾਂ ਨੂੰ ਅਟੈਂਡ ਕਰੋ, ਨੋਟ ਬਣਾਓ, ਰਿਵਾਈਜ਼ ਕਰੋ, ਦੈਨ ਤੁਸੀਂ ਇਹ ਜਿਹੜਾ ਉਹਨਾਂ ਦੀ ਕੁਐਸਸ਼ਨ ਪ੍ਰੈਕਟਿਸ ਹੈ ਉਹ ਕਰਨੀ ਹੈ। ਤੇ ਲਾਸਟ ਜਿਹੜੀ ਅੱਜ ਦੀ ਤੁਹਾਡੀ ਕਲਾਸ ਹੈ 4 ਨੰਬਰ ਕਲਾਸ ਹੈ, ਪ੍ਰੈਕਟਿਸ ਕਲਾਸ ਹੈ। ਹਾਂਜੀ, ਇੱਥੇ ਤੁਹਾਨੂੰ ਕਨਸੈਪਟ ਵੈਸੇ ਦੱਸੇ ਜਾ ਰਹੇ ਆ, ਜਿਵੇਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਤੇ ਤੁਹਾਨੂੰ ਕਨਸੈਪਟ ਕਰਵਾਇਆ ਜਾ ਰਿਹਾ, ਰਿਵਾਈਜ਼ ਕਰਵਾਇਆ ਜਾ ਰਿਹਾ। ਬੇਸਿਕਲੀ ਇੱਥੇ ਬਣਦਾ ਨਹੀਂ ਹੈ ਕਿ ਤੁਹਾਨੂੰ ਕਨਸੈਪਟ ਦੱਸਿਆ ਜਾਵੇ, ਇਹ ਤੁਹਾਡੀ ਪ੍ਰੈਕਟਿਸ ਕਲਾਸ ਹੈ, ਸਿਰਫ ਕੁਐਸਸ਼ਨ ਤੇ ਦੈਨ ਆਂਸਰ। ਅੱਗੇ ਤੁਸੀਂ ਆਪ ਸੋਚਣਾ ਹੁੰਦਾ ਕਿ ਕਨਸੈਪਟ ਕੀ ਲੱਗੇਗਾ। ਦੇਖੋ ਜੀ 9 ਨੰਬਰ ਕੁਐਸਚਨ ਕਿਹੜੇ ਪਾਰਟ ਦੇ ਵਿੱਚ ਆ ਰਿਹਾ ਹੈ, ਤੁਸੀਂ ਆਂਸਰ ਕਰ ਲਿਆ ਹੋਣਾ ਹੈ। ਦੇਖੋ, everything was fine between we till Rana decided to dissolve the partnership। ਤਾਂ ਕੁਐਸਚਨ ਚੈੱਕ ਕਰੋ, ਇੱਥੇ ਤੁਹਾਡੇ ਕੋਲ ਐਰਰ ਕਿੱਥੇ ਹੈ। ਤਾਂ ਤੁਹਾਨੂੰ ਜਦੋਂ ਮੈਂ ਕਰਵਾਇਆ ਸੀ ਕਨਸੈਪਟ ਕਿ ਪ੍ਰੈਪੋਜੀਸ਼ਨ ਜੇ ਤੁਹਾਨੂੰ ਕਿਤੇ ਵੀ ਦਿਸ ਜੇ ਕਿਤੇ ਵੀ ਤੁਹਾਨੂੰ ਕੋਈ ਪ੍ਰੈਪੋਜੀਸ਼ਨ ਦਿਸਦੀ ਹੈ ਤਾਂ ਹਮੇਸ਼ਾ ਚੈੱਕ ਕਰੋ ਪ੍ਰੈਪੋਜੀਸ਼ਨ ਤੋਂ ਬਾਅਦ ਯੂਜ਼ ਕੀਤਾ ਗਿਆ ਵਰਡ ਕੀ ਹੈ। ਬਿਕਾਜ਼ ਪ੍ਰੈਪੋਜੀਸ਼ਨ ਤੋਂ ਬਾਅਦ ਜਿਹੜਾ ਵਰਡ ਯੂਜ਼ ਕੀਤਾ ਜਾਊਗਾ ਜ਼ਿਆਦਾ ਹੋ ਜਾਊਗਾ ਤੁਹਾਡੇ ਕੋਲੇ ਜਾਂ ਫਿਰ ਪ੍ਰਨਾਉਨ। ਬਿਕਾਜ਼ ਇਹ ਕੀ ਹੁੰਦਾ, ਤੁਹਾਡੇ ਕੋਲੇ ਆਬਜੈਕਟ ਹੁੰਦਾ ਪ੍ਰੈਪੋਜੀਸ਼ਨ ਦਾ। ਪ੍ਰੈਪੋਜੀਸ਼ਨ ਕੀ ਕਰਦੀ ਹੈ, ਨਾਉਨ ਜਾਂ ਪ੍ਰਨਾਉਨ ਦੇ ਲਈ ਹੀ ਯੂਜ਼ ਕੀਤੀ ਜਾਂਦੀ ਹੈ ਡਿਸਕ੍ਰਾਈਬ ਕਰਨ ਵਾਸਤੇ ਉਹਦੀ ਪੋਜੀਸ਼ਨ ਨੂੰ। ਸੋ ਨਾਉਨ ਪ੍ਰਨਾਉਨ ਤੋਂ ਪਹਿਲਾਂ ਯੂਜ਼ ਕੀਤੇ ਜਾਣ ਵਾਲੇ ਵਰਡ ਤੁਹਾਡੇ ਪ੍ਰੈਪੋਜੀਸ਼ਨ ਹੁੰਦੇ ਆ। ਅਗੇਨ ਤੁਹਾਡੇ ਕੋਲੇ ਕੋਈ ਵਰਡ ਹੋਊਗਾ ਜਿਹੜਾ ਕਿ ਆਬਜੈਕਟ ਹੋਊਗਾ ਪ੍ਰੈਪੋਜੀਸ਼ਨ ਦਾ, ਹੋ ਜਾਂਦਾ ਨਾਉਨ ਕੈਟਾਗਰੀ ਨੂੰ ਜਾਂ ਫਿਰ ਪ੍ਰਨਾਉਨ ਕੈਟਾਗਰੀ ਨੂੰ। ਇੱਥੇ ਜੰਪ ਕਰੋ, ਤੁਹਾਡੇ ਕੋਲ ਯੂਜ਼ ਕੀਤਾ ਵਰਡ ਹੈ ਬਿਟਵੀਨ, ਜੋ ਕਿ ਕੀ ਹੈ, ਇੱਕ ਪ੍ਰੈਪੋਜੀਸ਼ਨ ਹੈ। ਇਟ ਮੀਨਸ ਪ੍ਰੈਪੋਜੀਸ਼ਨ ਤੋਂ ਬਾਅਦ ਤੁਸੀਂ ਚੈੱਕ ਕਰੋਗੇ ਇਹਦਾ ਆਬਜੈਕਟ ਕੀ ਹੈ, ਤਾਂ ਵੀ ਵਰਡ ਯੂਜ਼ ਕੀਤਾ ਜੋ ਕਿ ਕੀ ਹੈ, ਇੱਕ ਪ੍ਰਨਾਉਨ ਹੈ। ਤਾਂ ਤੁਹਾਨੂੰ ਦੱਸਿਆ ਗਿਆ ਸੀ ਕਿ ਜੇ ਤਾਂ ਨਾਉਨ ਆਪਣੇ ਕੋਲ ਪ੍ਰੈਪੋਜੀਸ਼ਨ ਦਾ ਆਬਜੈਕਟ ਹੋ ਫਿਰ ਤਾਂ ਕੋਈ ਆਪਣੇ ਕੋਲੇ ਰੂਲ ਨਹੀਂ ਹੈ, ਤਾਂ ਨਾਉਨ ਪਲੱਸ ਪ੍ਰੈਪੋਜੀਸ਼ਨ ਪਲੱਸ ਨਾਉਨ ਹੋ ਸਕਦਾ। ਜਿਵੇਂ ਆਪਾਂ ਆਫਟਰ ਟਾਈਮ ਵਰਡ ਯੂਜ਼ ਕਰਕੇ ਆਏ ਟਾਈਮ ਨਾਲ ਫਿਰ ਟਾਈਮ ਕੀਤਾ ਸੀ, ਤੇ ਟਾਈਮ ਕੀ ਆਪਣੇ ਕੋਲੇ ਪ੍ਰੈਪੋਜੀਸ਼ਨ ਸੌਰੀ ਟਾਈਮ ਕੀ ਸੀ ਆਪਣੇ ਕੋਲੇ ਨਾਉਨ ਸੀ, ਤੇ ਆਫਟਰ ਕੀ ਸੀ ਇੱਕ ਪ੍ਰੈਪੋਜੀਸ਼ਨ ਸੀ, ਮਤਲਬ ਪ੍ਰੈਪੋਜੀਸ਼ਨ ਤੋਂ ਬਾਅਦ ਤੁਸੀਂ ਨਾਉਨ ਦਾ ਯੂਜ਼ ਕੀਤਾ। ਬਟ ਇੱਥੇ ਤੁਹਾਡੇ ਕੋਲੇ ਜੇ ਪ੍ਰੈਪੋਜੀਸ਼ਨ ਤੋਂ ਬਾਅਦ ਯੂਜ਼ ਕੀਤਾ ਜਾਣ ਵਾਲਾ ਵਰਡ ਪ੍ਰਨਾਉਨ ਹੈ, ਤਾਂ ਫਿਰ ਉਹ ਪ੍ਰਨਾਉਨ ਕੀ ਹੋਣਾ ਚਾਹੀਦਾ ਹੈ, ਆਬਜੈਕਟਿਵ ਟਾਈਪ ਦਾ ਹੋਣਾ ਚਾਹੀਦਾ ਹੈ, ਆਬਜੈਕਟਿਵ ਕੇਸ ਹੋਣਾ ਚਾਹੀਦਾ। ਤਾਂ ਹੁਣ ਦੇਖੋ ਇੱਥੇ ਤੁਸੀਂ ਵੀ ਯੂਜ਼ ਕੀਤਾ ਜੋ ਕਿ ਸਬਜੈਕਟਿਵ ਕੇਸ ਹੈ, ਜੋ ਕਿ ਰੋਂਗ ਹੈ, ਤਾਂ ਤੁਸੀਂ ਸਬਜੈਕਟਿਵ ਕੇਸ ਦੇ ਵਿੱਚ ਯੂਜ਼ ਕਰੋਗੇ ਅਸ ਦਾ ਯੂਜ਼ ਹੋਊਗਾ। ਜਿਵੇਂ ਆਪਣੇ ਕੋਲੇ ਹੀ ਦਾ ਹਿਮ ਹੁੰਦਾ ਹੈ, ਸ਼ੀ ਦਾ ਹਰ ਹੁੰਦਾ ਹੈ, ਵੀ ਦਾ ਅਸ ਹੁੰਦਾ ਹੈ, ਦੇ ਦਾ ਦੈਮ ਹੁੰਦਾ ਹੈ। ਆਈ ਹੋਪ ਤੁਸੀਂ ਇਹ ਚੀਜ਼ ਤੁਹਾਨੂੰ ਪਤਾ ਹੋਣੀ ਹੈ। ਅਗਰ ਪ੍ਰਨਾਉਨ ਦੇ ਵਿੱਚ ਆਪਾਂ ਇਹ ਕਲਾਸ ਹੈ ਜਿਹੜੀ ਅਟੈਂਡ ਕੀਤੀ ਹੈ, ਜਿੱਥੇ ਤੁਹਾਨੂੰ ਹਰ ਇੱਕ ਪ੍ਰਨਾਉਨ ਦਾ ਸਬਜੈਕਟਿਵ ਕੇਸ ਕੀ ਹੁੰਦਾ ਹੈ, ਆਬਜੈਕਟਿਵ ਕੇਸ ਕੀ ਹੁੰਦਾ ਹੈ ਕਰਵਾਇਆ ਗਿਆ। ਪਲੱਸ ਆਪਾਂ ਉਹਨਾਂ ਦੇ ਐਡਜੈਕਟਿਵ ਫਾਰਮ ਦੇ ਵਿੱਚ ਵੀ ਯੂਜ਼ ਕੀਤੇ ਹੋਏ ਆ ਕਿ ਐਡਜੈਕਟਿਵ ਫਾਰਮ ਵਿੱਚ ਯੂਜ਼ ਕੀਤੇ ਜਾਣ ਵਾਲੇ ਪੋਜੈਸਿਵ ਪ੍ਰਨਾਉਨ ਕਿਹੜੇ ਹੁੰਦੇ ਆ, ਤੇ ਆਪਾਂ ਜਿਹੜਾ ਹੈ ਉਹਨਾਂ ਨੂੰ ਪ੍ਰਨਾਉਨ ਫੇਸ ਦੇ ਵਿੱਚ ਪੋਜੈਸਿਵ ਪ੍ਰਨਾਉਨ ਦਾ ਯੂਜ਼ ਕਿਸ ਤਰੀਕੇ ਨਾਲ ਕਰਾਂਗੇ। ਤਾਂ ਇਹ ਚੀਜ਼ ਤੁਹਾਨੂੰ ਪਹਿਲਾਂ ਕਰਵਾਈ ਜਾ ਚੁੱਕੀ ਹੈ, ਇਹ ਸਿਰਫ ਤੁਹਾਡੀ ਪ੍ਰੈਕਟਿਸ ਕਲਾਸ ਹੈ। ਅਗੇਨ ਤੁਹਾਨੂੰ ਦੱਸ ਦਿੱਤਾ ਜਾਵੇ ਤਾਂ ਇੱਥੇ ਤੁਹਾਡੇ ਕੋਲ ਆਨਸਰ ਹੋਏਗਾ ਬੀ ਨੂੰ ਤੁਸੀਂ ਆਨਸਰ ਨਾ ਕਰਨਾ ਸੀ। ਤਾਂ ਆਨਸਰ ਕੀ ਆਏਗਾ, everything was fine between us till Rana decided to dissolve the partnership। I hope clear ਹੋਗਾ। ਹਾਂਜੀ, ਅੱਗੇ ਦੇਖੋ 10 ਨੰਬਰ ਕੁਐਸਚਨ ਅਗੇਨ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਆ ਰਿਹਾ ਹੈ, ਦੇਨ ਆਪਾਂ ਇਹਨੂੰ ਕਰੈਕਟ ਕਰਦੇ ਹਾਂ। ਦੇਖੋ ਜੀ, people will not abide with the leaders decision। ਤਾਂ ਇਹ ਸੀ ਜਿਹੜਾ ਤੁਹਾਨੂੰ ਲਾਸਟ ਕਲਾਸ ਜਦੋਂ ਕਰਵਾਈ ਗਈ ਸੀ, ਉੱਥੇ ਮੈਂ ਤੁਹਾਨੂੰ ਇੱਕ ਦੱਸਿਆ ਸੀ ਕੁਐਸਚਨ ਕਿ ਆਪਣੇ ਕੋਲ ਇੱਕ ਫਿਕਸ ਪ੍ਰੈਪੋਜੀਸ਼ਨ ਦਾ ਪੋਰਸ਼ਨ ਵੀ ਹੁੰਦਾ ਹੈ, ਜਿੱਥੇ ਆਪਾਂ ਕੀ ਡਿਸਕਸ ਕਰਨਾ ਹੁੰਦਾ ਹੈ, ਕੋਈ ਵਰਡ ਉਸ ਤੋਂ ਬਾਅਦ ਯੂਜ਼ ਕੀਤੀ ਜਾਂਦੀ ਹੈ ਪ੍ਰੈਪੋਜੀਸ਼ਨ ਜੋ ਕਿ ਫਿਕਸ ਹੁੰਦੀ ਹੈ। ਉੱਥੇ ਤੁਹਾਨੂੰ ਇੱਕ ਵਰਡ ਮੈਂ ਕਰਵਾ ਕੇ 2 ਵਰਡ ਹੀ ਕਰਵਾਏ ਸੀ, ਇੱਕ ਤਾਂ ਮੈਂ ਅਵਾਇਡ ਨਾਲ ਕਰਵਾਈ ਸੀ ਪ੍ਰੈਪੋਜੀਸ਼ਨ, ਦੂਸਰਾ ਮੈਂ ਤੁਹਾਨੂੰ ਸਮਾਈਲ ਦੇ ਨਾਲ ਦੱਸੀ ਸੀ। ਬਾਕੀ ਮੈਂ ਤੁਹਾਨੂੰ ਕਿਹਾ ਸੀ ਕਿ ਜਦੋਂ ਆਪਾਂ ਡਿਸਕਸ ਕਰਾਂਗੇ ਇਹਨਾਂ ਨੂੰ ਤਾਂ ਉੱਥੇ ਤੁਹਾਡੇ ਕੋਲ ਕੀ ਆ ਜਾਣਗੇ, ਵੋਕੈਬ ਕੁਐਸਚਨ ਆ ਜਾਣਗੇ। ਜਿੱਥੇ ਤੁਹਾਡੀ ਵੋਕੈਬ ਦੀ ਕਲਾਸਿਸ ਹੁਣ ਸਟਾਰਟ ਹੋਈ ਗਈਆਂ 21 ਕਲਾਸ ਤੋਂ, ਤੁਸੀਂ ਜਿਹੜੇ ਦੇਖ ਸਕਦੇ ਹੋ ਤੁਹਾਨੂੰ 4-4 5-5 ਵਰਡ ਹੈ ਜਿਹੜੇ ਕਰਵਾਏ ਜਾ ਰਹੇ ਆ, ਜਿਨ੍ਹਾਂ ਦੇ ਨਾਲ ਫਿਕਸ ਪ੍ਰੈਪੋਜੀਸ਼ਨ ਹੁੰਦੀ ਹੈ। ਤਾਂ ਤੁਸੀਂ ਕਲਾਸਿਸ ਨੂੰ ਅਟੈਂਡ ਕਰ ਲੈਣਾ, ਉੱਥੇ ਤੁਹਾਡਾ ਫਿਕਸ ਪ੍ਰੈਪੋਜੀਸ਼ਨ ਦਾ ਟੌਪਿਕ ਹੈ ਜਿਹੜਾ ਉਹ ਕੰਪਲੀਟ ਹੋ ਜਾਏਗਾ। ਤਾਂ ਦੇਖੋ ਜੀ 10 ਨੰਬਰ ਕੁਐਸਚਨ ਦੇ ਵਿੱਚ ਐਰਰ ਕਿੱਥੇ ਹੈ। ਇਹ ਕੁਐਸਚਨ ਹੈ ਜਿਹੜਾ ਇਹ ਕੁਐਸਚਨ ਤੁਹਾਡਾ ਹੋ ਚੁੱਕਿਆ ਹੈ, ਪ੍ਰੈਪੋਜੀਸ਼ਨ ਦੀ ਕਲਾਸ ਦੇ ਵਿੱਚ ਆਪਾਂ ਕਰਵਾ ਚੁੱਕੇ ਹਾਂ, ਤੁਹਾਨੂੰ ਲਾਸਟ ਕਲਾਸ ਦੇ ਵਿੱਚ ਹੀ ਦੱਸਿਆ ਗਿਆ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਆਨਸਰ ਹੋਏਗਾ ਬੀ। ਤਾਂ ਬੀ ਦੇ ਵਿੱਚ ਐਰਰ ਕੀ ਐਰਰ ਹੈ, ਤਾਂ ਤੁਹਾਨੂੰ ਦੱਸਿਆ ਸੀ ਕਿ ਅਵਾਇਡ ਦੇ ਨਾਲ ਯੂਜ਼ ਕੀਤੀ ਜਾਣ ਵਾਲੀ ਇੱਕ ਫਿਕਸ ਪ੍ਰੈਪੋਜੀਸ਼ਨ ਹੈ, ਉਹ ਹੈ ਜੀ ਬਾਈ। ਅਵਾਇਡ ਦੇ ਨਾਲ ਯੂਜ਼ ਕੀਤਾ ਜਾਂਦਾ ਬਾਈ ਦਾ, ਤਾਂ ਇਹਦਾ ਮੀਨਿੰਗ ਹੁੰਦਾ ਹੈ ਕਿਸੇ ਚੀਜ਼ ਦੀ ਪਾਲਣਾ ਕਰਨਾ, ਕੋਈ ਰੂਲ ਨੂੰ ਫੋਲੋ ਕਰਨਾ। ਸੋ ਪੀਪਲ ਵਿਲ ਨਾਟ ਅਵਾਇਡ ਵਿਦ ਦਾ ਲੀਡਰਸ ਡਿਸੀਜਨ। ਮੈਂ ਇੱਥੇ ਗੱਲ ਕੀ ਕੀਤੀ ਜਾ ਰਹੀ ਹੈ, ਕਿਸੇ ਚੀਜ਼ ਦੀ ਪਾਲਣਾ ਕਰਦੇ, ਕਾਹਦੀ ਪਾਲਣਾ ਕਰਨੀ ਹੈ, ਡਿਸੀਜਨ ਦੀ। ਕਿਹਦੇ ਡਿਸੀਜਨ ਦੀ, ਲੀਡਰ ਦੇ ਡਿਸੀਜਨ ਦੀ। ਇਟ ਮੀਨਸ ਅਵਾਇਡ ਵਿਦ ਨਹੀਂ ਹੋਊਗਾ, ਅਵਾਇਡ ਬਾय ਹੋਊਗਾ। ਬੀ ਪੋਰਸ਼ਨ ਦੇ ਵਿੱਚ ਐਰਰ ਸੀ। ਸੈਕਿੰਡ ਚੀਜ਼ ਤੁਸੀਂ ਧਿਆਨ ਚ ਰੱਖ ਹੀ ਲੈਣੀ ਕਿ ਅਵਾਇਡ ਦੇ ਨਾਲ ਬਾय ਪ੍ਰੈਪੋਜੀਸ਼ਨ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਕਿਸੇ ਚੀਜ਼ ਦੀ ਪਾਲਣਾ ਕਰਨਾ। ਸੋ ਇਹ ਫਿਕਸ ਪ੍ਰੈਪੋਜੀਸ਼ਨ ਦਾ ਟੌਪਿਕ ਸੀ। ਹਾਂਜੀ, ਆਈ ਹੋਪ 10 ਨੰਬਰ ਕੁਐਸਚਨ ਕਲੀਅਰ ਹੋਏਗਾ। ਅੱਗੇ ਤੁਹਾਡੇ ਕੋਲ 11 ਨੰਬਰ ਕੁਐਸਚਨ ਅਗੇਨ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਪਲੱਸ ਉਸ ਐਰਰ ਨੂੰ ਕੀ ਕਰਨਾ, ਤੁਸੀਂ ਕਰੈਕਟ ਕਰਨਾ। ABCD 4 ਪਾਰਟ ਨੇ ਤੁਹਾਡੇ ਕੋਲ। ਦੇਖੋ ਜੀ, on being called all of us entered into the room। B part ਹੈ no error। ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਪਲੱਸ ਉਸ ਐਰਰ ਨੂੰ, ਜਿਹੜਾ ਪਾਰਟਿਕੂਲਰ ਐਰਰ ਨੂੰ ਤੁਸੀਂ ਕਰੈਕਟ ਕਰਨਾ ਹੈ। ਦੇਖੋ
हाँ जी, तो ਤੁਹਾਨੂੰ ਆਨਸਰ ਮਿਲ ਗਿਆ ਹੋਏਗਾ ਤਾਂ ਆਨਸਰ ਕੀ ਆਏਗਾ ਤੁਹਾਡੇ ਕੋਲੇ ਸੀ ਪੋਰਸ਼ਨ ਦੇ ਵਿੱਚ ਤੁਹਾਡੀ ਐਰਰ ਹੈ ਸੀ ਹੈ ਜਿਹੜਾ ਤੁਸੀਂ ਮਾਰਕ ਕਰਨਾ ਸੀ ਕੀ ਐਰਰ ਹੈ ਤਾਂ ਤੁਹਾਨੂੰ ਕੁਝ ਕੁ ਵਰਡ ਕਰਵਾਇਆ ਸੀ ਮੈਂ ਫਰੇਜ਼ ਕਰਵਾਇਆ ਸੀ ਜਿੱਥੇ ਮੈਂ ਤੁਹਾਨੂੰ ਦੱਸਿਆ ਸੀ ਕਿ ਅਵੇਟ ਵਰਡ ਹੈ ਜਿਹੜਾ ਅਵੇਟ ਦੇ ਨਾਲ ਫॉर ਦਾ ਯੂਜ਼ ਨਹੀਂ ਹੁੰਦਾ ਡਿਮਾਂਡ ਦੇ ਨਾਲ ਫॉर ਯੂਜ਼ ਨਹੀਂ ਹੁੰਦਾ ਇਨਵੈਸਟੀਗੇਟ ਦੇ ਨਾਲ ਇਨਟੂ ਯੂਜ਼ ਨਹੀਂ ਹੁੰਦਾ ਅਗੇਨ ਤੁਹਾਡੇ ਕੋਲੇ ਵਰਡ ਹੈ ਐਂਟਰ ਐਂਟਰ ਦਾ ਮਤਲਬ ਕੀ ਹੁੰਦਾ ਕਿਸੇ ਚੀਜ਼ ਦੇ ਅੰਦਰ ਦਾਖਲ ਹੋਣਾ ਇਹ ਆਪਣੇ ਆਪ ਵਿੱਚ ਹੀ ਅੰਦਰ ਦਾਖਲ ਹੋਣ ਨੂੰ ਦਰਸਾਉਂਦੀ ਹੈ ਤਾਂ ਇਹਦੇ ਨਾਲ ਕਦੇ ਵੀ ਇਨਟੂ ਪ੍ਰੈਪੋਜੀਸ਼ਨ ਦਾ ਯੂਜ਼ ਨਹੀਂ ਹੋਏਗਾ ਐਂਟਰ ਇਨਟੂ ਨਹੀਂ ਹੁੰਦਾ ਐਂਟਰ ਹੀ ਵਰਡ ਤੁਸੀਂ ਯੂਜ਼ ਕਰਨਾ ਹੁੰਦਾ ਹੈ ਤਾਂ ਇੱਥੇ ਤੁਹਾਡੇ ਕੋਲੇ ਅਗੇਨ ਰਿਡੰਡੈਂਟ ਵਰਡ ਯੂਜ਼ ਕੀਤਾ ਗਿਆ ਇਨਟੂ ਦਾ ਐਂਟਰਡ ਵਰਡ ਹੋਏਗਾ ਇਨਟੂ ਯੂਜ਼ ਨਹੀਂ ਹੋਏਗਾ ਸੀ ਪੋਰਸ਼ਨ ਦੇ ਵਿੱਚ ਐਰਰ ਸੀ ਆਨਸਰ ਕੀ ਹੋਏਗਾ ਔਨ ਬੀਇੰਗ ਕਾਲਡ ਆਲ ਆਫ ਅਸ ਐਂਟਰ ਦਾ ਰੂਮ ਔਨ ਬੀਇੰਗ ਕਾਲਡ ਆਲ ਆਫ ਅਸ ਐਂਟਰ ਦਾ ਰੂਮ ਇਹ ਸੀ ਜੀ ਤੁਹਾਡਾ ਆਨਸਰ नेक्स्ट है 12 नंबर का क्वेश्चन अगेन चेक करो केड़ी पार्ट दे विच एरर है प्लस ऑफ पर्टिकुलर एरर ਨੂੰ ਤੁਸੀਂ ਕਰੈਕਟ करना है देखो जी क्वेश्चन है the earth's atmosphere comprises of numerous gases हाँ जी ਤਾਂ ਆਨਸਰ ਆ ਗਿਆ ਹੋਏਗਾ ਤਾਂ ਤੁਹਾਨੂੰ ਅਗੇਨ ਉਹੀ ਸੇਮ ਚੀਜ਼ ਤੁਹਾਨੂੰ ਫਰੇਜ਼ਸ ਕਰਵਾਉਣੀਆਂ ਜਿਵੇਂ ਆਪਾਂ ਵੇਟ ਫॉर ਕੀਤੀ ਹੈ ਚੌਥੀ ਤੁਹਾਨੂੰ ਇੱਕ ਡਿਸਪਾਈਟ ਕਰਵਾਈ ਗਈ ਸੀ ਡਿਸਪਾਈਟ ਦੇ ਨਾਲ ਤੁਹਾਡੇ ਕੋਲੇ of ਯੂਜ਼ ਕੀਤਾ ਜਾਂਦਾ ਹੈ ਜੋ ਕਿ ਰੋਂਗ ਹੁੰਦਾ ਹੈ ਵੇਟ ਦੇ ਨਾਲ for ਦਾ ਯੂਜ਼ ਨਹੀਂ ਹੁੰਦਾ ਕੰਪਰਾਈਜ਼ ਕੰਪਰਾਈਜ਼ ਦੇ ਨਾਲ ਤੁਹਾਡੇ ਕੋਲੇ of ਦਾ ਯੂਜ਼ ਨਹੀਂ ਹੁੰਦਾ ਬੇਸਿਕਲੀ ਦੇਖਿਆ ਜਾਵੇ ਤਾਂ ਕੰਪਰਾਈਜ਼ ਦੇ ਨਾਲ of ਨਹੀਂ ਹੁੰਦਾ ਇਹਦਾ ਸੇਮ ਮੀਨਿੰਗ ਤੁਹਾਡੇ ਕੋਲੇ ਕੰਸਿਸਟ ਹੁੰਦਾ ਹੈ ਕਿਸੇ ਚੀਜ਼ ਦੇ ਅੰਦਰ ਸ਼ਾਮਲ ਹੋਣਾ ਕਿਸੇ ਚੀਜ਼ ਦੇ ਅੰਦਰ ਸ਼ਾਮਲ ਹੋਣਾ ਕੰਸਿਸਟ ਕੰਸਿਸਟ ਦੇ ਨਾਲ of ਲੱਗ ਸਕਦਾ ਹੈ ਕੰਸਿਸਟ ਆਫ ਹੁੰਦਾ ਹੈ ਬਟ ਕੰਪਰਾਈਜ਼ ਦੇ ਨਾਲ ਆਫ ਨਹੀਂ ਹੁੰਦਾ ਡਿਸਪਾਈਟ ਆਫ ਨਹੀਂ ਹੁੰਦਾ ਬਟ ਇਨ ਸਪਾਈਟ ਆਫ ਹੈ ਤੁਹਾਡੇ ਕੋਲੇ ਸਹੀ ਹੁੰਦਾ ਹੈ ਇਨ ਸਪਾਈਟ ਦੇ ਨਾਲ ਤੁਸੀਂ ਆਫ ਦਾ ਯੂਜ਼ ਕਰਦੇ ਹੋ ਅਵੇਟ ਫॉर ਨਹੀਂ ਹੁੰਦਾ ਬਟ ਵੇਟ ਫॉर ਤੁਸੀਂ ਯੂਜ਼ ਕਰ ਸਕਦੇ ਵੇਟ ਦੇ ਨਾਲ ਫॉर ਦਾ ਯੂਜ਼ ਕੀਤਾ ਜਾ ਸਕਦਾ ਹੈ ਇਹ ਚੀਜ਼ ਸੀ ਜਿਹੜੀ ਆਪਾਂ ਡਿਸਕਸ ਕੀਤੀ ਹੈ ਪਿਛਲੇ ਕਲਾਸ ਦੇ ਜਿਨ੍ਹਾਂ ਨੇ ਨਹੀਂ ਅਟੈਂਡ ਕੀਤੀ ਤਾਂ ਉਹ ਕਲਾਸ ਅਟੈਂਡ ਕਰ ਸਕਦੇ ਉੱਥੋਂ ਜਿਹੜੇ ਫਰੇਜ਼ਸ ਨੋਟ ਕਰ ਸਕਦੇ ਬਿਕਾਜ਼ ਮੋਸਟ ਰਿਪੀਟਡ ਫਰੇਜ਼ਸ ਜਿਹੜੇ ਤੁਹਾਨੂੰ ਕਰਵਾਏ ਗਏ ਸੀ ਦੇਖੋ ਜੀ ਹੁਣ ਇੱਥੇ ਤੁਹਾਡੇ ਕੋਲੇ ਵਰਡ ਆ ਗਿਆ ਕੰਪਰਾਈਜ਼ਰ ਜੋ ਕਿ ਇੱਕ ਆਪਣੇ ਕੋਲੇ verb ਆ ਗਈ ਹੁਣ ਕੰਪਰਾਈਜ਼ਰ ਦੇ ਨਾਲ ਕਦੇ ਵੀ ਆਫ ਦਾ ਯੂਜ਼ ਨਹੀਂ ਹੋਏਗਾ ਐਰਰ ਤੁਹਾਡੀ ਕੀ ਪਾਰਟ ਦੇ ਵਿੱਚ ਸੀ ਤਾਂ ਕੀ ਹੈ ਜਿਹੜਾ ਤੁਸੀਂ ਆਨਸਰ ਮਾਰਕ ਕਰਨਾ ਸੀ ਤਾਂ ਇਹੋ ਜਿਹੇ ਕੁਐਸਚਨ ਸਿਰਫ ਉਹੀ ਸਟੂਡੈਂਟ ਕਰ ਸਕਦੇ ਜਿਨ੍ਹਾਂ ਨੂੰ ਇਹ ਫਰੇਜ਼ਸ ਯਾਦ ਨੇ ਜਿਨ੍ਹਾਂ ਦੇ ਨਾਲ ਜਿਹੜਾ ਯੂਜ਼ ਕੀਤਾ ਜਾਣ ਵਾਲਾ ਪ੍ਰੈਪੋਜੀਸ਼ਨ ਹੁੰਦਾ ਰਿਡੰਡੈਂਟ ਹੁੰਦਾ ਕੰਪਰਾਈਜ਼ ਨਾਲ ਆਫ ਨਹੀਂ ਹੁੰਦਾ ਡਿਸਪਾਈਟ ਨਾਲ ਆਫ ਨਹੀਂ ਹੁੰਦਾ ਅਵੇਟ ਫॉर ਨਹੀਂ ਹੁੰਦਾ ਡਿਮਾਂਡ ਫॉर ਨਹੀਂ ਹੁੰਦਾ ਤਾਂ ਫਿਰ ਜੇ ਤੁਹਾਨੂੰ ਇਹ ਯਾਦ ਹੋਣਗੇ ਫਿਰ ਹੀ ਤੁਸੀਂ ਇਹਦਾ ਆਨਸਰ ਕਰ ਪਾਓਗੇ ਅਦਰਵਾਈਜ਼ ਤੁਹਾਨੂੰ ਇਹਦਾ ਆਨਸਰ ਹੈ ਜਿਹੜਾ ਉਹ ਨਹੀਂ ਹੋਏਗਾ ਅੱਗੇ ਤੁਹਾਡੇ ਕੋਲੇ 30 ਨੰਬਰ ਕੁਐਸਚਨ ਅਗੇਨ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਪਲੱਸ ਉਸ ਪਾਰਟਿਕੂਲਰ ਐਰਰ ਨੂੰ ਤੁਸੀਂ ਕਰੈਕਟ ਕਰਨਾ ਦੈਨ ਆਪਾਂ ਇਹਦਾ ਆਨਸਰ ਤੁਹਾਨੂੰ ਦੱਸਾਂਗੇ ਦੇਖੋ ਜੀ क्वेश्चन है between you and I think I have been shortlisted for the next level of auditions डी क्वेश्चन अपने को नो एरर चेक करो केड़े पार्ट दे विच एरर है प्लस पर्टिकुलर एरर ਨੂੰ करेक्ट करना है देखो हाँ जी ਹੁਣ ਤੁਹਾਡੇ ਕੋਲੇ ਪ੍ਰੈਪੋਜੀਸ਼ਨ ਯੂਜ਼ ਕੀਤੀ ਹੈ ਫਰਸਟ ਪਾਰਟ ਦੇ ਵਿੱਚ ਤੁਹਾਡੀ ਐਰਰ ਹੈ ਪਹਿਲਾਂ ਤੁਹਾਨੂੰ ਦੱਸ ਹੀ ਦਿੱਤਾ ਜਾਵੇ ਇਹ ਆਨਸਰ ਤੁਹਾਡੇ ਕੋਲੇ ਹੋਏਗਾ ਇਹ ਕੁਐਸਚਨ ਦੇ ਵਿੱਚ ਐਰਰ ਹੈ ਹੁਣ ਐਰਰ ਜਿਨ੍ਹਾਂ ਸਟੂਡੈਂਟ ਨੂੰ ਪਤਾ ਲੱਗ ਗਈ ਵੈਲ ਐਂਡ ਗੁੱਡ ਤੁਸੀਂ ਵਧੀਆ ਗਾ ਰਹੇ ਹੋ ਤੇ ਵਧੀਆ ਤਰੀਕੇ ਨਾਲ ਤੁਹਾਡੀ ਤਿਆਰੀ ਚੱਲ ਰਹੀ ਹੈ ਕਨਸੈਪਟ ਚੰਗੇ ਤਰੀਕੇ ਨਾਲ ਤੁਸੀਂ ਪੜ੍ਹੇ ਹੈ ਬਾਕੀ ਜਿਨ੍ਹਾਂ ਨੂੰ ਦਿੱਕਤ ਆ ਰਹੀ ਹੈ ਬਹੁਤ ਹੀ ਈਜ਼ੀ ਕਨਸੈਪਟ ਨੇ ਤੁਸੀਂ ਸਿਰਫ ਕਲਾਸਾਂ ਨੂੰ ਅਟੈਂਡ ਕਰਨਾ ਹੈ ਨੋਟਸ ਬਣਾਉਣੇ ਹੈ ਨੋਟਸ ਨੂੰ ਰਿਵਾਈਜ਼ ਕਰਨਾ ਹੈ ਦੈਨ ਤੁਸੀਂ ਪ੍ਰੈਕਟਿਸ ਕਲਾਸ ਹੈ ਜਿਹੜੀ ਉਹ ਅਟੈਂਡ ਕਰਨੀ ਹੈ ਪ੍ਰੈਕਟਿਸ ਕਰਨੀ ਹੈ ਮੋਸਟਲੀ ਜਿੰਨੇ ਵੀ ਗ੍ਰਾਮਰ ਦੇ ਪੋਰਸ਼ਨ ਦੇ ਵਿੱਚ ਤੁਹਾਨੂੰ ਰੂਲ ਕਰਵਾਏ ਜਾਣਗੇ ਜਿੰਨੀ ਤੁਸੀਂ ਵੱਧ ਪ੍ਰੈਕਟਿਸ ਕਰੋਗੇ ਤੁਹਾਨੂੰ ਉਨੇ ਹੀ ਰੂਲ ਆ ਉਹ ਵਧੀਆ ਤਰੀਕੇ ਨਾਲ ਸਮਝ ਆਉਣਗੇ ਅਪਲਾਈ ਕਰਨ ਨਾਲ ਹੀ ਰੂਲਸ ਦਾ ਜਿਹੜਾ ਹੈਗਾ ਆਪਣੇ ਕੋਲ ਕੋਈ ਵੈਲਿਊ ਹੁੰਦੀ ਹੈ ਰੂਲਸ ਨੂੰ ਅਪਲਾਈ ਕਰਕੇ ਦੇਖਿਆ ਕਰੋ ਫਿਰ ਤੁਹਾਨੂੰ ਯਾਦ ਹੋਣਗੇ ਦੇਖੋ ਜੀ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਬਿਟਵੀਨ ਕੀ ਇੱਕ ਪ੍ਰੈਪੋਜੀਸ਼ਨ ਹੈ ਬਿਟਵੀਨ ਕੀ ਹੈ ਇੱਥੇ ਇੱਕ ਪ੍ਰੈਪੋਜੀਸ਼ਨ ਹੈ ਤੇ ਪ੍ਰੈਪੋਜੀਸ਼ਨ ਤੋਂ ਬਾਅਦ ਯੂਜ਼ ਕੀਤੇ ਜਾਣ ਵਾਲੇ ਜਿਹੜੇ ਵਰਡ ਹੁੰਦੇ ਆ ਉਹ ਹੁੰਦੇ ਉਹਦੇ ਆਬਜੈਕਟ ਹੁੰਦੇ ਆ ਪ੍ਰੈਪੋਜੀਸ਼ਨ ਦਾ ਆਬਜੈਕਟ ਹਮੇਸ਼ਾ ਹੀ ਤੁਹਾਡੇ ਕੋਲ ਜਾਂ ਤਾਂ ਨਾਉਨ ਹੋਏਗਾ ਜਾਂ ਫਿਰ ਪ੍ਰਨਾਉਨ ਹੋਏਗਾ ਜੇ ਤਾਂ ਨਾਉਨ ਹੈ ਫਿਰ ਤਾਂ ਆਪਾਂ ਨੂੰ ਕੋਈ ਦਿੱਕਤ ਹੀ ਨਹੀਂ ਨਾਉਨ ਦਾ ਨਾਉਨ ਸਹੀ ਹੋਏਗਾ ਬਟ ਜੇ ਪ੍ਰਨਾਉਨ ਯੂਜ਼ ਕੀਤਾ ਜਾ ਰਿਹਾ ਪ੍ਰੈਪੋਜੀਸ਼ਨ ਦੇ ਆਬਜੈਕਟ ਦੀ ਫਾਰਮ ਦੇ ਵਿੱਚ ਤਾਂ ਪ੍ਰਨਾਉਨ ਕੀ ਹੁੰਦਾ ਤੁਹਾਡੇ ਕੋਲੇ ਪੋਜੈਸਿਵ ਸੌਰੀ ਪ੍ਰਨਾਉਨ ਕੀ ਹੁੰਦਾ ਆਪਣੇ ਕੋਲੇ ਆਬਜੈਕਟਿਵ ਕੇਸ ਦਾ ਹੁੰਦਾ ਕੀ ਹੁੰਦਾ ਜੀ ਆਬਜੈਕਟਿਵ ਕੇਸ ਦਾ ਹੁੰਦਾ ਤਾਂ ਦੇਖੋ ਹੁਣ ਇੱਥੇ ਤੁਹਾਡੇ ਕੋਲੇ ਬਿਟਵੀਨ ਪ੍ਰੈਪੋਜੀਸ਼ਨ ਆ ਗਈ ਬਿਟਵੀਨ ਤੋਂ ਬਾਅਦ ਤੁਸੀਂ ਯੂ ਯੂਜ਼ ਕੀਤਾ ਯੂ ਦਾ ਯੂਜ਼ ਸਬਜੈਕਟਿਵ ਫਾਰਮ ਦੇ ਵਿੱਚ ਵੀ ਹੁੰਦਾ ਹੈ ਤੇ ਆਬਜੈਕਟਿਵ ਫਾਰਮ ਦੇ ਵਿੱਚ ਵੀ ਤੁਸੀਂ ਯੂ ਹੀ ਯੂਜ਼ ਕਰਦੇ ਹੋ ਸਬਜੈਕਟ ਵੀ ਤੁਹਾਡੇ ਕੋਲੇ ਯੂ ਹੀ ਹੁੰਦਾ ਹੈ ਤੇ ਆਬਜੈਕਟਿਵ ਫਾਰਮ ਦੇ ਵਿੱਚ ਵੀ ਯੂ ਦਾ ਯੂਜ਼ ਕੀ ਆਪਣੇ ਕੋਲੇ ਕੀਤਾ ਜਾਂਦਾ ਹੈ ਸੋ ਆਪਣੇ ਕੋਲੇ ਸਬਜੈਕਟ ਫਾਰਮ ਵੀ ਯੂ ਹੈ ਤੇ ਆਬਜੈਕਟ ਫਾਰਮ ਵੀ ਯੂ ਹੈ ਬਟ ਅੱਗੇ ਤੁਸੀਂ ਯੂਜ਼ ਕੀਤਾ ਵਰਡ ਐਂਡ ਮਤਲਬ ਕੰਜੰਕਸ਼ਨ ਆ ਗਿਆ ਉਸ ਤੋਂ ਬਾਅਦ ਤੁਸੀਂ ਯੂਜ਼ ਕੀਤਾ ਆਈ ਦਾ ਇਟ ਮੀਨਸ ਤੁਹਾਡੇ ਕੋਲੇ ਬਿਟਵੀਨ ਦਾ
ਜਿਹੜਾ ਆਬਜੈਕਟ ਉਹ ਸਿਰਫ ਯੂ ਨਹੀਂ ਹੈਗਾ, ਨਾਲ ਉਹਦੇ ਆਈ ਵੀ ਜਿਹੜਾ ਹੈਗਾ ਤੁਹਾਡੇ ਕੋਲੇ ਆਬਜੈਕਟ ਦਾ ਕੰਮ ਕਰ ਰਿਹਾ। ਬਿਟਵੀਨ ਯੂ ਐਂਡ ਆਈ, ਇਹ ਪੂਰੇ ਦਾ ਪੂਰਾ ਆਬਜੈਕਟ ਆ ਗਿਆ ਕਿਹਦਾ, ਪ੍ਰੈਪੋਜੀਸ਼ਨ ਦਾ। ਤਾਂ ਹੁਣ ਸਾਰੇ ਦਾ ਸਾਰਾ ਆਬਜੈਕਟ ਕੀ ਹੋਣਾ ਚਾਹੀਦਾ ਸੀ ਤੁਹਾਡੇ ਕੋਲ, ਦੋਨੋਂ ਪ੍ਰਨਾਉਨ ਨੇ, ਯੂ ਵੀ ਪ੍ਰਨਾਉਨ ਹੈ, ਆਈ ਵੀ ਪ੍ਰਨਾਉਨ ਹੈ, ਦੋਨੋਂ ਕੀ ਹੋਣੇ ਚਾਹੀਦੇ ਸੀ ਆਬਜੈਕਟਿਵ ਕੇਸ ਦੇ। ਤਾਂ ਹੁਣ ਯੂ ਦਾ ਤਾਂ ਆਪਾਂ ਨੂੰ ਪਤਾ ਯੂ ਦੀ ਆਬਜੈਕਟਿਵ ਫਾਰਮ ਹੁੰਦੀ ਹੈ, ਆਈ ਦੀ ਆਬਜੈਕਟਿਵ ਫਾਰਮ ਕੀ ਹੁੰਦੀ ਹੈ, ਹਾਂਜੀ ਆਈ ਦੀ ਆਬਜੈਕਟਿਵ ਫਾਰਮ ਮੀ, ਆਈ ਦੀ ਆਬਜੈਕਟਿਵ ਫਾਰਮ ਮੀ ਹੁੰਦੀ ਹੈ। ਸੋ ਤੁਸੀਂ ਦੇਖਣਾ ਸੀ ਆਈ ਨਹੀਂ ਆਊਗਾ, ਇੱਥੇ ਕੀ ਆਊਗਾ, ਮੀ ਦਾ ਯੂਜ਼ ਕੀਤਾ ਜਾਊਗਾ। Between you and me, I think I have been shortlisted for the next level of auditions. So ਇਹ part ਵਿੱਚ ਤੁਹਾਡੀ error ਸੀ। I hope ਤੁਹਾਨੂੰ concept ਚੰਗੇ ਤਰੀਕੇ ਨਾਲ ਪਤਾ ਲੱਗ ਗਿਆ ਹੋਊਗਾ। ਬਾਕੀ ਜੇ ਕਿਸੇ ਨੇ ਨਵੇਂ ਤਰੀਕੇ ਦੇ ਹੋਰ concept ਇਸੇ ਤਰੀਕੇ ਇਹੀ concept ਤੁਸੀਂ ਡੀਪਲੀ ਸਮਝਣਾ ਹੈ, ਤੁਸੀਂ ਕਲਾਸਿਸ ਅਟੈਂਡ ਕਰੋ, ਉੱਥੇ ਤੁਹਾਨੂੰ 3-4 ਐਗਜ਼ਾਮਪਲਸ ਨੇ ਜਿਹੜੀਆਂ ਇਹਦੀਆਂ ਮਿਲ ਜਾਣਗੀਆਂ, ਤੁਸੀਂ ਜਿਹੜਾ concept ਧਿਆਨ ਨਾਲ ਸਮਝੋਗੇ। ਨੈਕਸਟ ਹੈ ਜੀ 40 ਨੰਬਰ ਕੁਐਸਚਨ, ਅਗੇਨ ਚੈੱਕ ਕਰੋ। ABCD 4 ਪਾਰਟ ਨੇ, ਸਭ ਤੋਂ ਪਹਿਲਾਂ ਚੈੱਕ ਕਰੋਗੇ ਕਿਹੜੇ ਪਾਰਟ ਦੇ ਵਿੱਚ ਆ ਰਿਹਾ, ਜੇ ਨੂੰ ਆ ਰਿਹਾ ਤਾਂ ਤੁਸੀਂ ਕੀ ਮਾਰਕ ਕਰ ਦੇਣਾ, ਡੀ ਆਪਣਾ ਆਪਸ਼ਨ ਨੂੰ ਮਾਰਕ ਕਰ ਦੇਣਾ। ਦੇਖੋ ਜੀ, the mother watched the chocolates and distributed them between her 5 children. ਕਿਹੜੇ ਪੋਰਸ਼ਨ ਦੇ ਵਿੱਚ ਆ ਰਿਹਾ, ਸਭ ਤੋਂ ਪਹਿਲਾਂ ਐਰਰ ਫਾਈਂਡ ਆਊਟ ਕਰੋ, ਦੈਨ ਤੁਸੀਂ ਐਰਰ ਨੂੰ ਜਿਹੜਾ ਕਰੈਕਟ ਕਰਨਾ ਹੈ। ਦੇਖੋ ਹਾਂਜੀ, ਤਾਂ ਕਿੱਥੇ ਐਰਰ ਹੋਏਗੀ, ਤਾਂ ਆਂਸਰ ਹੈ ਤੁਹਾਡਾ ਸੀ ਪੋਰਸ਼ਨ ਦੇ ਵਿੱਚ ਤੁਹਾਡੀ ਐਰਰ ਹੈ। ਹੁਣ ਐਰਰ ਕੀ ਹੈ, ਦੇਖੋ ਜੀ ਕੁਐਸਚਨ ਪੜੋ, ਦਾ ਮਦਰ ਬought the chocolates and distributed them between her 5 children। ਤਾਂ ਗੱਲ ਕਿੰਨੀ ਹੋ ਗਈ, 5 ਜਣਿਆਂ ਦੀ ਹੋ ਗਈ, 5 ਚਿਲਡਰਨ ਦੀ ਗੱਲ ਹੋ ਗਈ, 5 ਬੱਚਿਆਂ ਦੀ ਗੱਲ ਹੋ ਗਈ, ਮਤਲਬ ਕੀ ਹੋ ਗਿਆ, ਪਲੂਰਲ ਹੋ ਗਏ, ਮੋਰ ਦੈਨ 2 ਹੋ ਗਏ, ਮੋਰ ਦੈਨ 2 ਹੋ ਗਏ। ਤੇ ਤੁਹਾਨੂੰ ਕੰਸੈਪਟ ਅੱਜ ਦੀ ਕਲਾਸ ਦੇ ਵਿੱਚ ਵੀ ਆਪਾਂ ਪਹਿਲਾਂ ਇੱਕ ਕੁਐਸਚਨ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਕਿ ਬਿਟਵੀਨ ਦਾ ਯੂਜ਼ ਤੇ ਅਮੰਗ ਦਾ ਯੂਜ਼ ਕਿੱਥੇ ਕੀਤਾ ਜਾਂਦਾ ਹੈ, ਬਿਟਵੀਨ ਫॉर 2 ਐਂਡ ਅਮੰਗ ਫॉर ਮੋਰ ਦੈਨ 2। ਜੇ ਤੁਹਾਡੇ ਕੋਲ 2 ਜਣਿਆਂ ਦੀ ਗੱਲ ਹੈ, 2 ਵਰਡ ਮੈਂਸ਼ਨ ਹੈ, ਤਾਂ ਤੁਸੀਂ ਬਿਟਵੀਨ ਯੂਜ਼ ਕਰਨਾ, ਬਟ ਜੇ 2 ਵਰਡ ਮੈਂਸ਼ਨ ਨਹੀਂ ਹੈ, ਮੋਰ ਦੈਨ 2 ਦੀ ਗੱਲ ਹੋ ਰਹੀ ਹੈ, ਤਾਂ ਤੁਸੀਂ ਕੀ ਕਰਨਾ ਹੁੰਦਾ, ਅਮੰਗ ਦਾ ਯੂਜ਼ ਕਰਨਾ ਹੁੰਦਾ। ਹੁਣ ਇੱਥੇ ਤੁਹਾਡੇ ਕੋਲ ਬਿਟਵੀਨ ਆ ਗਿਆ, ਇਸ ਤੋਂ ਬਾਅਦ ਤੁਸੀਂ ਹਰ ਯੂਜ਼ ਕੀਤਾ। ਫਸਟ ਚੀਜ਼ ਤੁਸੀਂ ਚੈੱਕ ਕੀਤੀ ਕਿ ਪ੍ਰੈਪੋਜੀਸ਼ਨ ਦਾ ਆਬਜੈਕਟ ਕੀ ਹੈ, ਹਰ ਹੈ, ਜੋ ਕਿ ਆਪਣੇ ਕੋਲੇ ਪ੍ਰੋਨਾउन ਹੈ ਤੇ ਆਪਣੇ ਕੋਲੇ ਆਬਜੈਕਟਿਵ ਕੇਸ ਦਾ ਹੈ, ਇਹ ਬਿਲਕੁਲ ਸਹੀ ਹੈ। ਇਸ ਤੋਂ ਬਾਅਦ ਤੁਸੀਂ ਚੈੱਕ ਕਰੋ 5 ਚਿਲਡਰਨ ਦੀ ਗੱਲ ਹੋ ਰਹੀ ਹੈ, ਗੱਲ ਕਿੰਨੇ ਦੀ ਹੋ ਰਹੀ ਹੈ, 5 ਦੀ। ਮੋਰ ਦੈਨ ਹੁੰਦੀ ਹੈ ਤਾਂ ਤੁਸੀਂ ਕੀ ਯੂਜ਼ ਕਰੋਗੇ, ਬਿਟਵੀਨ ਦਾ ਯੂਜ਼ ਨਹੀਂ ਕਰੋਗੇ, ਯੂਜ਼ ਕਰੋਗੇ ਜੀ ਅਮੰਗ ਦਾ। ਆਂਸਰ ਹੋਏਗਾ ਤੁਹਾਡੇ ਕੋਲੇ ਸੀ ਕੁਐਸਚਨ ਵਿੱਚ ਤੁਹਾਡੀ ਐਰਰ ਹੋਏਗੀ, ਅਮੰਗ ਹਰ 5 ਚਿਲਡਰਨ ਤੁਸੀਂ ਆਂਸਰ ਮਾਰਕ ਕਰਨਾ ਸੀ, ਤਾਂ ਤੁਸੀਂ ਬਿਟਵੀਨ ਦਾ ਯੂਜ਼ ਇੱਥੇ ਨਹੀਂ ਕਰੋਗੇ। ਅਮੰਗ ਅਗੇਨ ਪ੍ਰੈਪੋਜੀਸ਼ਨ ਹੈ, ਤੇ ਪ੍ਰੈਪੋਜੀਸ਼ਨ ਦਾ ਆਬਜੈਕਟ ਤੁਹਾਡੇ ਕੋਲੇ ਪ੍ਰੋਨਾउन ਯੂਜ਼ ਕੀਤਾ ਹੋਇਆ, ਜੋ ਕਿ ਆਬਜੈਕਟਿਵ ਕੇਸ ਦਾ, ਇੱਥੇ ਕੋਈ ਐਰਰ ਨਹੀਂ ਹੈ। ਐਰਰ ਹੈ ਤੁਹਾਡੀ ਅਮੰਗ ਤੇ ਬਿਟਵੀਨ ਦੇ ਵਿੱਚ ਤੁਸੀਂ ਕੀ ਯੂਜ਼ ਕਰਨਾ ਹੈ, ਮੂਵ ਐਂਟਰੀ ਦੇ ਕੇਸ ਦੇ ਵਿੱਚ ਅਮੰਗ। ਤੇ ਜੇ ਨਿਊ ਵਰਡ ਮੈਂਸ਼ਨ ਹੈ ਜਾਂ ਫਿਰ ਪਤਾ ਲੱਗ ਰਿਹਾ ਸੈਂਟੈਂਸ ਦੀ ਸੈਂਸ ਪੜ੍ਹ ਕੇ ਤੁਹਾਨੂੰ ਪਤਾ ਲੱਗ ਗਿਆ ਕਿ ਇੱਥੇ 2 ਜਣਿਆਂ ਦੀ ਗੱਲ ਹੋ ਰਹੀ ਹੈ, ਤਾਂ ਤੁਸੀਂ ਬਿਟਵੀਨ ਯੂਜ਼ ਕਰੋਗੇ, ਅਦਰਵਾਈਜ਼ ਹਮੇਸ਼ਾ ਹੀ ਅਮੰਗ ਦਾ ਯੂਜ਼ ਜਿਹੜਾ ਕੀਤਾ ਜਾਏਗਾ। ਨੈਕਸਟ ਹੈ ਜੀ 15 ਨੰਬਰ ਕੁਐਸਚਨ, ਅਗੇਨ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਕਲਾਸ ਵਿੱਚ ਐਰਰ ਨੂੰ ਕਰੈਕਟ ਕਰੋ, ਦੈਨ ਆਪਾਂ ਜਿਹੜਾ ਹੈਗਾ ਇਹਦਾ ਆਂਸਰ ਮਾਰਕ ਕਰਾਂਗੇ। ਦੇਖੋ क्वेश्चन है, डॉक्टर कमल have been trying to develop a medicine since last 5 years, since last 5 years। ऐसे ਤੁਹਾਡੇ ਕੋਲ ਕੀ ਹੈ, 4 ਪਾਰਟ ਨੇ A B C D, ਐਂਡ ਦੇਖਣਾ ਹੈ ਕਿ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਡਾਕਟਰ ਕਮਲ has been trying to develop a medicine since last 5 years। ਤਾਂ ਦੇਖੋ since ਤੇ for ਦਾ concept ਹੈ since और for ਦਾ, since और for ਦਾ। ਤਾਂ ਤੁਸੀਂ ਦੇਖੋ ਇੱਥੇ since ਆਊਗਾ ਜਾਂ ਫਿਰ for ਆਊਗਾ, ਤਾਂ ਹੁਣ since ਤੇ for ਦੇ ਵਿੱਚ ਕੀ ਚੀਜ਼ ਆਊਗੀ, ਉਹ ਚੀਜ਼ ਚੈੱਕ ਕਰਨੀ ਹੈ ਤੁਸੀਂ। ਹਾਂਜੀ, ਤਾਂ ਆਪਾਂ ਦੇਖਿਆ ਕਿ ਜਿੱਥੇ ਵੀ ਤੁਹਾਡੇ ਕੋਲੇ since ਆ ਗਿਆ, ਤਾਂ ਉੱਥੇ ਕੀ ਹੁੰਦਾ, ਆਪਣੇ ਕੋਲ ਇੱਕ ਤਾਂ ਡਿਊਰੇਸ਼ਨ ਦੀ ਗੱਲ ਕੀਤੀ ਜਾਂਦੀ ਹੁੰਦੀ, ਇੱਕ ਥਾਂ ਤੇ ਪੁਆਇੰਟ ਦੀ। since ਦੇ ਕੇਸ ਦੇ ਵਿੱਚ ਤੁਹਾਡੇ ਕੋਲੇ ਟਾਈਮ ਦਾ ਪੁਆਇੰਟ ਪਤਾ ਹੁੰਦਾ, ਪੁਆਇੰਟ ਫਿਕਸ ਹੁੰਦਾ ਹੈ, ਬਟ for ਦੇ ਕੇਸ ਦੇ ਵਿੱਚ ਤੁਸੀਂ ਡਿਊਰੇਸ਼ਨ ਦੀ ਚੈੱਕ ਕਰ ਦਿੰਦੇ ਹੋ ਵੀ ਡਿਊਰੇਸ਼ਨ ਦੀ ਗੱਲ ਜਾਂਦੀ ਹੈ। ਹੁਣ ਇੱਥੇ ਤੁਹਾਡੇ ਕੋਲ since ਯੂਜ਼ ਕੀਤਾ ਤੇ ਲਾਸਟ 5 ਇਅਰਸ ਚੈੱਕ ਕਰੋ, ਲਾਸਟ 5 ਇਅਰਸ ਕੀ ਹੈ, ਇਹ ਇੱਕ ਡਿਊਰੇਸ਼ਨ ਦੀ ਗੱਲ ਕਰ ਰਿਹਾ, ਲਾਸਟ 5 ਇਅਰਸ ਡਿਊਰੇਸ਼ਨ ਗੱਲ ਕਰ ਰਿਹਾ ਸੀ, ਤੁਸੀਂ since ਦਾ ਯੂਜ਼ ਨਹੀਂ ਕਰਨਾ ਸੀ, ਇੱਥੇ for ਦਾ ਯੂਜ਼ ਹੋਣਾ ਸੀ। ਸੈਂਟੈਂਸ ਵਿੱਚ ਤੁਹਾਡੀ ਕੀ ਇੱਥੇ ਐਰਰ ਹੈ, ਹਾਂਜੀ for ਯੂਜ਼ ਹੋਣਾ ਸੀ, since ਦਾ ਯੂਜ਼ ਆ ਜਿਹੜਾ ਤੁਸੀਂ ਨਹੀਂ ਕਰੋਗੇ, ਇੱਕ ਤੁਹਾਡੇ ਕੋਲ ਇੱਥੇ ਸੀ ਐਰਰ ਸੀ। 15 ਨੰਬਰ ਕੁਐਸਚਨ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ। ਹਾਂਜੀ, ਤਾਂ ਨੈਕਸਟ ਆਪਾਂ ਡਿਸਕਸ ਕਰਾਂਗੇ 16 ਨੰਬਰ ਕੁਐਸਚਨ। 15 ਕੁਐਸਚਨ ਆਪਾਂ ਅਟੈਂਡ ਕਰ ਚੁੱਕੇ ਹਾਂ, 15 ਕੁਐਸਚਨ ਤੁਹਾਡੇ ਡਿਸਕਸ ਹੋ ਚੁੱਕੇ ਹਨ। 16 ਨੰਬਰ ਕੁਐਸਚਨ ਚੈੱਕ ਕਰੋ ਤੇ ਦੇਖੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਦੈਨ ਆਪਾਂ ਜਿਹੜਾ ਇਹਦਾ ਆਨਸਰ ਮਾਰਕ ਕਰਾਂਗੇ। ਦੇਖੋ ਜੀ, ਹਾਂਜੀ ਤਾਂ ਕੁਐਸਚਨ ਕੀ ਹੈ, ਆਫਟਰ ਓਪਨਿੰਗ ਦਾ ਡੋਰ ਵੀ ਐਂਟਰਡ ਇਨਟੂ ਦਾ ਰੂਮ ਨੈਕਸਟ ਟੂ ਦਾ ਬਾਲਕਨੀ। After opening the door, we entered into the room next to the
ਬਾਲਕਨੀ। ਤਾਂ ਇੱਥੇ ਦੇਖੋ ਗੱਲ ਕਿਹਦੀ ਹੋ ਗਈ, ਅਗੇਨ ਤੁਸੀਂ ਦੇਖਿਆ ਐਂਟਰ ਵਰਡ ਯੂਜ਼ ਕੀਤਾ ਜਾ ਰਿਹਾ, ਨਾਲ ਇੰਟੂ ਆ ਗਿਆ, ਤਾਂ ਬੀ ਪੋਰਸ਼ਨ ਦੇ ਵਿੱਚ ਤੁਹਾਡੀ ਐਰਰ ਆ ਗਈ। ਤਾਂ ਤੁਹਾਨੂੰ ਇਹ ਕਨਸੈਪਟ ਪਹਿਲੇ ਹੀ ਕਰਵਾਤਾ ਕਿ ਐਂਟਰ ਦੇ ਨਾਲ ਤੁਸੀਂ ਇੰਟੂ ਦਾ ਯੂਜ਼ ਨਹੀਂ ਕਰਨਾ ਹੁੰਦਾ, ਬਿਕਾਜ਼ ਐਂਟਰ ਆਪਣੇ ਆਪ ਹੀ ਕਿਸੇ ਚੀਜ਼ ਦੇ ਅੰਦਰ ਦਾਖਲ ਹੋਣ ਦੀ ਗੱਲ ਕਰ ਰਹੇ ਹੁੰਦੇ। ਹਾਂਜੀ, ਤਾਂ ਇੱਕ ਚੀਜ਼ ਕਰੈਕਸ਼ਨ ਕਰੋ, 15 ਨੰਬਰ ਕੁਐਸਚਨ ਦੇ ਵਿੱਚ ਤੁਹਾਡੇ ਕੋਲੇ ਸੈਂਟੈਂਸ ਦੇ ਵਿੱਚ ਜਿਹੜਾ ਪੇਪਰ 'ਚ ਕੁਐਸਚਨ ਹੈ ਉਹ ਲਾਸਟ ਨਹੀਂ ਹੈ, ਲਾਸਟ ਵਰਡ ਉੱਥੇ ਮੈਂਸ਼ਨ ਨਹੀਂ ਹੈ। ਤਾਂ ਤੁਸੀਂ ਕੁਐਸਚਨ ਸਿੰਪਲ ਦੇਖਣਾ ਹੈ, ਡਾਕਟਰ ਕਮਲ ਹੈਜ਼ ਬੀਨ ਟ੍ਰਾਈਂਗ ਟੂ ਡਿਵੈਲਪ ਅ ਮੈਡੀਸਨ since 5 years। ਇਹ ਤੁਹਾਡੇ ਕੋਲੇ ਕੁਐਸਚਨ ਸੀ। ਹੁਣ ਦੇਖੋਗੇ ਤਾਂ 5 ਈਅਰ ਤੁਹਾਡੇ ਕੋਲੇ ਇੱਕ 5 ਇਅਰਸ ਦੀ ਗੱਲ ਹੋ ਗਈ, 5 ਸਾਲਾਂ ਦੀ ਗੱਲ ਹੋ ਰਹੀ ਹੈ। ਹੁਣ ਕਿਹੜੇ 5 ਸਾਲ ਨੇ, ਪਹਿਲਾਂ ਵਾਲੇ ਨੇ ਜਾਂ ਬਾਅਦ ਵਾਲੇ ਨੇ, ਇਹ ਚੀਜ਼ ਉੱਥੇ ਮੈਂਸ਼ਨ ਨਹੀਂ ਸੀ। ਤਾਂ ਤੁਸੀਂ ਇਹ ਜਿਹੜਾ ਉਹਦੇ ਵਾਸਤੇ ਡਿਊਰੇਸ਼ਨ ਦੀ ਗੱਲ ਕਰ ਰਹੇ ਹੋ, ਤਾਂ ਡਿਊਰੇਸ਼ਨ ਦੇ ਨਾਲ ਫॉर ਯੂਜ਼ ਕੀਤਾ ਜਾਂਦਾ ਤਾਂ ਫॉर ਆਉਣਾ ਸੀ। ਬਟ ਜੇ ਤੁਹਾਡੇ ਕੋਲੇ ਸੈਕੰਡ ਕੇਸ ਹੋਵੇ, ਜੇ ਇੱਥੇ ਤੁਹਾਡੇ ਕੋਲੇ ਲਾਸਟ ਵਰਡ ਵੀ ਦਿੱਤਾ ਹੋਵੇ, ਤਾਂ ਤੁਸੀਂ ਉੱਥੇ ਸਿੰਸ ਦਾ ਹੀ ਯੂਜ਼ ਕਰੋਗੇ। ਇਹ ਚੀਜ਼ਾਂ ਜਿਹੜੀ ਤੁਸੀਂ ਮਾਰਕ ਕਰ ਲੈਣੀਆਂ। ਤਾਂ ਸੈਂਟੈਂਸਸ ਤੁਹਾਡੇ ਕੋਲੇ ਦੋ ਨੇ, ਪਹਿਲਾ ਹੈਗਾ ਡਾਕਟਰ ਕਮਲ ਹੈਜ਼ ਬੀਨ ਟ੍ਰਾਈਂਗ ਟੂ ਡਿਵੈਲਪ ਅ ਮੈਡੀਸਨ ਸਿੰਸ ਲਾਸਟ 5 ਇਅਰਸ। ਜੇ ਤਾਂ ਤੁਹਾਡੇ ਕੋਲੇ ਸਿੰਸ ਹੈ, ਫਿਰ ਤਾਂ ਉਸ ਤੋਂ ਬਾਅਦ ਤੁਹਾਡੇ ਕੋਲੇ ਲਾਸਟ 5 ਈਅਰ ਯੂਜ਼ ਕੀਤਾ ਜਾਏਗਾ। ਬਟ ਜੇ ਤੁਸੀਂ ਫॉर ਦਾ ਯੂਜ਼ ਕਰ ਰਹੇ ਹੋ, ਤਾਂ ਫॉर ਦੇ ਲਈ ਤੁਸੀਂ 5 ਈਅਰ ਹੀ ਯੂਜ਼ ਕਰੋਗੇ, 5 ਈਅਰਸ ਹੀ ਯੂਜ਼ ਕਰੋ। ਤਾਂ ਇਹ ਸੀ ਜੀ ਤੁਹਾਡੇ ਕੋਲੇ ਦੋ ਕੁਐਸਚਨ, ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਲੈਣਾ। ਬਾਈ ਮਿਸਟੇਕ ਆਪਾਂ ਜਿਹੜਾ ਹੈਗਾ ਆਨਸਰ ਦੇਖਿਆ, ਲਾਸਟ ਜਿਹੜਾ ਹੈਗਾ ਧਿਆਨ ਦੇ ਵਿੱਚ ਨਹੀਂ ਰੱਖਿਆ, ਤਾਂ ਲਾਸਟ ਜੇ ਯੂਜ਼ ਕੀਤਾ ਗਿਆ ਫਿਰ ਤੁਹਾਡੇ ਕੋਲੇ ਆਏਗਾ ਸਿੰਸ। ਬਟ ਜੇ ਲਾਸਟ ਤੁਹਾਡਾ ਕੁਐਸਚਨ ਦੇ ਵਿੱਚ ਮੈਂਸ਼ਨ ਨਹੀਂ ਹੈ, ਤਾਂ ਤੁਸੀਂ ਸਿਰਫ ਯੂਜ਼ ਕਰੋਗੇ ਫॉर ਦਾ, ਫॉर 5 ਇਅਰਸ ਐਂਡ ਸਿੰਸ ਲਾਸਟ 5 ਇਅਰਸ। ਤਾਂ ਇਹ ਦੋ ਫਰੇਜ਼ਸ ਨੇ। ਜੇ ਤਾਂ ਤੁਹਾਨੂੰ ਡਿਊਰੇਸ਼ਨ ਦੀ ਗੱਲ ਹੋ ਰਹੀ ਹੈ ਤਾਂ ਫਿਕਸ ਪੁਆਇੰਟ ਦੀ ਲਾਸਟ 5 ਇਅਰ, ਇਟ ਮੀਨਸ ਤੁਹਾਨੂੰ ਫਿਕਸ ਹੋ ਗਿਆ ਕਿ ਪੁਆਇੰਟ ਫਿਕਸ ਹੈ ਵੀ ਲਾਸਟ ਵਾਲੇ 5 ਇਅਰਸ ਨੇ, ਤਾਂ ਉੱਥੇ ਸਿੰਸ ਆ ਜਾਏਗਾ। ਬਟ ਜੇ 5 ਇਅਰ ਦੀ ਗੱਲ ਹੋ ਗਈ, ਹੁਣ ਇਹ ਨਹੀਂ ਪਤਾ ਲੱਗਦਾ ਕਿ ਪਹਿਲਾਂ ਵਾਲੇ 5 ਸਾਲ ਹੈ ਤਾਂ ਪਿੱਛੇ ਵਾਲੇ 5 ਸਾਲ ਹੈ, ਤਾਂ ਉੱਥੇ ਤੁਹਾਡੇ ਕੋਲ ਇੱਕ ਡਿਊਰੇਸ਼ਨ ਆ ਜਾਂਦੀ ਹੈ, ਤਾਂ ਉੱਥੇ ਤੁਸੀਂ ਫॉर ਯੂਜ਼ ਕਰਨਾ ਹੈ। ਆਈ ਹੋਪ 15 ਨੰਬਰ ਕੁਐਸਚਨ ਜੇ ਕਿਸੇ ਨੂੰ ਡਾਊਟ ਹੋਇਆ ਤਾਂ ਪਲੀਜ਼ ਇਹਨੂੰ ਕਲੀਅਰ ਕਰ ਲੈਣਾ। ਬਾਈ ਮਿਸਟੇਕ ਆਪਾਂ ਜਿਹੜਾ ਆਨਸਰ ਸੀ ਉਹ ਗਲਤ ਮਾਰਕ ਕਰਤਾ ਸੀ। ਹਾਂਜੀ, ਤਾਂ ਜੇ ਕੁਐਸਚਨ ਨੂੰ ਤੁਸੀਂ ਲੈ ਕੇ ਚੱਲੋਗੇ ਲਾਸਟ ਦੇ ਨਾਲ, ਤਾਂ ਤੁਹਾਡੇ ਕੋਲੇ ਆਨਸਰ ਹੋਏਗਾ ਆਪਣਾ ਨੋ ਐਰਰ। ਬਟ ਜੇ ਤੁਸੀਂ ਇੱਥੇ ਦੇਖੋਗੇ ਕਿ ਸਿੰਸ ਤੋਂ ਬਾਅਦ 5 ਈਅਰ ਮਾਰਕ ਕੀਤਾ ਹੋਇਆ, 5 ਈਅਰ ਲਿਖੋਗੇ, ਤਾਂ ਤੁਹਾਡਾ ਸੀ ਕੁਐਸਚਨ ਦੇ ਵਿੱਚ ਐਰਰ ਹੋਏਗਾ, ਤਾਂ ਸੀ ਜਿਹੜਾ ਤੁਹਾਡਾ ਆਨਸਰ ਆ ਜਾਏਗਾ। ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ, ਦੋਨੋਂ ਫਰੇਜ਼ਾਂ ਨੂੰ ਧਿਆਨ ਚ ਰੱਖਣਾ, ਸਿੰਸ ਦਾ ਯੂਜ਼ ਕਿੱਥੇ ਹੋਏਗਾ ਤੇ ਫॉर ਦਾ ਯੂਜ਼ ਕਿੱਥੇ ਹੋਏਗਾ। 60 ਨੰਬਰ ਆਪਾਂ ਕਰ ਚੁੱਕੇ ਹਾਂ। ਅੱਗੇ ਦੇਖੋ 70 ਨੰਬਰ ਕੁਐਸਚਨ, ਹੀ ਵਾਸ ਕਿਲਡ ਬਾय ਹਿਜ਼ ਸਰਵੈਂਟ ਬਾय ਅ ਨਾਈਫ। ਹਾਂਜੀ, ਤਾਂ ਬਾय ਤੇ ਵਿਦ ਦਾ ਯੂਜ਼ ਆਪਾਂ ਕੀਤਾ ਸੀ, ਉੱਥੇ ਤੁਹਾਨੂੰ ਇਹ ਕਨਸੈਪਟ ਕਰਵਾਇਆ ਗਿਆ ਸੀ। ਚੈੱਕ ਕਰੋ ਕਿਹੜੇ ਕੁਐਸਚਨ ਦੇ ਵਿੱਚ ਐਰਰ ਹੈ, ਦੈਨ ਐਰਰ ਨੂੰ ਮਾਰਕ ਕਰੋ। ਦੇਖੋ ਹੀ ਵਾਸ ਕਿਲਡ ਬਾय ਹਿਜ਼ ਸਰਵੈਂਟ ਬਾय ਅ ਨਾਈਫ, ਕਿਹੜੇ ਕੁਐਸਚਨ ਦੇ ਵਿੱਚ ਐਰਰ ਹੈ ਤੇ ਐਰਰ ਨੂੰ ਮਾਰਕ ਕਰੋ। ਹੀ ਵਾਸ ਕਿਲਡ ਬਾय ਹਿਜ਼ ਸਰਵੈਂਟ ਬਾय ਅ ਨਾਈਫ, ਆਨਸਰ ਹੋ ਗਿਆ ਹੋਏਗਾ ਸੀ ਕੁਐਸਚਨ ਦੇ ਵਿੱਚ ਤੁਹਾਡੀ ਐਰਰ ਸੀ। ਕੀ ਐਰਰ ਹੈ? ਹੁਣ ਤੁਹਾਨੂੰ ਦੋ ਜਿਹੜੇ ਵਰਡ ਕਰਵਾਏ ਗਏ ਸੀ, ਇੱਕ ਬਾय ਦਾ ਇੱਕ ਵਿਦ ਦਾ। ਵਿਦ ਦਾ ਯੂਜ਼ ਕੀਤਾ ਜਾਂਦਾ ਹੈ ਇੰਸਟਰੂਮੈਂਟ ਦੇ ਨਾਲ, ਬਾय ਦਾ ਯੂਜ਼ ਕੀਤਾ ਜਾਂਦਾ ਹੈ ਡੂਅਰ ਦੇ ਲਈ। ਕੋਈ ਕੰਮ ਕਰ ਰਿਹਾ ਹੈ ਉਹਦੇ ਵਾਸਤੇ ਬਾय ਹੋ ਜਾਏਗਾ, ਜਿਹਦੇ ਨਾਲ ਉਹ ਕੰਮ ਕਰ ਰਿਹਾ ਹੈ, ਜਿਹੜੀ ਚੀਜ਼ ਨਾਲ ਉਹ ਕੰਮ ਕਰ ਰਿਹਾ ਉਹਦੇ ਨਾਲ ਵਿਦ ਯੂਜ਼ ਕੀਤਾ ਜਾਂਦਾ। ਜਿਵੇਂ ਇੱਥੇ ਦੇਖੋ ਹੀ ਵਾਸ ਕਿਲਡ ਬਾय ਹਿਜ਼ ਸਰਵੈਂਟ, ਬਾय ਹਿਜ਼ ਸਰਵੈਂਟ, ਸਰਵੈਂਟ ਕੀ ਹੈ ਇੱਥੇ ਡੂਅਰ ਹੈ, ਉਹਦੇ ਨਾਲ ਬਾय ਆਇਆ, ਸਹੀ ਹੈ। ਬਾय ਅ ਨਾਈਫ, ਬਟ ਨਾਈਫ ਉੱਥੇ ਕੀ ਆ ਗਿਆ, ਇੰਸਟਰੂਮੈਂਟ ਦਾ ਕੰਮ ਕਰ ਰਿਹਾ, ਤਾਂ ਉਹਦੇ ਨਾਲ ਕੀ ਹੋਣਾ ਸੀ, ਵਿਦ ਦਾ ਯੂਜ਼ ਹੋਣਾ ਸੀ, ਵਿਦ ਅ ਨਾਈਫ ਤੁਸੀਂ ਯੂਜ਼ ਕਰੋਗੇ। ਇਹ ਸੀ ਤੁਹਾਡਾ 70 ਨੰਬਰ ਕੁਐਸਚਨ। ਆਈ ਹੋਪ ਕਨਸੈਪਟ ਪਤਾ ਲੱਗ ਗਿਆ, ਸਮਝ ਆ ਗਿਆ ਹੋਏਗਾ। ਅੱਗੇ ਜੀ 80 ਨੰਬਰ, ਨੈਕਸਟ ਦੇਖੋ 80 ਨੰਬਰ ਕੁਐਸਚਨ ਚੈੱਕ ਕਰੋ ਕਿਹੜੇ ਪੋਰਸ਼ਨ ਦੇ ਵਿੱਚ ਐਰਰ ਹੈ, ਦੇਨ ਆਪਾਂ ਐਰਰ ਹੈ ਜਿਹੜੀ ਉਹ ਆਨਸਰ ਮਾਰਕ ਕਰਾਂਗੇ। We have a farewell party in the end of our final semester. We have a farewell party in the end of our final semester। ਕਿਹੜੇ ਪੋਰਸ਼ਨ ਦੇ ਵਿੱਚ ਐਰਰ ਹੈ, ਪਲੱਸ ਉਸ ਐਰਰ ਨੂੰ ਤੁਸੀਂ ਕਰੈਕਟ ਕਰਨਾ ਹੈ। ਇਹ ਤੁਹਾਨੂੰ ਜਿਹੜਾ ਪੋਰਸ਼ਨ ਕਰਵਾਇਆ ਗਿਆ ਸੀ, in the beginning, in the end, sorry, in the beginning, ਹਾਂ in the end, at the beginning ਔਰ at the end, ਚਾਰ ਫਰੇਜ਼ਸ ਵੀ ਤੁਹਾਨੂੰ ਕਰਵਾਈਆਂ ਸੀ, ਤੇ ਟ੍ਰਿਕ ਦੱਸੀ ਗਈ ਸੀ ਕਿ ਤੁਹਾਡੇ ਕੋਲੇ ਕੀ ਪੋਰਸ਼ਨ ਹੁੰਦਾ, ਕਿਹਦੇ ਨਾਲ ਤੁਹਾਡੇ ਕੋਲੇ ਕਿਹੜੀ ਟ੍ਰਿਕ ਲੱਗਦੀ ਹੈ। ਹਾਂਜੀ, ਤਾਂ ਕਨਸੈਪਟ ਪੜ੍ਹ ਲਿਆ ਹੋਣਾ ਤੁਸੀਂ, ਬੀ ਪੋਰਸ਼ਨ ਦੇ ਵਿੱਚ ਤੁਹਾਡੀ ਐਰਰ ਹੈ, ਬੀ ਦੇ ਵਿੱਚ ਐਰਰ ਹੈ। ਕੀ ਪਾਰਟ ਵੀ ਤੁਹਾਡੇ ਕੋਲੇ, ਜਿੱਥੇ ਵੀ ਤੁਹਾਡੇ ਕੋਲੇ ਐਡ ਵਾਲੀ ਫਰੇਜ਼ ਆ ਗਈ, ਜਿਵੇਂ ਐਟ ਦਾ ਬਿਗਿਨਿੰਗ, ਐਟ ਦਾ ਬਿਗਿਨਿੰਗ, ਇੱਕ ਹੁੰਦੀ ਐਟ ਦਾ ਐਂਡ, ਸੇਮ ਹੀ ਤੁਸੀਂ ਇਹਦੇ ਨਾਲ ਜਿਹੜਾ ਹੈਗਾ ਮਾਰਕ ਕਰ ਲੈਣਾ, ਐਟ ਦਾ ਬਿਗਿਨਿੰਗ ਔਰ ਐਟ ਦਾ ਐਂਡ। ਨੈਕਸਟ ਆਪਣੇ ਕੋਲੇ ਇਨ ਦਾ ਬਿਗਿਨਿੰਗ ਔਰ ਇਨ ਦਾ ਐਟ। ਤਾਂ ਤੁਹਾਨੂੰ ਦੱਸਿਆ ਗਿਆ ਸੀ ਕਿ ਜੇ ਇੱਥੇ ਵੀ ਐਟ ਵਰਡ ਯੂਜ਼ ਹੋ ਗਿਆ, ਇਟ ਮੀਨਸ ਤੁਹਾਡੇ ਕੋਲੇ ਸੈਂਟੈਂਸ ਦੇ ਵਿੱਚ ਉਹਦਾ ਆਬਜੈਕਟ ਦਿੱਤਾ ਹੋਏਗਾ, ਕਿਹੜੀ ਚੀਜ਼ ਦੀ ਮੀਨਿੰਗ ਉਹਦਾ ਆਬਜੈਕਟ ਪਤਾ ਹੋਏਗਾ, ਕਿਸ ਦੀ ਬਿਗਿਨਿੰਗ ਕੀਤੀ ਜਾ ਰਹੀ ਹੈ, ਉਹ ਚੀਜ਼ ਮੈਂਸ਼ਨ ਹੋ ਗਈ। ਬਟ ਜਿੱਥੇ ਇਨ ਆ ਗਿਆ ਉੱਥੇ ਤੁਹਾਡੇ ਕੋਲੇ ਆਬਜੈਕਟ ਮਿਸਿੰਗ ਹੋਏਗਾ, ਮਤਲਬ ਜਿਹੜੀ ਚੀਜ਼ ਦੀ ਬਿਗਿਨਿੰਗ ਜਾਂ ਐਂਡ ਦੀ ਗੱਲ ਕੀਤੀ ਜਾ ਰਹੀ ਹੈ ਉਹ ਚੀਜ਼ ਸੈਂਟੈਂਸ ਦੇ ਵਿੱਚ ਨਹੀਂ ਹੋਏਗੀ। ਹੁਣ ਇੱਥੇ ਸੈਂਟੈਂਸ ਪੜੋ, ਵੀ ਹੈਵ ਅ ਫੇਅਰਵੈਲ ਪਾਰਟੀ ਇਨ ਦਾ ਐਂਡ ਆਫ ਆਵਰ ਫਾਈਨਲ ਸਮੈਸਟਰ। ਹੁਣ ਕਿਹੜੀ ਚੀਜ਼ ਦੇ ਐਂਡ ਦੀ ਗੱਲ ਕੀਤੀ ਜਾ ਰਹੀ ਹੈ, ਆਫ ਆਵਰ ਫਾਈਨਲ ਸਮੈਸਟਰ, ਮਤਲਬ ਸਮੈਸਟਰ ਕੀ ਆਏਗਾ ਤੁਹਾਡੇ ਕੋਲ ਆਬਜੈਕਟ, ਆਬਜੈਕਟ ਪ੍ਰੈਜ਼ੈਂਟ ਹੈ ਤਾਂ ਤੁਸੀਂ ਕੀ ਯੂਜ਼ ਕਰਨੀ ਹੈ, ਐਟ ਵਾਲੀ ਫਰੇਜ਼। ਇਨ ਦਾ ਐਂਡ ਨਹੀਂ ਆਏਗਾ, ਇੱਥੇ ਐਟ ਦਾ ਐਂਡ ਯੂਜ਼ ਕੀਤਾ ਜਾਏਗਾ। ਬੀ ਪੋਰਸ਼ਨ ਦੇ ਵਿੱਚ ਤੁਹਾਡੀ ਐਰਰ ਸੀ, ਤੁਸੀਂ ਮਾਰਕ ਕਰ ਲਈ ਸੀ। ਨੈਕਸਟ ਹੈ ਜੀ 90 ਨੰਬਰ ਕੁਐਸਚਨ, ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਦੈਨ ਐਰਰ ਨੂੰ ਕਰੈਕਟ ਕਰਾਂਗੇ। While going to Ladakh, we drove across several tunnels.
टनल्स वर्ड यूज किया जा रहा है, अक्रॉस वर्ड यूज किया जा रहा है, चेक करो ਕਿਹੜਾ क्वेश्चन लग रहा है। हिंट ਤੁਹਾਨੂੰ ਦੇ ਦਿੱਤੀ ਗਈ ਹੈ ਕਿਹੜੇ ਪਾर्ट ਦੇ ਵਿੱਚ एरर होएगी, की प्रैपोजिशन यूज होगी, देखो आंसर है ਤੁਹਾਡਾ बी क्वेश्चन ਦੇ ਵਿੱਚ एरर है। तो ਤੁਹਾਨੂੰ ਦੋ वर्ड करवाए गए सी, वन इज अक्रॉस एंड द सेकंड इज थ्रू। क्रॉस एंड थ्रू, थ्रू 3D ਦੇ ਕੇਸ ਦੇ ਵਿੱਚ ਯੂਜ਼ ਹੁੰਦਾ ਹੈ, ਕ੍ਰਾਸ ਯੂਜ਼ ਹੁੰਦਾ ਹੈ 2D ਦੇ ਕੇਸ ਦੇ ਵਿੱਚ। ਅਕ੍ਰਾਸ 2D, ਥਰੂ 3D। ਤਾਂ ਜਦੋਂ ਦੇਖੋਗੇ ਤੁਸੀਂ ਵੀ ਫੀਲਡ ਦੀ ਗੱਲ ਕੀਤੀ ਜਾ ਰਹੀ ਹੈ, ਅਕ੍ਰਾਸ ਦਾ ਫੀਲਡ, ਕ੍ਰਾਸ ਦਾ ਸਟਰੀਟ, ਅਕ੍ਰਾਸ ਦਾ ਰੋਡ, ਉਹਦੇ ਤੁਹਾਡੇ ਕੋਲੇ 2D ਦੀ ਗੱਲ ਹੋਈ ਹੈ ਤਾਂ ਕ੍ਰਾਸ ਯੂਜ਼ ਕਰ ਲਿਆ। ਬਟ ਥਰੂ ਦਾ ਯੂਜ਼ ਹੁੰਦਾ 3D ਕੇਸਸ ਦੇ ਵਿੱਚ। ਜਿਵੇਂ ਆਪਾਂ ਟਨਲ ਦੀ ਗੱਲ ਕਰਤੀ, ਸਾਬਮਰੀਨ ਦੀ ਗੱਲ ਕੀਤੀ ਜਾਵੇ ਤਾਂ ਹੁਣ ਉਹ ਪਾਣੀ ਦੇ ਅੰਦਰ ਹੁੰਦੀ ਹੈ ਤਾਂ ਉੱਥੇ ਅਗੇਨ ਤੁਹਾਡੇ ਕੋਲ ਥਰੂ ਯੂਜ਼ ਕੀਤਾ ਜਾਂਦਾ ਹੈ, ਥਰੂ ਦਾ ਓਸ਼ਨ। ਸਾਬਮਰੀਨ ਦੀ ਗੱਲ ਹੋਵੇ ਤਾਂ ਉੱਥੇ ਥਰੂ ਦਾ ਓਸ਼ਨ ਤੁਸੀਂ ਯੂਜ਼ ਕਰੋਗੇ। ਸੇਮ ਹੀ ਤੁਹਾਡੇ ਕੋਲ ਸੈਂਟੈਂਸ ਇੱਥੇ ਦਿੱਤਾ ਜਾ ਰਿਹਾ, ਵਾਈਲ ਗੋਇੰਗ ਟੂ ਲਦਾਖ ਵੀ ਡਰੋਵ ਅਕ੍ਰੋਸ ਦ ਸੈਵਰਲ ਟਨਲਸ। ਤਾਂ ਸੈਵਰਲ ਟਨਲਸ, ਟਨਲਸ ਤੁਹਾਡੇ ਕੋਲ 3D ਵਾਸਤੇ ਯੂਜ਼ ਕੀਤੇ ਜਾਂਦੇ ਆ ਤਾਂ ਕ੍ਰਾਸ ਵਰਡ ਯੂਜ਼ ਨਹੀਂ ਹੁੰਦਾ। ਟਨਲਸ ਦੇ ਵਿੱਚ ਲੰਘਿਆ ਜਾਂਦਾ, ਸੁਰੰਗ ਵਾਸਤੇ ਆਪਾਂ ਯੂਜ਼ ਕਰਦੇ ਹਾਂ ਤਾਂ ਬੇਸਿਕਲੀ ਇੱਥੇ ਵਰਡ ਯੂਜ਼ ਆਏਗਾ ਥਰੂ। थ्रू प्रपोजिशन आएगी, ड्रॉ नहीं होगी। सो व्हाइल गोइंग टू लद्दाख वी ड्रोव थ्रू सेवरल टनल्स। ਤੁਹਾਡੇ ਆंसर ਹੋਏਗਾ सी क्वेश्चन ਦੇ ਵਿੱਚ, बी क्वेश्चन ਦੇ ਸੌਰੀ ਇੱਥੇ एरर ਸੀ ਜੋ ਤੁਸੀਂ ਮਾਰਕ ਕਰਨਾ ਚਾਹੋ। ਹੋਪ ਕਨਸੈਪਟ ਕਲੀਅਰ ਹੈ। ਹਾਂਜੀ ਤਾਂ ਲਾਸਟ ਕੁਐਸਚਨ ਆਪਣੀ ਕਲਾਸ ਦਾ, ਤਾਂ ਇਹਦੇ ਨਾਲ ਹੀ ਤੁਹਾਡਾ ਪ੍ਰੈਪੋਜੀਸ਼ਨ ਦਾ ਟੌਪਿਕ ਕੰਪਲੀਟ। ਦੇਖੋ ਜੀ ਕੁਐਸਚਨ ਕਲਾਸ ਚੈੱਕ ਕਰੋ ਕਿੱਥੇ एरर है। they are expert and confident of his job। ਅਗੇਨ ਫਿਕਸ ਪ੍ਰੈਪੋਜੀਸ਼ਨ ਵਾਲਾ ਤੁਸੀਂ ਕਹਿ ਸਕਦੇ ਹੋ, ਇਹ ਕੁਐਸਚਨ ਤੁਹਾਡਾ ਫਿਕਸ ਪ੍ਰੈਪੋਜੀਸ਼ਨ ਦੇ ਵਿੱਚ ਆਇਆ ਹੈ। ਜਿਹੜੇ ਵਰਡ ਦੇ ਲਈ ਜਿਸ ਪ੍ਰੈਪੋਜੀਸ਼ਨ ਦਾ ਯੂਜ਼ ਕੀਤਾ ਜਾਏਗਾ ਤਾਂ ਉਹ ਪ੍ਰੈਪੋਜੀਸ਼ਨ ਤੁਹਾਡੀ ਹੋਣੀ ਚਾਹੀਦੀ ਹੈ। ਜੇ ਤੁਹਾਡੇ ਕੋਲੇ ਅਦਰ ਦੈਨ ਦੈਟ ਪ੍ਰੈਪੋਜੀਸ਼ਨ ਕੋਈ ਹੋਰ ਪ੍ਰੈਪੋਜੀਸ਼ਨ ਯੂਜ਼ ਕੀਤੀ ਗਈ ਹੈ ਤਾਂ ਉੱਥੇ ਸੈਂਟੈਂਸ ਦੇ ਵਿੱਚ ਕੀ ਹੁੰਦਾ, ਰੋਂਗ ਆ ਜਾਂਦਾ ਤੁਹਾਡੇ ਕੋਲ ਸੈਂਟੈਂਸ ਹੋ ਜਾਂਦਾ ਹੈ। ਤਾਂ ਹੁਣ ਤੁਹਾਨੂੰ ਜਿਹੜਾ 20 ਨੰਬਰ ਕੁਐਸਚਨ ਦੇਖੋ ਕਿਹੜੇ ਪਾਰਟ ਦੇ ਵਿੱਚ ਆ ਰਿਹਾ। ਸਭ ਤੋਂ ਪਹਿਲਾਂ ਤਾਂ ਆਪਣੇ ਕੋਲੇ ਇਹ ਕੁਐਸਚਨ ਦੇ ਵਿੱਚ ਐਰਰ ਹੈ, ਤੁਸੀਂ ਮਾਰਕ ਕਰੋਗੇ ਇਹ। ਹੁਣ ਐਰਰ ਕੀ ਹੈ ਤਾਂ ਦੇਖੋ ਜੀ, ਐਕਸਪਰਟ ਵਰਡ ਦਿੱਤਾ ਹੋਇਆ, ਐਕਸਪਰਟ ਦੇ ਨਾਲ ਜਿਹੜੀ ਪ੍ਰੈਪੋਜੀਸ਼ਨ ਯੂਜ਼ ਹੁੰਦੀ ਹੈ ਉਹ ਹੁੰਦੀ ਹੈ ਇਨ। ਤੇ ਬਟ ਜਿਹੜਾ ਕੌਨਫੀਡੈਂਟ ਵਰਡ ਹੈ, ਕੌਨਫੀਡੈਂਟ ਹੈ, ਤਾਂ ਇਹਦੇ ਨਾਲ ਯੂਜ਼ ਹੁੰਦੀ ਹੈ ਜੀ। ਹੁਣ ਚੈੱਕ ਕਰੋ ਆਪਣੇ ਕੋਲੇ ਦੇ ਆਰ ਐਕਸਪਰਟ ਐਂਡ ਕੌਨਫੀਡੈਂਟ ਆਫ। ਕੌਨਫੀਡੈਂਟ ਦੇ ਨਾਲ ਆਫ ਦਿੱਤੀ ਹੋਈ ਹੈ ਮੀਨਸ ਸਹੀ ਹੈ। ਜੇ ਆਪਣੇ ਕੋਲੇ ਐਕਸਪਰਟ ਦੇ ਨਾਲ ਆਫ ਦੀ ਫਿਰ ਇਹ ਸੈਂਟੈਂਸ ਸਹੀ ਸੀ, ਬਟ ਇੱਥੇ ਯੂਜ਼ ਕੀਤਾ ਜਾ ਰਿਹਾ ਹੈ they are expert and confident of। ਹੁਣ ਐਕਸਪਰਟ ਦੇ ਨਾਲ ਤਾਂ ਇਹਦਾ ਯੂਜ਼ ਨਹੀਂ ਹੁੰਦਾ, ਆਫ ਦਾ ਯੂਜ਼ ਨਹੀਂ ਹੁੰਦਾ, ਤਾਂ ਤੁਸੀਂ ਇਹਦੇ ਵਾਸਤੇ ਅਲੱਗ ਤੋਂ ਪ੍ਰੈਪੋਜੀਸ਼ਨ ਲਿਖੋਗੇ they are expert in and confident of this job। ਆਈ ਹੋਪ ਪਤਾ ਲੱਗ ਗਿਆ ਹੋਵੇਗਾ ਕਨਸੈਪਟ ਕੀ ਹੈ। ਜੇ ਅਲੱਗ-ਅਲੱਗ ਪ੍ਰੈਪੋਜੀਸ਼ਨ ਦੀ ਲੋੜ ਹੈ ਤਾਂ ਤੁਸੀਂ ਅਲੱਗ-ਅਲੱਗ ਫੇਸ ਕਰੋਗੇ। ਜੇ ਇੱਕ ਪ੍ਰੈਪੋਜੀਸ਼ਨ ਦੇ ਨਾਲ ਤੁਹਾਡਾ ਕੰਮ ਚੱਲ ਰਿਹਾ, ਜਿਵੇਂ ਆਪਣੇ ਕੋਲ ਇੱਥੇ ਐਕਸਪਰਟ ਦੇ ਨਾਲ ਵੀ ਆਫ ਹੁੰਦਾ, ਕੌਨਫੀਡੈਂਟ ਦੇ ਨਾਲ ਵੀ ਆਫ ਹੁੰਦਾ, ਫਿਰ ਉਹ ਸੈਂਟੈਂਸ ਸਹੀ ਸੀ। ਤਾਂ ਇੱਥੇ ਤੁਹਾਡੇ ਕੋਲ ਅਲੱਗ-ਅਲੱਗ ਪ੍ਰੈਪੋਜੀਸ਼ਨ ਨੇ ਤਾਂ ਤੁਸੀਂ ਅਲੱਗ-ਅਲੱਗ ਹੀ ਜਿਹੜੀਆਂ ਯੂਜ਼ ਕਰੋਗੇ, ਤਾਂ ਇੱਕ ਪ੍ਰੈਪੋਜੀਸ਼ਨ ਦਾ ਯੂਜ਼ ਇੱਥੇ ਨਹੀਂ ਹੋਏਗਾ। हाँ जी, तो सेंटेंस की बनेगा दे आर एक्सपर्ट इन एंड कॉन्फिडेंट ऑफ देयर जॉब। आई होप ਕਨਸੈਪਟ ਕਲੀਅਰ ਹੋ ਗਿਆ ਹੋਵੇਗਾ। ਇਸ ਵਿੱਚ ਤੁਹਾਡੇ 20 ਕੁਐਸਚਨ ਜਿਹੜੇ ਆਪਾਂ ਡਿਸਕਸ ਕੀਤੇ 1 ਬਾय 1 ਪਲੱਸ ਉਹਨਾਂ ਦੇ ਆਪਾਂ ਜਿਹੜੇ ਹੈਗੇ ਰੂਲਸ ਵੀ ਡਿਸਕਸ ਕੀਤੇ ਆ। ਫਸਟ ਕੁਐਸਚਨ ਤੁਸੀਂ ਇੱਕ ਵਾਰ ਜਿਹੜੇ ਸਾਰੇ ਕੁਐਸਚਨ ਦੀ ਗੋ ਥਰੂ ਹੋ ਸਕਦੇ। ਫਸਟ ਕੁਐਸਚਨ, ਸੈਕੰਡ ਕੁਐਸਚਨ ਦੇ ਵਿੱਚ ਆਪਾਂ ਅਮੰਗ ਬਿਟਵੀਨ ਦਾ ਕਨਸੈਪਟ ਦੇਖਿਆ, ਥਰਡ ਦੇ ਵਿੱਚ ਬਿਸਾਈਡ ਸਾਈਡ ਦਾ, ਫੋਰਥ ਦੇ ਵਿੱਚ ਸਿੰਸ ਕੌਜ਼ ਦਾ ਡਿਫਰੈਂਸ ਦੇਖਿਆ। 5 ਨੰਬਰ ਕੁਐਸਚਨ ਦੇ ਵਿੱਚ ਆਪਾਂ ਨਾउन ਪ੍ਰੈਪੋਜੀਸ਼ਨ ਨਾउन ਦੀ ਸਟਰਕਚਰ ਚੈੱਕ ਕੀਤੀ। ਨੈਕਸਟ ਆਪਾਂ 6 ਨੰਬਰ ਕੁਐਸਚਨ ਦੇ ਵਿੱਚ ਮੇਡ ਆਫ ਤੇ ਮੇਡ ਫਰਮ ਦਾ ਡਿਫਰੈਂਸ ਚੈੱਕ ਕੀਤਾ, ਕਿੱਥੇ ਮੇਡ ਆਫ ਯੂਜ਼ ਹੋ ਕਿੱਥੇ ਮੇਡ ਫਰਮ ਹੋ। ਦੈਨ ਆਪਾਂ ਫਿਰ ਅਗੇਨ ਮੇਡ ਆਫ ਤੇ ਮੇਡ ਫਰਮ ਦਾ ਇੱਕ ਕੁਐਸਚਨ ਦੇਖਿਆ। ਨੈਕਸਟ ਤੁਹਾਨੂੰ ਦੱਸਿਆ ਗਿਆ ਕਿ ਸੀਨੀਅਰ ਜੂਨੀਅਰ ਸੁਪੀਰੀਅਰ ਇਨਫੀਰੀਅਰ ਪ੍ਰੈਫਰੇਬਲ ਵਰਡ ਨੇ ਇਹਨਾਂ ਦੇ ਨਾਲ ਟੂ ਦਾ ਯੂਜ਼ ਕੀਤਾ ਜਾਂਦਾ, ਦੈਨ ਪ੍ਰੈਪੋਜੀਸ਼ਨ ਯੂਜ਼ ਨਹੀਂ ਹੋਏਗੀ। ਅੱਗੇ ਤੁਹਾਡੇ ਕੋਲੇ ਵਰਡ ਹੈਗਾ ਬਿਟਵੀਨ, ਤਾਂ ਹੁਣ ਜਿਵੇਂ ਆਪਣੇ ਕੋਲੇ ਬਿਟਵੀਨ ਤੋਂ ਬਾਅਦ ਕੀ ਆਏਗਾ ਪ੍ਰੈਪੋਜੀਸ਼ਨ, ਜੇ ਜਿਹੜਾ ਵਰਡ ਯੂਜ਼ ਕੀਤਾ ਜਾਏਗਾ ਉਹ ਪ੍ਰਨਾਊਨ ਹੋਏਗਾ ਤਾਂ ਪ੍ਰਨਾਊਨ ਕੀ ਹੋਏਗਾ ਤੁਹਾਡਾ ਆਬਜੈਕਟਿਵ ਕੇਸ ਦਾ। ਸੋ ਪ੍ਰੈਪੋਜੀਸ਼ਨ ਤੋਂ ਬਾਅਦ ਹਮੇਸ਼ਾ ਹੀ ਯੂਜ਼ ਕੀਤਾ ਜਾਣ ਵਾਲਾ ਤੁਹਾਡਾ ਆਬਜੈਕਟ ਹੀ ਹੁੰਦਾ ਹੈ। ਜੇ ਪ੍ਰਨਾਊਨ ਹੈ ਤਾਂ ਉਹ ਆਬਜੈਕਟਿਵ ਕੇਸ ਦਾ ਹੁੰਦਾ ਹੈ। ਇਹ ਚੀਜ਼ ਤੁਸੀਂ ਧਿਆਨ ਚ ਰੱਖਣੀ ਹੈ। ਨੈਕਸਟ ਇੱਕ ਕਨਸੈਪਟ ਹੈ, ਅੱਗੇ ਤੁਹਾਡੇ ਕੋਲੇ ਵਰਡ ਜਿਹੜੇ ਕਿ ਆਪਣੇ ਕੋਲੇ ਫਿਕਸ ਪ੍ਰੈਪੋਜੀਸ਼ਨ ਲੈ ਕੇ ਚੱਲਦੇ ਆ, ਜਿਵੇਂ ਅਵਾਇਡ ਹੈ, ਅਵਾਇਡ ਦੇ ਨਾਲ ਬਾਈ ਦਾ ਯੂਜ਼ ਕੀਤਾ ਜਾਂਦਾ ਹੈ, ਐਗਰੀ ਦੇ ਨਾਲ ਵਿਦ ਦਾ ਯੂਜ਼ ਕੀਤਾ ਜਾਂਦਾ ਹੈ, ਅਪੋਲੋਜਾਈਜ਼ ਫॉर ਹੁੰਦਾ ਹੈ। ਤਾਂ ਇਹ ਜਿਹੜੀ ਚੀਜ਼ ਤੁਸੀਂ ਵੋਕੈਬੁਲੇਸ਼ਨ ਦੇ ਵਿੱਚ ਤੁਹਾਨੂੰ ਜਿਹੜੀ ਕਲਾਸਿਸ ਦੇ ਵਿੱਚ ਪ੍ਰੋਵਾਈਡ ਕਰਵਾਈ ਜਾ ਰਹੀ ਹੈ, ਤਾਂ ਤੁਸੀਂ ਕਲਾਸਿਸ ਜਿਹੜੀ ਅਟੈਂਡ ਕਰ ਲੈਣੀ, ਉੱਥੇ ਤੁਹਾਨੂੰ ਫਿਕਸ ਪ੍ਰੈਪੋਜੀਸ਼ਨ ਦਾ ਟੌਪਿਕ ਕਲੀਅਰ ਹੋ ਜਾਏਗਾ। ਨੈਕਸਟ ਕੁਐਸਚਨ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ, ਅਗੇਨ ਤੁਹਾਡੇ ਕੋਲੇ ਕੁਝ ਵਰਡ ਹੁੰਦੇ ਆ ਜਿਹੜੇ ਕਿ ਰਿਡੰਡੈਂਟ ਹੁੰਦੇ ਆ, ਜਿਨ੍ਹਾਂ ਦੇ ਨਾਲ ਆਪਾਂ ਪ੍ਰੈਪੋਜੀਸ਼ਨ ਯੂਜ਼ ਕਰ ਲਈਏ। ਜਿਵੇਂ ਅਵੇਟ ਦੇ ਨਾਲ ਫॉर ਦਾ ਯੂਜ਼ ਨਹੀਂ ਹੁੰਦਾ, ਐਂਟਰ ਦੇ ਨਾਲ ਇਨਟੂ ਨਹੀਂ ਹੁੰਦਾ, ਇਨਵੈਸਟੀਗੇਟ ਇਨਟੂ ਨਹੀਂ ਹੁੰਦਾ, ਡਿਮਾਂਡ ਫॉर ਨਹੀਂ ਹੁੰਦਾ। ਇਹ ਚੀਜ਼ ਤੁਹਾਨੂੰ ਕਲੀਅਰ ਕੀਤੀ ਗਈ ਹੈ। 12 ਨੰਬਰ ਕੁਐਸਚਨ ਦੇ ਵਿੱਚ ਅਗੇਨ ਤੁਹਾਡਾ ਸੇਮ ਕਨਸੈਪਟ ਜੋ ਆਪਾਂ 11 ਨੰਬਰ ਕੁਐਸਚਨ 'ਚ ਡਿਸਕਸ ਕੀਤਾ। 13 ਨੰਬਰ ਕੁਐਸਚਨ ਦੇ ਵਿੱਚ ਵੀ ਅਗੇਨ ਉਹੀ ਕਨਸੈਪਟ ਜੋ ਆਪਾਂ ਪਿੱਛੇ ਇੱਕ ਕੁਐਸਚਨ ਦੇ ਵਿੱਚ ਡਿਸਕਸ ਕੀਤਾ। ਆਈ ਥਿੰਕ ਤੁਹਾਡੇ ਕੋਲੇ 9 ਨੰਬਰ ਕੁਐਸਚਨ ਸੀ ਜਿੱਥੇ ਆਪਾਂ ਦੇਖਿਆ ਕਿ ਪ੍ਰੈਪੋਜੀਸ਼ਨ ਹੈ, ਤਾਂ ਉਸ ਤੋਂ ਬਾਅਦ ਤੁਹਾਡੇ ਕੋਲੇ ਆਬਜੈਕਟਿਵ ਕੇਸ ਹੋਏਗਾ ਪ੍ਰਨਾਊਨ ਦਾ। ਅੱਗੇ ਤੁਹਾਡਾ ਜਿਹੜਾ ਨੈਕਸਟ ਕੁਐਸਚਨ ਆਪਾਂ ਡਿਸਕਸ ਕੀਤਾ ਡਿਫਰੈਂਸ ਬਿਟਵੀਨ ਅਮੰਗ ਬਿਟਵੀਨ। 15 ਨੰਬਰ ਕੁਐਸਚਨ ਦੇ ਵਿੱਚ ਆਪਾਂ ਅਗੇਨ ਸਿੰਸ ਤੇ ਫॉर ਦਾ ਕਨਸੈਪਟ ਡਿਸਕਸ ਕੀਤਾ। ਕੁਐਸਚਨ ਦੇ ਵਿੱਚ ਬਾਈ ਮਿਸਟੇਕ ਆਪਾਂ ਕੀ ਕੀਤਾ ਸੀਗਾ, ਸੀ ਕੁਐਸਚਨ ਨੂੰ ਮਾਰਕ ਕੀਤਾ ਸੀ। ਜੇ ਤੁਹਾਡੇ ਕੋਲੇ ਲਾਸਟ ਵਰਡ ਮੈਂਸ਼ਨ ਹੈ ਲਾਸਟ 5 ਇਅਰਸ ਤਾਂ ਤੁਸੀਂ ਸਿੰਸ ਯੂਜ਼ ਕਰੋਗੇ, ਬਟ ਜੇ ਤੁਹਾਡੇ ਕੋਲੇ ਲਾਸਟ ਵਰਡ ਨਹੀਂ ਮੈਂਸ਼ਨ ਤਾਂ ਤੁਸੀਂ ਯੂਜ਼ ਕਰੋਗੇ ਫॉर 5 ਇਅਰਸ। ਇਹ ਚੀਜ਼ ਹੈ ਜਿਹੜੀ ਤੁਸੀਂ ਇੱਥੇ ਕਲੀਅਰ ਕਰ ਲੈਣੀ ਹੈ। ਹਾਂਜੀ, ਅੱਗੇ ਜੇ ਤੁਹਾਡੇ ਕੋਲੇ
60 ਨੰਬਰ ਕੁਐਸਚਨ ਜਿੱਥੇ ਆਪਾਂ ਅਗੇਨ ਐਂਟਰ ਦੇ ਨਾਲ ਹੈ ਜਿਹੜਾ ਇਨਟੂ ਦਾ ਯੂਜ਼ਰ ਨਹੀਂ ਕਰ ਸਕਦੇ ਇਹ ਚੀਜ਼ ਚੱਕੀ ਤੇ ਅੱਗੇ ਤੁਹਾਡੇ 70 ਨੰਬਰ ਬਾਈ ਤੇ ਪਿਛਲਾ ਕਨਸੈਪਟ ਨਾਲ ਡਿਸਕਸ ਕੀਤਾ ਬਾਈ ਦੇ ਨਾਲ ਬਾਈ ਯੂਜ਼ ਕੀਤਾ ਜਾਂਦਾ ਡੂਅਲ ਦੇ ਨਾਲ ਤੇ ਵਿਦ ਦਾ ਯੂਜ਼ ਵਿਦ ਇੰਸਟਰੂਮੈਂਟ ਐਂਡ ਨੈਕਸਟ ਆਪਾਂ 80 ਨੰਬਰ ਕੁਐਸਚਨ ਦੇਖਿਆ ਜਿੱਥੇ ਤੁਹਾਨੂੰ ਦਿਖਾਇਆ ਗਿਆ ਕਿ ਐਟ ਦਾ ਬਿਗਿਨਿੰਗ ਇਨ ਦਾ ਬਿਗਿਨਿੰਗ ਐਟ ਦਾ ਐਂਡ ਔਰ ਇਨ ਦਾ ਐਂਡ ਦਾ ਯੂਜ਼ ਕਿੱਥੇ ਕੀਤਾ ਜਾਂਦਾ ਹੈ ਬਾਈ ਟ੍ਰਿਕ ਤੁਹਾਨੂੰ ਦੱਸਿਆ ਗਿਆ ਤਾਂ ਤੁਸੀਂ ਇਹ ਜਿਹੜਾ ਧਿਆਨ ਚ ਰੱਖਣਾ ਹੈ ਅੱਗੇ 90 ਨੰਬਰ ਕੁਐਸਚਨ ਦੇ ਵਿੱਚ ਆਪਾਂ ਅਕ੍ਰੋਸ ਤੇ ਥਰੂ ਦਾ ਕਨਸੈਪਟ ਸਮਝਿਆ ਕਿੱਥੇ ਅਕ੍ਰੋਸ ਯੂਜ਼ ਹੁੰਦਾ ਹੈ ਤੇ ਕਿੱਥੇ ਥਰੂ ਯੂਜ਼ ਹੁੰਦਾ ਹੈ ਲਾਸਟ ਕੁਐਸਚਨ ਸੀ ਜੀ ਅੱਜ ਦੀ ਕਲਾਸ ਦਾ ਦੈਟ ਇਜ਼ 20 ਨੰਬਰ ਕੁਐਸਚਨ ਤੇ ਜੇ ਤੁਹਾਡੇ ਕੋਲੇ ਪ੍ਰੈਪੋਜੀਸ਼ਨ ਯੂਜ਼ ਕੀਤੀ ਜਾ ਰਹੀ ਹੈ ਅਲੱਗ-ਅਲੱਗ ਵਰਡ ਦੇ ਲਈ ਅਲੱਗ-ਅਲੱਗ ਪ੍ਰੈਪੋਜੀਸ਼ਨ ਹੈ ਜਿਵੇਂ ਡਿਫਰੈਂਟ ਦੇ ਨਾਲ ਫਰੋਮ ਯੂਜ਼ ਕੀਤੀ ਜਾਂਦੀ ਹੈ ਤਾਂ ਡਿਫਰੈਂਟ ਦੇ ਨਾਲ ਆਫ ਨਹੀਂ ਹੁੰਦੀ ਤੇ ਜੇ ਤੁਹਾਡੇ ਕੋਲੇ ਵਰਡ ਯੂਜ਼ ਕੀਤਾ ਜਾ ਰਿਹਾ ਅਲੱਗ-ਅਲੱਗ ਪ੍ਰੈਪੋਜੀਸ਼ਨ ਚਾਹੀਦੇ ਤੁਸੀਂ ਅਲੱਗ-ਅਲੱਗ ਹੀ ਪਲੇਸ ਕਰੋਗੇ ਸੇਮ ਪ੍ਰੈਪੋਜੀਸ਼ਨ ਦਾ ਯੂਜ਼ ਨਹੀਂ ਹੋਊਗਾ ਕਰੋਗੇ ਬਟ ਜੇ ਸੇਮ ਪ੍ਰੈਪੋਜੀਸ਼ਨ ਨਾਲ ਕੰਮ ਚੱਲ ਰਿਹਾ ਜਿਵੇਂ ਆਪਣੇ ਕੋਲ ਕੋਈ ਵਰਡ ਹੈ ਉਹਦੇ ਨਾਲ ਜਿਹੜੀ ਪ੍ਰੈਪੋਜੀਸ਼ਨ ਯੂਜ਼ ਹੋ ਰਹੀ ਹੈ ਦੂਸਰੇ ਨਾਲ ਵੀ ਉਹੀ ਹੋ ਰਹੀ ਹੈ ਤਾਂ ਫਿਰ ਉੱਥੇ ਤੁਹਾਡੇ ਕੋਲ ਉਹ ਸਹੀ ਚੱਲੇਗਾ ਦੇਖੋ ਜੇ ਇੱਥੇ ਤੁਹਾਡੇ ਕੋਲ ਐਕਸਪਰਟ ਦੇ ਨਾਲ ਇਨ ਯੂਜ਼ ਹੁੰਦੀ ਹੈ ਕੌਨਫੀਡੈਂਟ ਦੇ ਨਾਲ ਆਫ ਹੁੰਦੀ ਹੈ ਸੋ ਤੁਸੀਂ ਅਲੱਗ-ਅਲੱਗ ਵੀ ਪਲੇਸ ਕਰੋਗੇ ਐਕਸਪਰਟ ਇਨ ਐਂਡ ਕੌਨਫੀਡੈਂਟ ਆਫ ਆਈ ਹੋਪ ਤੁਹਾਨੂੰ ਕਨਸੈਪਟ ਪਤਾ ਲੱਗ ਹੋਵੇਗਾ ਇਹ ਸੀ ਤੁਹਾਡੇ ਪ੍ਰੈਪੋਜੀਸ਼ਨ ਦਾ ਲਾਸਟ ਕੁਐਸਚਨ ਇਹਦੇ ਨਾਲ ਜਿਹੜਾ ਆਪਾਂ ਅੱਜ ਦਾ ਕਲਾਸ ਨੂੰ ਓਵਰ ਕਰਾਂਗੇ ਪ੍ਰੈਪੋਜੀਸ਼ਨ ਦਾ ਤੁਹਾਡਾ ਕਨਸੈਪਟ ਕੰਪਲੀਟ ਹੋ ਚੁੱਕਿਆ ਪ੍ਰੈਪੋਜੀਸ਼ਨ ਜਿਹੜਾ ਆਪਾਂ ਫਿਨਿਸ਼ ਕਰ ਚੁੱਕੇ ਹਾਂ ਇਸ ਤੋਂ ਬਾਅਦ ਤੁਹਾਡੀ ਪ੍ਰੈਪੋਜੀਸ਼ਨ ਆ ਜਿਹੜੀ ਨਹੀਂ ਹੋਏਗੀ ਹੁਣ ਆਪਾਂ ਜਿਹੜਾ ਨੈਕਸਟ ਟੌਪਿਕ ਕਰਾਂਗੇ ਦੈਟ ਇਜ਼ ਕੰਜੰਕਸ਼ਨ ਹਰ ਇੱਕ ਕਲਾਸ ਦੀ ਜਿਹੜੀ ਆਪਾਂ ਕਹਿ ਲਓ ਜਿਹੜੀ ਅੱਗੇ ਵਾਲੀ ਤੁਹਾਡੀ ਕਲਾਸ ਹੋਣੀ ਚਾਹੀਦੀ ਹੈ ਉਹਦਾ ਜਿਹੜਾ ਹੈਗਾ ਪੂਰਾ ਟੌਪਿਕ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਜਾਂਦਾ ਹੈ ਹੁਣ ਅੱਜ ਜਿਵੇਂ ਤੁਹਾਡੀ ਪ੍ਰੈਪੋਜੀਸ਼ਨ ਖਤਮ ਹੋਈ ਹੈ ਤਾਂ ਕੱਲ ਤੋਂ ਜਿਹੜੀਆਂ ਤੁਹਾਡੀਆਂ ਕਲਾਸਿਸ ਸਟਾਰਟ ਹੋਣਗੀਆਂ ਕੰਜੰਕਸ਼ਨ ਦਾ ਟੌਪਿਕ ਆਪਾਂ ਸਟਾਰਟ ਕਰਾਂਗੇ ਵਨ ਬਾਏ ਵਨ ਤੁਹਾਨੂੰ ਕਦੋਂ ਤੁਹਾਡੇ ਸਾਰੇ ਰੂਲਸ ਆ ਜਿਹੜੇ ਕੰਜੰਕਸ਼ਨ ਦੇ ਕਰਵਾਏ ਜਾਣਗੇ ਲਾਸਟ ਵਿੱਚ ਪ੍ਰੈਕਟਿਸ ਕਲਾਸ ਹੋਏਗੀ ਇਸ ਤਰੀਕੇ ਨਾਲ ਵੀ ਤੁਹਾਡਾ ਜਿਹੜਾ ਸਿਲੇਬਸ ਤੁਹਾਨੂੰ ਕਵਰ ਕਰਵਾਇਆ ਜਾਏਗਾ ਸੋ ਦੈਟ ਤੁਸੀਂ ਇਹ ਜਿਹੜੇ ਰੂਲਸ ਨੂੰ ਚੰਗੇ ਤਰੀਕੇ ਨਾਲ ਜਾਣ ਕਰ ਸਕੋ ਪੇਪਰ ਦੇ ਵਿੱਚ ਅਪਲਾਈ ਕਰਨਾ ਸਿੱਖ ਸਕੋ ਸੇਮ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਵੀ ਦੇਖਣ ਨੂੰ ਮਿਲਣਗੇ ਹਾਂਜੀ ਤਾਂ ਇੱਥੇ ਆਪਾਂ ਜਿਹੜਾ ਹੈਗਾ ਅੱਜ ਦਾ ਸੈਸ਼ਨ ਕਰਦੇ ਹਾਂ ਓਵਰ ਆਈ ਹੋਪ ਤੁਹਾਨੂੰ ਕਨਸੈਪਟ ਸਮਝ ਆਏ ਹੋਣਗੇ ਕਲਾਸ ਵਧੀਆ ਲੱਗੀ ਤਾਂ ਜਿਹੜਾ ਹੈਗਾ ਆਪਣਾ ਕਲਾਸ ਨੂੰ ਲਾਈਕ ਕਰਨਾ ਹੈ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲੈਣਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਹੈ ਹਾਂਜੀ ਤਾਂ ਮਿਲਾਂਗੇ ਨੈਕਸਟ ਸੈਸ਼ਨ ਦੇ ਵਿੱਚ ਕੰਜੰਕਸ਼ਨ ਦੇ ਟੌਪਿਕ ਨੂੰ ਲੈ ਕੇ ਆਵਾਂਗੇ ਥੈਂਕ ਯੂ